ਹੈਲੋ ਗੁੱਡ ਮਾਰਨਿੰਗ ਸਟੂਡੈਂਟ। ਅੱਜ ਅਸੀਂ ਕਰਾਂਗੇ ਇੰਡੀਅਨ ਫਰੀडम ਸਟਰਗਲਸ ਹਿਸਟਰੀ ਇਨ ਦੀ ਬੁੱਕ ਹੈਗੀ ਇੰਡੀਅਨ ਫਰੀडम ਸਟਰਗਲ। ਫਸਟ ਇਕਾਈ ਤੇ ਆ ਜਾਓ। ਕੰਟੈਂਟਸ ਇਹਦੇ ਹੈਗੇ ਬ੍ਰਿਟਿਸ਼ ਵਿਸਤਾਰ, ਬ੍ਰਿਟਿਸ਼ ਰਾਜ ਦਾ ਸੁਦ੍ਰਿੜੀਕਰਨ ਅਤੇ ਕੇਂਦਰੀ ਸੰਰਚਨਾ ਦਾ ਵਿਕਾਸ, ਸਮਾਜਿਕ ਧਾਰਮਿਕ ਸੁਧਾਰ ਅੰਦੋਲਨ, ਕਾਰਨਵਾਲਿਸ ਦੇ ਸੁਧਾਰ, ਵਿਲੀਅਮ ਬੈਂਟਿੰਗ ਦੇ ਸੁਧਾਰ, ਲਾਰਡ ਡਲਹੌਜੀ ਦੇ ਸੁਧਾਰ, ਪਹਿਲੀ ਮਹੱਤਵਪੂਰਨ ਚੁਣੌਤੀ, ਕਿਸਾਨੀ ਅੰਦੋਲਨ, ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ, ਹੋਮ ਰੂਲ ਅੰਦੋਲਨ, ਨਰਮਪੰਥੀ ਅਤੇ ਗਰਮਪੰਥੀ, ਰਾਸ਼ਟਰੀ ਅੰਦੋਲਨ ਅਤੇ ਭਾਰਤੀ ਸੁਤੰਤਰਤਾ ਪ੍ਰਾਪਤੀ ਤੋਂ 1964 ਤੱਕ ਦਾ ਭਾਰਤ, ਚੀਨ ਦੇ ਨਾਲ ਸੀਮਾ ਵਿਵਾਦ ਅਤੇ ਚੀਨੀ ਆਕ੍ਰਾਮਕਤਾ। ਫਸਟ ਇਕਾਈ ਤੇ ਆਵਾਂਗੇ ਬ੍ਰਿਟਿਸ਼ ਵਿਸਤਾਰ ਕਿਵੇਂ ਹੋਇਆ। ਇਹਦੇ ਵਿੱਚ ਸਭ ਤੋਂ ਪਹਿਲੇ ਹੈਗਾ ਕਰਨਾਟਕ ਦਾ ਯੁੱਧ, ਬੰਗਾਲ ਵਿੱਚ ਬ੍ਰਿਟਿਸ਼ ਰਾਜ ਦੀ ਜਿੱਤ ਅਤੇ ਪਲਾਸੀ ਦਾ ਯੁੱਧ, ਮੀਰ ਜਾਫਰ ਅਤੇ ਮੀਰ ਕਾਸਮ, ਕਲਾਈਵ ਦਾ ਦੂਜਾ ਸ਼ਾਸਨ ਅਤੇ 1757 ਤੋਂ 1772 ਦੇ ਦੌਰਾਨ ਬੰਗਾਲ ਵਿੱਚ ਅੰਗਰੇਜ਼, ਮੈਸੂਰ ਅਤੇ ਬ੍ਰਿਟਿਸ਼ ਵਿਸਤਾਰ ਦਾ ਇਸ ਵੱਲੋਂ ਵਿਰੋਧ, ਆਂਗਲ ਮਰਾਠਾ ਤਿੰਨ ਯੁੱਧ। ਇਹ ਸਾਰੇ ਆਪਾਂ ਕੰਟੈਂਟ ਅੱਜ ਕਰਾਂਗੇ। ਫਸਟ ਇਕਾਈ ਹੈਗੀ ਬ੍ਰਿਟਿਸ਼ ਵਿਸਤਾਰ। ਜਾਣਕਾਰੀ ਵਿੱਚ ਪੇਜ ਨੰਬਰ 1 ਤੋਂ ਅਸੀਂ ਥੋੜਾ ਜਿਹਾ ਆਨਸਰ ਲਵਾਂਗੇ ਕਿ ਬ੍ਰਿਟਿਸ਼ ਦਾ ਜੇਕਰ ਕੁਐਸਚਨ ਮਿਲ ਜਾਵੇ ਕਿ ਬ੍ਰਿਟਿਸ਼ ਵਿਸਤਾਰ ਕਿਵੇਂ ਹੋਇਆ ਸੀਗਾ ਤੇ ਉਹਦੇ ਵਿੱਚ ਜਾਣਕਾਰੀ ਤੋਂ ਆਪਾਂ ਥੋੜਾ ਜਿਹਾ ਆਨਸਰ ਲਵਾਂਗੇ। 17ਵੀਂ ਅਤੇ 18ਵੀਂ ਸ਼ਤਾਬਦੀਆਂ ਵਿੱਚ ਆਂਗਲ ਫਰਾਂਸੀਸੀ ਜਨਮਜਾਤ ਦੁਸ਼ਮਣ ਸਨ। ਆਂਗਲ ਫਰਾਂਸੀਸੀ ਦਾ ਮਤਲਬ ਹੁੰਦਾ ਕਿ ਜਿਹੜੀ ਈਸਟ ਇੰਡੀਆ ਕੰਪਨੀ ਤੇ ਫਰਾਂਸੀਸੀ ਕੰਪਨੀ ਸੀ, ਇਹ ਦੋਨੋਂ ਹੀ ਭਾਰਤ ਵਿੱਚ ਆਏ ਸੀ ਆਪਣੀਆਂ ਬਸਤੀਆਂ ਵਸਾਉਣ ਵਾਸਤੇ। ਬਾਅਦ ਵਿੱਚ ਇਹ ਦੋਨੋਂ ਹੀ ਇੱਕ ਦੂਜੇ ਨਾਲ ਲੜਦੇ ਸੀਗੇ ਕਿ ਦੋਨੋਂ ਹੀ ਚਾਹੁੰਦੇ ਸੀ ਕਿ ਸਾਡਾ ਹੀ ਸਿਰਫ ਇਹਦੇ ਵਿੱਚ ਬਸਤੀਵਾਦ ਹੋਵੇ ਤੇ ਇਸ ਕਰਕੇ ਇਹ ਦੋਨੋਂ ਹੀ ਇੱਕ ਦੂਜੇ ਦੀਆਂ ਦੁਸ਼ਮਣ ਸੀਗੀਆਂ। ਜਿਵੇਂ ਹੀ ਯੂਰਪ ਵਿੱਚ ਉਹਨਾਂ ਦਾ ਆਪਸੀ ਯੁੱਧ ਸ਼ੁਰੂ ਹੁੰਦਾ ਹੈ, ਸੰਸਾਰ ਦੇ ਕੋਨੇ ਵਿੱਚ ਜਿੱਥੇ ਵੀ ਇਹ ਦੋ ਕੰਪਨੀਆਂ ਕੰਮ ਕਰਦੀਆਂ ਸਨ, ਆਪਸੀ ਯੁੱਧ ਸ਼ੁਰੂ ਹੋ ਜਾਂਦੇ ਸਨ। ਭਾਰਤ ਵਿੱਚ ਐਂਗਲੋ ਫ੍ਰੈਂਚ ਯੁੱਧ ਆਸਟਰੀਆ ਦੇ ਉੱਤਰਾਧਿਕਾਰ ਦੇ ਯੁੱਧ ਨਾਲ ਸ਼ੁਰੂ ਹੋਇਆ। ਉਦੋਂ ਫਰਾਂਸੀਸੀਆਂ ਦਾ ਮੁੱਖ ਦਫ਼ਤਰ ਪੌਂਡੀਚੇਰੀ ਵਿੱਚ ਸੀ ਅਤੇ ਮਸੋਲੀਪਟਮ, ਕਾਰੀਕਲ, ਮਾਹੀ, ਸੂਰਤ ਅਤੇ ਚੰਦਨ ਨਗਰ ਵਿੱਚ ਉਹਨਾਂ ਦੇ ਉਪ ਦਫ਼ਤਰ ਸਨ। ਦੂਜੇ ਪਾਸੇ ਅੰਗਰੇਜ਼ਾਂ ਦੀਆਂ ਮੁੱਖ ਬਸਤੀਆਂ ਮਦਰਾਸ, ਬੰਬਈ ਅਤੇ ਕਲਕੱਤਾ ਵਿੱਚ ਸਨ ਅਤੇ ਕਈ ਉਪ ਦਫ਼ਤਰ ਸਨ। ਅੱਗੇ ਆ ਗਿਆ ਕਰਨਾਟਕ ਦਾ ਯੁੱਧ। ਸਭ ਤੋਂ ਪਹਿਲਾਂ ਕਰਨਾਟਕ ਦਾ ਯੁੱਧ ਹੋਇਆ। ਉਹਦੇ ਵਿੱਚ ਫਰਾਂਸੀਸੀ ਕੰਪਨੀ ਤੇ ਈਸਟ ਇੰਡੀਆ ਕੰਪਨੀ ਜਿਹੜੀ ਸੀ, ਉੱਥੋਂ ਦੇ ਨਵਾਬਾਂ ਦੀ ਹੈਲਪ ਨਾਲ ਇੱਕ ਦੂਜੇ ਨਾਲ ਲੜਦੇ ਸੀਗੇ, ਉਹਨਾਂ ਦੀ ਮਦਦ ਨਾਲ। ਕਰਨਾਟਕ ਦਾ ਪਹਿਲਾ ਯੁੱਧ 1746 ਈਸਵੀ ਤੋਂ ਲੈ ਕੇ 48 ਤੱਕ ਚੱਲਿਆ, ਯਾਨੀ ਕਿ 2 ਸਾਲ ਚੱਲਿਆ। ਫਸਟ ਪੈਰੇ ਵਿੱਚ 2-4 ਲਾਈਨਾਂ ਅੰਡਰਲਾਈਨ ਕਰਾਂਗੇ ਕਿ ਇਹ ਯੁੱਧ ਆਸਟਰੀਆ ਦੇ ਉੱਤਰਾਧਿਕਾਰ ਦੇ ਯੁੱਧ ਦਾ, ਜੋ ਕਿ 1740 ਈਸਵੀ ਵਿੱਚ ਸ਼ੁਰੂ ਹੋਇਆ ਸੀ, ਵਿਸਥਾਰ ਮਾਤਰ ਸੀ, ਯਾਨੀ ਕਿ ਇਹ ਜ਼ਿਆਦਾ ਦੇਰ ਤੱਕ ਨਹੀਂ ਚੱਲਿਆ। ਗ੍ਰਹਿ ਸਰਕਾਰ ਦੀ ਆਗਿਆ ਦੇ ਵਿਰੁੱਧ ਹੀ ਦੋਨਾਂ ਦਲਾਂ ਵਿੱਚ 1746 ਈਸਵੀ ਵਿੱਚ ਸ਼ੁਰੂ ਹੋ ਗਿਆ। ਬਾਰਨੈਟ ਦੀ ਅਗਵਾਈ ਵਿੱਚ ਅੰਗਰੇਜ਼ੀ ਨੌ ਸੈਨਾ ਨੇ ਕੁਝ ਫਰਾਂਸੀਸੀ ਜਲ ਪੋਤ ਪਕੜ ਲਏ। ਡੁਪਲੇ ਨੇ, ਜੋ ਕਿ 1741 ਈਸਵੀ ਵਿੱਚ ਪੌਂਡੀਚੇਰੀ ਦਾ ਫ੍ਰੈਂਚ ਗਵਰਨਰ ਜਨਰਲ ਸੀ, ਮਾਰੀਸ਼ਸ ਸਥਿਤ ਫਰਾਂਸੀਸੀ ਗਵਰਨਰ ਲਾ ਬਰਡੋਨੋ ਤੋਂ ਸਹਾਇਤਾ ਮੰਗੀ। ਲਾ ਬਰਡੋਨੋ ਨੇ 3000 ਸੈਨਿਕ ਲੈ ਕੇ ਕੋਰੋਮੰਡਲ ਤੱਟ ਵੱਲ ਚੱਲ ਪਿਆ ਤੇ ਉਸ ਵਿੱਚ ਉਸਨੇ ਅੰਗਰੇਜ਼ੀ ਨੌ ਸੈਨਾ ਨੂੰ ਹਰਾਇਆ। ਉਸ ਤੋਂ ਅੱਗੇ ਆ ਗਿਆ ਸੈਕਿੰਡ ਪੈਰਾ। ਕਰਨਾਟਕ ਦਾ ਪਹਿਲਾ ਯੁੱਧ ਸੀਰਟੋਮੇ ਦੇ ਯੁੱਧ ਦੇ ਕਾਰਨ ਯਾਦਗਾਰ ਹੈ। ਇਹ ਯੁੱਧ ਫਰਾਂਸੀਸੀ ਸੈਨਾ ਅਤੇ ਕਰਨਾਟਕ ਦੇ ਵਿੱਚ ਅਨਵਰ ਉਦੀਨ ਦੀ ਅਗਵਾਈ ਵਿੱਚ ਭਾਰਤੀ ਸੈਨਾ ਵਿਚਕਾਰ ਹੋਇਆ। ਝਗੜਾ ਫਰਾਂਸੀਸੀਆਂ ਦੁਆਰਾ ਮਦਰਾਸ ਦੀ ਜਿੱਤ ਤੇ ਹੋਇਆ। ਨਵਾਬ ਨੇ ਦੋਹਾਂ ਕੰਪਨੀਆਂ ਨੂੰ ਲੜਦੇ ਹੋਏ ਵੇਖ ਕੇ ਉਹਨਾਂ ਨੂੰ ਆਗਿਆ ਦਿੱਤੀ ਕਿ ਉਹ ਯੁੱਧ ਬੰਦ ਕਰਨ ਅਤੇ ਦੇਸ਼ ਦੀ ਸ਼ਾਂਤੀ ਨੂੰ ਭੰਗ ਨਾ ਕਰਨ। ਡੁਪਲੇ ਨੇ ਮਦਰਾਸ ਨੂੰ ਜਿੱਤ ਕੇ ਨਵਾਬ ਨੂੰ ਦੇਣ ਦਾ ਪ੍ਰਸਤਾਵ ਕੀਤਾ, ਪਰੰਤੂ ਜਦੋਂ ਡੁਪਲੇ ਨੇ ਆਪਣਾ ਵਚਨ ਪੂਰਾ ਨਹੀਂ ਕੀਤਾ ਤਾਂ ਨਵਾਬ ਨੇ ਆਪਣੀ ਮੰਗ ਸਵੀਕਾਰ ਕਰਾਉਣ ਦੇ ਉਦੇਸ਼ ਨਾਲ ਆਪਣੀ ਸੈਨਾ ਭੇਜੀ। ਕੈਪਟਨ ਪੈਰਾਡਾਈਜ਼ ਦੇ ਅਧੀਨ ਇੱਕ ਛੋਟੀ ਜਿਹੀ ਫਰਾਂਸੀਸੀ ਸੈਨਾ ਨੇ, ਜਿਸ ਵਿੱਚ ਕਿ 230 ਫਰਾਂਸੀਸੀ ਅਤੇ 700 ਭਾਰਤੀ ਸੈਨਿਕ ਸਨ, ਮਹਿਫੂਜ਼ ਖਾਨ ਦੀ ਅਗਵਾਈ ਵਿੱਚ 10,000 ਭਾਰਤੀ ਸੈਨਾ ਨੂੰ ਅਦਿਆਰ ਨਦੀ ਉੱਤੇ ਸੇਂਟ ਟੋਮੇ ਦੇ ਸਥਾਨ ਤੇ ਹਰਾ ਦਿੱਤਾ। ਇਹਦੇ ਵਿੱਚ ਜਿਹੜੀ ਭਾਰਤੀ ਸੈਨਾ ਸੀ ਉਹ ਹਾਰ ਗਈ ਸੀ ਔਰ ਡੁਪਲੇ ਦੀ ਜਿਹੜੀ ਸੈਨਾ ਸੀ ਉਹ ਜਿੱਤ ਗਈ ਸੀ। ਕੈਪਟਨ ਪੈਰਾਡਾਈਜ਼ ਦੀ ਇਸ ਜਿੱਤ ਨੇ ਵਿਦੇਸ਼ੀ ਯੂਰਪੀ ਅਨੁਸ਼ਾਸਿਤ ਸੈਨਾ ਦੀ
ਢਿੱਲੀ ਅਤੇ ਅਸੰਗਠਿਤ ਭਾਰਤੀ ਸੈਨਾ ਉੱਤੇ ਸ੍ਰੇਸ਼ਟਤਾ ਨੂੰ ਸਪਸ਼ਟ ਕਰ ਦਿੱਤਾ। ਯੂਰਪ ਵਿੱਚ ਯੁੱਧ ਬੰਦ ਹੁੰਦੇ ਹੀ ਕਰਨਾਟਕ ਦਾ ਪਹਿਲਾ ਯੁੱਧ ਜਿਹੜਾ ਖਤਮ ਹੋ ਗਿਆ ਸੀ। ਇਹਦੇ ਵਿੱਚ ਕਰਨਾਟਕ ਦੇ 3 ਯੁੱਧ ਹੋਏ ਨੇ, ਪਹਿਲਾ, ਦੂਜਾ ਤੇ ਤੀਸਰਾ। ਦੂਸਰਾ ਯੁੱਧ ਕਰਨਾਟਕ ਦਾ ਦੂਸਰਾ ਯੁੱਧ ਜਿਹੜਾ 1749 ਤੋਂ ਲੈ ਕੇ 54 ਤੱਕ ਚੱਲਿਆ। ਕਰਨਾਟਕ ਦੇ ਪਹਿਲੇ ਯੁੱਧ ਨਾਲ ਡੁਪਲੇ ਦੀ, ਯਾਨੀ ਕਿ ਜਦੋਂ ਉਹਨੇ ਪਹਿਲਾ ਯੁੱਧ ਜਿੱਤ ਲਿਆ ਸੀ ਤੇ ਉਹਦੇ ਮਨ ਵਿੱਚ ਸੀ ਕਿ ਮੈਂ ਦੁਬਾਰਾ ਯੁੱਧ ਕਰਾਂ ਤੇ ਬਹੁਤ ਸਾਰਾ ਏਰੀਆ ਜਿਹੜਾ ਆਪਣੇ ਅਧੀਨ ਕਰ ਲਾਂ, ਭਾਰਤ ਦਾ ਬਹੁਤ ਸਾਰਾ ਏਰੀਆ। ਰਾਜਨੀਤਿਕ ਪਿਆਸ ਜਾਗ ਉੱਠੀ। ਉਸਨੇ ਫਰਾਂਸੀਸੀ ਰਾਜਨੀਤਿਕ ਪ੍ਰਭਾਵ ਦੇ ਪ੍ਰਸਾਰ ਦੇ ਉਦੇਸ਼ ਨਾਲ ਭਾਰਤੀ ਰਾਜਵੰਸ਼ਾਂ ਦੇ ਆਪਸੀ ਝਗੜਿਆਂ ਵਿੱਚ ਭਾਗ ਲੈਣ ਦੀ ਸੋਚੀ। ਮਲੇਸਨ ਨੇ ਇਸ ਸਥਿਤੀ ਦਾ ਸੈਕਿੰਡ ਪੈਰਾਗ੍ਰਾਫ ਤੇ ਆਵਾਂਗੇ। ਆਸਫ ਸ਼ਾਹ, ਜਿਸ ਨੇ ਦੱਖਣ ਵਿੱਚ ਲਗਭਗ ਸਵੱਤਤਾਪੂਰਨ ਰਾਜ ਬਣਾ ਲਿਆ ਸੀ, 21 ਮਈ 1748 ਨੂੰ ਸਵਰਗ ਸਿਧਾਰ ਗਿਆ। ਉਸ ਦਾ ਪੁੱਤਰ ਨਾਸਿਰ ਜੰਗ ਉਸ ਦਾ ਉੱਤਰਾਧਿਕਾਰੀ ਬਣਿਆ, ਪਰੰਤੂ ਉਸ ਦੇ ਭਤੀਜੇ ਮੁਜ਼ੱਫਰ ਜੰਗ ਨੇ ਦਾਅਵੇ ਨੂੰ ਚੁਣੌਤੀ ਦਿੱਤੀ। ਦੂਜੇ ਪਾਸੇ ਕਰਨਾਟਕ ਦੇ ਨਵਾਬ ਅਨਵਰ ਉਦੀਨ ਅਤੇ ਉਸਦੇ ਭਣੋਈਏ ਚੰਦਾ ਸਾਹਿਬ ਦੇ ਵਿੱਚ ਵਿਵਾਦ ਸੀ। ਜਲਦੀ ਹੀ ਦੋਵੇਂ ਵਿਵਾਦ ਇੱਕ ਵੱਡੇ ਵਿਵਾਦ ਵਿੱਚ ਬਦਲ ਗਏ ਅਤੇ ਸਾਨੂੰ ਦੋਵਾਂ ਦਲਾਂ ਦੇ ਬਣਨ ਅਤੇ ਟੁੱਟਣ ਦਾ ਕਿਰਿਆ ਪ੍ਰਦਰਸ਼ਨ ਮਿਲਿਆ, ਯਾਨੀ ਕਿ ਡੁਪਲੇ ਨੇ ਦੋਨਾਂ ਨੂੰ ਆਪਸ ਵਿੱਚ ਲੜਾ ਕੇ ਯੁੱਧ ਜਿਹੜਾ ਸੀ ਜਿੱਤ ਲਿਆ ਸੀ। ਨੈਕਸਟ ਹੈਗਾ ਵਾ ਕਰਨਾਟਕ ਦਾ ਤੀਸਰਾ ਯੁੱਧ। ਇਹ ਯੁੱਧ ਵੀ ਯੂਰਪੀ ਸੰਘਰਸ਼ ਦਾ ਹਿੱਸਾ ਸੀ। 1756 ਈਸਵੀ ਵਿੱਚ 7 ਸਾਲਾ ਯੁੱਧ ਸ਼ੁਰੂ ਹੁੰਦੇ ਹੀ ਭਾਰਤ ਵਿੱਚ ਦੋਹਾਂ ਕੰਪਨੀਆਂ ਵਿੱਚ ਸ਼ਾਂਤੀ ਖਤਮ ਹੋ ਗਈ। ਫਰਾਂਸੀਸੀ ਸਰਕਾਰ ਨੇ ਅਪ੍ਰੈਲ 1757 ਈਸਵੀ ਵਿੱਚ ਕਾਉਂਟ ਲਾਲੀ ਨੂੰ ਭਾਰਤ ਭੇਜਿਆ। ਲਗਭਗ 12 ਮਹੀਨੇ ਦੀ ਯਾਤਰਾ ਤੋਂ ਬਾਅਦ ਅਪ੍ਰੈਲ 1758 ਵਿੱਚ ਉਹ ਭਾਰਤ ਪਹੁੰਚਿਆ ਅਤੇ ਅੰਗਰੇਜ਼ ਸਰਾਜੁਦੌਲਾ ਨੂੰ ਹਰਾ ਕੇ ਪੰਜਾਬ ਵਿੱਚ ਆਪਣਾ ਅਧਿਕਾਰ ਸਥਾਪਿਤ ਕਰ ਚੁੱਕੇ ਸਨ। ਬੰਗਾਲ ਵਿੱਚ ਆਪਣਾ ਅਧਿਕਾਰ ਸਥਾਪਿਤ ਕਰ ਚੁੱਕੇ ਸਨ। ਇਸ ਕਾਰਨ ਅੰਗਰੇਜ਼ਾਂ ਨੂੰ ਅਪਾਰ ਧਨ ਮਿਲਿਆ, ਜਿਸ ਨਾਲ ਫਰਾਂਸੀਸੀਆਂ ਨੂੰ ਦੱਖਣ ਵਿੱਚ ਹਰਾਉਣ ਵਿੱਚ ਸਫਲ ਹੋ ਗਏ। ਯਾਨੀ ਕਿ ਜਿਹੜੇ ਦੋ ਪਹਿਲੇ ਯੁੱਧ ਹੋਏ ਸੀ, ਕਰਨਾਟਕ ਦਾ ਪਹਿਲਾ ਯੁੱਧ ਤੇ ਦੂਸਰਾ ਯੁੱਧ, ਉਹਦੇ ਵਿੱਚ ਜਿਹੜੇ ਸੀ ਫਰਾਂਸੀਸੀ ਜਿਹੜੇ ਸੀ ਉਹ ਜਿੱਤ ਗਏ ਸੀ। ਉਹਨਾਂ ਦੇ ਜਿੱਤ ਵਿੱਚ ਉਹਨਾਂ ਨੂੰ ਬਹੁਤ ਸਾਰਾ ਧਨ ਮਿਲਿਆ, ਜਿਹਦੇ ਨਾਲ ਉਹਨਾਂ ਦੀ ਜਿਹੜੀ ਸ਼ਕਤੀ ਸੀ ਹੋਰ ਮਜ਼ਬੂਤ ਹੋ ਗਈ ਔਰ ਉਹਨਾਂ ਨੇ ਫਰਾਂਸੀਸੀਆਂ ਨੂੰ ਹਰਾਉਣ ਵਿੱਚ ਉਹ ਸਫਲ ਹੋ ਗਏ। ਕਾਉਂਟ ਲਾਲੀ ਨੇ 1758 ਵਿੱਚ ਹੀ ਫੋਰਟ ਸੇਂਟ ਡੇਵਿਡ ਜਿੱਤ ਲਿਆ। ਇਸ ਤੋਂ ਬਾਅਦ ਉਸਨੂੰ ਤੰਜੋਰ ਤੇ ਹਮਲਾ ਕਰਨ ਦੀ ਆਗਿਆ ਦਿੱਤੀ, ਕਿਉਂਕਿ ਉਸ ਉੱਤੇ 56 ਲੱਖ ਰੁਪਏ ਬਕਾਇਆ ਸੀ। ਇਹ ਅਭਿਆਨ ਅਸਫਲ ਰਿਹਾ, ਜਿਸ ਨਾਲ ਫਰਾਂਸੀਸੀ ਪ੍ਰਸਿੱਧੀ ਨੂੰ ਹਾਨੀ ਪਹੁੰਚੀ। ਇਸ ਤੋਂ ਬਾਅਦ ਲਾਲੀ ਨੇ ਮਦਰਾਸ ਨੂੰ ਘੇਰ ਲਿਆ, ਪਰੰਤੂ ਇੱਕ ਸ਼ਕਤੀਸ਼ਾਲੀ ਨੌਸੈਨਾ ਆਉਣ ਤੇ ਉਸ ਨੂੰ ਇਹ ਘੇਰਾ ਚੁੱਕਣਾ ਪਿਆ। ਫਿਰ ਲਾਲੀ ਨੇ ਬੁੱਸੀ ਨੂੰ ਹੈਦਰਾਬਾਦ ਤੋਂ ਵਾਪਸ ਬਣਾ ਲਿਆ। ਇਹ ਉਸ ਦੀ ਸਭ ਤੋਂ ਵੱਡੀ ਭੁੱਲ ਸੀ। ਇਸ ਕਾਰਨ ਉੱਥੇ ਫਰਾਂਸੀਸੀਆਂ ਦੀ ਸਥਿਤੀ ਕਮਜ਼ੋਰ ਹੋ ਗਈ। ਦੂਜੇ ਪਾਸੇ ਪੋਕਾਕ ਦੀ ਅਗਵਾਈ ਵਿੱਚ ਅੰਗਰੇਜ਼ੀ ਬੇੜਿਆਂ ਨੇ ਡਿਆਸ਼ਾ ਦੀ ਅਗਵਾਈ ਵਿੱਚ ਫਰਾਂਸੀਸੀ ਬੇੜਿਆਂ ਨੂੰ 3 ਵਾਰ ਹਰਾਇਆ ਅਤੇ ਉਸ ਨੂੰ ਭਾਰਤੀ ਸਾਗਰ ਤੋਂ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। ਇਸ ਨਾਲ ਅੰਗਰੇਜ਼ੀ ਜਿੱਤ ਸਪਸ਼ਟ ਹੋ ਗਈ ਅਤੇ 1760 ਵਿੱਚ ਸਰ ਆਰਕੁੱਟ ਨੇ ਬੰਦੀ ਵਾਰਸਸਤਾਨ ਤੇ ਫਰਾਂਸੀਸੀਆਂ ਨੂੰ ਬੁਰੀ ਤਰ੍ਹਾਂ ਹਰਾਇਆ। ਯਾਨੀ ਕਿ 2 ਯੁੱਧ ਜਿਹੜੇ ਸੀ ਉਹ ਫਰਾਂਸ ਨੇ ਜਿੱਤੇ ਸੀ, ਬਟ ਲਾਸਟ ਵਾਲਾ ਕਰਨਾਟਕ ਦਾ ਜਿਹੜਾ ਯੁੱਧ ਸੀ ਉਹ ਈਸਟ ਇੰਡੀਆ ਕੰਪਨੀ ਅੰਗਰੇਜ਼ਾਂ ਨੇ ਜਿੱਤਿਆ ਸੀ। ਨੈਕਸਟ ਹੈਗਾ ਫਰਾਂਸੀਸੀਆਂ ਦੇ ਹਾਰ ਦੇ ਕਾਰਨ। ਪੇਜ ਨੰਬਰ 4। ਇਹਦੇ ਵਿੱਚ ਆਪਾਂ ਸਿਰਫ ਪੁਆਇੰਟ ਹੀ ਮੈਂ ਤੁਹਾਨੂੰ ਪੜ੍ਹਾਵਾਂਗੀ, ਉਹਦੇ ਵਿੱਚ 2-2 4-4 ਲਾਈਨਾਂ ਤੁਸੀਂ ਖੁਦ ਕਰ ਲੈਣਾ। ਫਰਾਂਸੀਸੀਆਂ ਦਾ ਯੂਰਪ ਵਿੱਚ ਉਲਝਣਾ, ਕਿ ਫਰਾਂਸੀਸੀ ਜਿਹੜੇ ਸੀ ਉਹ ਯੂਰਪ ਵਿੱਚ ਵੀ ਇੱਕ ਦੂਜੇ ਨਾਲ ਲੜਦੇ ਰਹਿੰਦੇ ਸੀ। ਦੂਸਰਾ ਹੈਗਾ ਦੋਹਾਂ ਦੇਸ਼ਾਂ ਦੀਆਂ ਪ੍ਰਸ਼ਾਸਨਿਕ ਵਿਖਮਤਾਵਾਂ, ਦੋਹਾਂ ਕੰਪਨੀਆਂ ਦੇ ਗਠਨ ਵਿੱਚ ਭਿੰਨਤਾ, ਨੌਸੈਨਾ ਦੀ ਭੂਮਿਕਾ ਔਰ ਬੰਗਾਲ ਵਿੱਚ ਅੰਗਰੇਜ਼ੀ ਸਫਲਤਾਵਾਂ ਦਾ ਪ੍ਰਭਾਵ, ਕਿ ਬੰਗਾਲ ਵਿੱਚ ਜਿਹੜੇ ਅੰਗਰੇਜ਼ ਸੀਗੇ ਉਹ ਜਿੱਤਦੇ ਜਾ ਰਹੇ ਸੀ ਔਰ ਫਰਾਂਸੀਸੀ ਜਿਹੜੇ ਹਾਰੀ ਜਾ ਰਹੇ ਸੀ। ਇਸ ਕਰਕੇ ਫਰਾਂਸੀਸੀਆਂ ਦੇ ਹਾਰ ਦੇ ਕਾਰਨ ਇਹ 5 ਕਾਰਨ ਨੇ ਜਿਹਦੇ ਕਰਕੇ ਉਹ ਹਾਰ ਗਏ ਸੀਗੇ। ਨੈਕਸਟ ਹੈਗਾ ਵਾ ਪੇਜ ਨੰਬਰ 5 ਤੇ ਪਲਾਸੀ ਦਾ ਯੁੱਧ ਔਰ ਬੰਗਾਲ ਵਿੱਚ ਬ੍ਰਿਟਿਸ਼ ਰਾਜ ਦੀ ਜਿੱਤ ਔਰ ਪਲਾਸੀ ਦਾ ਯੁੱਧ। ਪਲਾਸੀ ਦਾ ਯੁੱਧ ਨੈਕਸਟ ਪੇਜ ਤੇ ਆ, ਇੰਪੋਰਟੈਂਟ ਕੁਐਸਚਨ ਹੈ, ਵੈਰੀ ਇੰਪੋਰਟੈਂਟ। ਪੇਜ ਨੰਬਰ 6 ਤੇ, ਪੇਜ ਨੰਬਰ 6 ਤੇ ਇਹਦੇ ਵਿੱਚ ਪੇਜ ਨੰਬਰ 6 ਦੇ ਉੱਪਰ ਹੈਗਾ ਬਲੈਕ ਹੋਲ। ਬਲੈਕ ਹੋਲ ਤੋਂ ਕੀ ਭਾਵ ਹੈ? 2 ਮਾਰਕਸ ਦਾ ਕੁਐਸਚਨ ਹੈ, 5-6 ਲਾਈਨਾਂ ਵਿੱਚ ਇਹ ਤਿਆਰ ਹੋ ਜਾਂਦਾ ਵਾ। ਅੱਗੇ ਹੈਗਾ ਪਲਾਸੀ ਦਾ ਯੁੱਧ। ਪਲਾਸੀ ਦੇ ਯੁੱਧ ਦਾ ਇਸ ਤਰ੍ਹਾਂ ਵੀ ਹੁੰਦਾ ਕਿ ਪਲਾਸੀ ਦਾ ਯੁੱਧ ਕਦੋਂ ਹੋਇਆ ਜਾਂ ਉਹਦਾ ਮਹੱਤਵ ਦੱਸੋ। ਵੈਰੀ ਇੰਪੋਰਟੈਂਟ ਕੁਐਸਚਨ ਹੈ। ਪਹਿਲੇ ਅਸੀਂ ਪਲਾਸੀ ਦਾ ਯੁੱਧ ਦਾ ਥੋੜਾ ਜਿਹਾ ਵੇਰਵਾ ਪੜਾਂਗੇ, ਉਸ ਤੋਂ ਬਾਅਦ ਇਹਦਾ ਮਹੱਤਵ ਪੜਾਂਗੇ ਕਿ ਇਹਦਾ ਕੀ ਮਹੱਤਵ ਸੀਗਾ ਉਸ ਟਾਈਮ ਤੇ।
ਇਹਦੇ ਵਿੱਚ 2-4 ਲਾਈਨਾਂ ਆਪਾਂ ਉੱਪਰੋਂ ਪਹਿਲੋਂ ਲਵਾਂਗੇ। ਜਿਵੇਂ ਹੀ ਕਲਕੱਤਾ ਦੇ ਪਤਨ ਦੀ ਖਬਰ ਮਦਰਾਸ ਪਹੁੰਚੀ, ਉੱਥੋਂ ਦੇ ਅਧਿਕਾਰੀਆਂ ਨੇ ਇੱਕ ਸੈਨਾ ਜਿਹੜੀ ਉਹਨਾਂ ਨੇ ਫਰਾਂਸੀਸੀਆਂ ਦੇ ਵਿਰੁੱਧ ਯੁੱਧ ਲਈ ਗਠਿਤ ਕੀਤੀ ਸੀ, ਕਲਾਈਵ ਦੀ ਅਗਵਾਈ ਵਿੱਚ ਕਲਕੱਤੇ ਭੇਜ ਦਿੱਤੀ। ਕਲਾਈਵ ਨੂੰ ਆਪਣਾ ਕੰਮ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਕਿਹਾ ਗਿਆ, ਕਿਉਂਕਿ ਇਹ ਸੈਨਾ ਫਰਾਂਸੀਸੀਆਂ ਦੇ ਵਿਰੁੱਧ ਯੁੱਧ ਲਈ ਮਦਰਾਸ ਵਿੱਚ ਚਾਹੀਦੀ ਸੀ। ਇਹ ਸੈਨਾ 16 ਅਕਤੂਬਰ ਨੂੰ ਮਦਰਾਸ ਤੋਂ ਚੱਲੀ ਅਤੇ 14 ਦਸੰਬਰ ਬੰਗਾਲ ਪਹੁੰਚੀ। ਨਵਾਬ ਦੇ ਪ੍ਰਭਾਰੀ ਅਧਿਕਾਰੀ ਮਾਣਿਕ ਚੰਦ ਨੇ ਰਿਸ਼ਵਤ ਲੈ ਕੇ ਕਲਕੱਤਾ ਅੰਗਰੇਜ਼ਾਂ ਨੂੰ ਸੌਂਪ ਦਿੱਤਾ ਅਤੇ 1757 ਵਿੱਚ ਨਵਾਬ ਨੇ ਕਲਾਈਵ ਤੋਂ ਅਲੀਨਗਰ ਦੀ ਸੰਧੀ ਤੇ ਹਸਤਾਖਰ ਕੀਤੇ। ਇਸ ਦੇ ਅਨੁਸਾਰ ਅੰਗਰੇਜ਼ਾਂ ਨੂੰ ਵਪਾਰ ਦੇ ਪੁਰਾਣੇ ਅਧਿਕਾਰ ਮਿਲ ਗਏ, ਜਿਸ ਵਿੱਚ ਕਲਕੱਤਾ ਦੀ ਕਿਲੇਬੰਦੀ ਦੇ ਕਰਨ ਦੀ ਵੀ ਆਗਿਆ ਪ੍ਰਾਪਤ ਹੋ ਗਈ। ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਕਲਕੱਤੇ ਦੀ ਕਿਲੇਬੰਦੀ ਕੀਤੀ ਤਾਂ ਕਿ ਉਹਨੂੰ ਘੇਰਾ ਪਾ ਸਕੇ ਨਵਾਬ ਨੂੰ। ਉਹਨਾਂ ਦੀ ਹਾਨੀ ਪੂਰਤੀ ਦਾ ਵੀ ਪ੍ਰਣ ਕੀਤਾ ਗਿਆ। ਹੁਣ ਅੰਗਰੇਜ਼ ਹਮਲਾਵਰ ਦੀ ਭੂਮਿਕਾ ਵਿੱਚ ਸਨ। ਨਵਾਬ ਦੇ ਪ੍ਰਮੁੱਖ ਅਧਿਕਾਰੀ ਉਸ ਨਾਲ ਅਸੰਤੁਸ਼ਟ ਸਨ। ਕਲਾਈਵ ਨੇ ਇਸ ਦਾ ਲਾਭ ਉਠਾ ਕੇ ਇੱਕ ਸ਼ੜਯੰਤਰ ਰਚਿਆ, ਜਿਸ ਵਿੱਚ ਨਵਾਬ ਦਾ ਪ੍ਰਧਾਨ ਸੈਨਾਪਤੀ ਮੀਰ ਜਾਫਰ, ਬੰਗਾਲ ਦਾ ਇੱਕ ਪ੍ਰਭਾਵਸ਼ਾਲੀ ਸ਼ਾਹੂਕਾਰ ਜਗਤ ਸੇਠ ਰਾਏ ਦੁਰਲਭ ਅਤੇ ਅਮੀਰ ਚੰਦ ਇੱਕ ਵਿਚੋਲੀਏ ਦੇ ਰੂਪ ਵਿੱਚ ਸ਼ਾਮਲ ਹੋਏ। ਤੈਅ ਹੋਇਆ ਕਿ ਮੀਰ ਜਾਫਰ ਨੂੰ ਨਵਾਬ ਬਣਨ ਦਿੱਤਾ ਜਾਵੇ ਤੇ ਉਹ ਇਸ ਲਈ ਕੰਪਨੀ ਨੂੰ ਕਿਤਾਰਥ ਕਰੇਗਾ ਤੇ ਉਸਦੇ ਨੁਕਸਾਨ ਦੀ ਪੂਰਤੀ ਵੀ ਕਰੇਗਾ। ਉਸ ਤੋਂ ਅੱਗੇ ਆ ਗਿਆ 23 ਜੂਨ 1757 ਨੂੰ ਵਿਰੋਧੀ ਸੈਨਾਵਾਂ ਮੁਰਸ਼ਿਦਾਬਾਦ ਦੇ ਦੱਖਣ ਵਿੱਚ 22 ਮੀਲ ਦੀ ਦੂਰੀ ਤੇ ਸਥਿਤ ਪਲਾਸੀ ਪਿੰਡ ਵਿੱਚ, ਇਹ ਜਿਹੜਾ ਯੁੱਧ ਸੀ ਪਲਾਸੀ ਪਿੰਡ ਵਿੱਚ ਹੋਇਆ ਸੀ, ਅੰਬਾਂ ਦੇ ਨਿਕੁਰਸ਼ ਵਿੱਚ ਟਕਰਾਈਆਂ। ਅੰਗਰੇਜ਼ੀ ਸੈਨਾ ਵਿੱਚ 950 ਯੂਰਪੀ ਪੈਦਲ, 100 ਯੂਰਪੀ ਤੋਪਚੀ, 50 ਨਾਵਿਕ ਅਤੇ 2100 ਭਾਰਤੀ ਸੈਨਿਕ ਸਨ। ਨਵਾਬ ਦੀ 50,000 ਸੈਨਾ ਦੀ ਅਗਵਾਈ ਵਿਸ਼ਵਾਸਘਾਤੀ। ਇਹਦੇ ਵਿੱਚ ਜਿਹੜਾ ਮੀਰ ਜਾਫਰ ਸੀ ਉਹਨੇ ਨਵਾਬ ਦੇ ਨਾਲ ਵਿਸ਼ਵਾਸਘਾਤ ਕੀਤਾ ਸੀ, ਜਿਹਦੇ ਕਰਕੇ ਅੰਗਰੇਜ਼ ਜਿਹੜੇ ਸੀ ਉਹ ਜਿੱਤ ਗਏ ਸੀਗੇ। ਮੀਰ ਜਾਫਰ ਕਰ ਰਿਹਾ ਸੀ ਨਵਾਬ ਦੀ ਇੱਕ ਅਗੇੜੀ ਟੁਕੜੀ, ਜਿਸ ਦੇ ਨੇਤਾ ਮੀਰ ਮਦਾਨ ਅਤੇ ਮੋਹਨ ਲਾਲ ਸਨ, ਅੰਗਰੇਜ਼ਾਂ ਤੋਂ ਬਾਜ਼ੀ ਲੈ ਗਈ ਅਤੇ ਉਹਨਾਂ ਨੇ ਕਲਾਈਵ ਨੂੰ ਰੁੱਖਾਂ ਪਿੱਛੇ ਸ਼ਰਨ ਲੈਣ ਲਈ ਮਜਬੂਰ ਕਰ ਦਿੱਤਾ। ਅਚਾਨਕ ਇੱਕ ਗੋਲੀ ਨਾਲ ਮੀਰ ਮਦਾਨ ਮਾਰਿਆ ਗਿਆ। ਨਵਾਬ ਸਿਰਾਜੁਦੌਲਾ ਨੇ ਆਪਣੇ ਪ੍ਰਮੁੱਖ ਅਧਿਕਾਰੀਆਂ ਨਾਲ ਮਸ਼ਵਰਾ ਕੀਤਾ। ਮੀਰ ਜਾਫਰ ਨੇ ਉਸਦੇ ਪਿੱਛੇ ਹਟਣ ਲਈ ਕਿਹਾ ਅਤੇ ਇਹ ਵੀ ਕਿਹਾ ਗਿਆ ਕਿ ਸਿਰਾਜ ਨੂੰ ਸੈਨਾ ਦੀ ਅਗਵਾਈ ਜਰਨੈਲਾਂ ਦੇ ਹੱਥਾਂ 'ਚ ਛੱਡ ਕੇ ਰਣ ਖੇਤਰ ਤੋਂ ਚਲੇ ਜਾਣਾ ਚਾਹੀਦਾ ਹੈ। ਚਾਲ ਚੱਲ ਗਈ। ਸਿਰਾਜ 2000 ਘੋੜਸਵਾਰਾਂ ਸਾਹਿਤ ਮੁਰਸ਼ਿਦਾਬਾਦ ਚਲਾ ਗਿਆ। ਫਰਾਂਸੀਸੀ ਟੁਕੜੀ ਜਿਹੜੀ ਹੁਣ ਤੱਕ ਜੰਮੀ ਹੋਈ ਸੀ ਜਲਦੀ ਹਾਰ ਗਈ। ਮੀਰ ਜਾਫਰ 25 ਜੂਨ ਨੂੰ ਮੁਰਸ਼ਿਦਾਬਾਦ ਚਲਾ ਗਿਆ ਤੇ ਉਸਨੇ ਆਪਣੇ ਆਪ ਨੂੰ ਨਵਾਬ ਘੋਸ਼ਿਤ ਕਰ ਦਿੱਤਾ, ਯਾਨੀ ਕਿ ਉਹਨੇ ਸਿਰਾਜੁਦੌਲਾ ਨੂੰ ਹਰਾਉਣ ਵਿੱਚ ਜਦੋਂ ਅੰਗਰੇਜ਼ਾਂ ਦੀ ਮਦਦ ਕੀਤੀ ਤੇ ਉਹ ਖੁਦ ਉਹਦੀ ਗੱਦੀ ਤੇ ਬੈਠ ਗਿਆ। ਸਿਰਾਜ ਨੂੰ ਬੰਦੀ ਬਣਾ ਲਿਆ ਗਿਆ ਤੇ ਉਸਦੀ ਹੱਤਿਆ ਕਰ ਦਿੱਤੀ ਗਈ। ਮੀਰ ਜਾਫਰ ਨੇ ਅੰਗਰੇਜ਼ਾਂ ਨੂੰ ਉਹਨਾਂ ਦੀਆਂ ਸੇਵਾਵਾਂ ਵਾਸਤੇ 24 ਪਰਗਨਾ ਦੀ ਜ਼ਮੀਂਦਾਰੀ ਨਾਲ ਪੁਰਸਕ੍ਰਿਤ ਕੀਤਾ, ਯਾਨੀ ਕਿ ਮੀਰ ਜਾਫਰ ਨਾਲ ਪਹਿਲਾਂ ਹੀ ਅੰਗਰੇਜ਼ਾਂ ਨੇ ਵਾਅਦਾ ਕੀਤਾ ਸੀ ਕਿ ਜੇਕਰ ਤੂੰ ਨਵਾਬ ਨਾਲ ਸਾਨੂੰ ਹਰਾਉਣ ਦੀ ਵਾਸਤੇ ਮਦਦ ਕਰੇਗਾ ਤੇ ਅਸੀਂ ਤੇਰੀ ਮਦਦ ਕਰਾਂਗੇ ਨਵਾਬ ਨੂੰ ਹਰਾਉਣ ਵਿੱਚ, ਬਟ ਉਹਦੇ ਬਦਲੇ ਸਾਨੂੰ ਆਹ ਚੀਜ਼ਾਂ ਦੀ ਜਿਹੜੀ ਸਾਨੂੰ ਚਾਹੀਦੀਆਂ, ਜਿਵੇਂ ਕਿ 24 ਪਰਗਨਾ ਜ਼ਮੀਨ ਤੇ 2,34,000 ਪਾਉਂਡ ਉਹਨਾਂ ਨੂੰ ਰਾਸ਼ੀ ਦਿੱਤੀ ਜਾਣੀ ਸੀ। 50 ਲੱਖ ਰੁਪਏ ਸੈਨਾ ਤੇ ਨਾਵਕਾਂ ਨੂੰ ਇਨਾਮ ਦੇ ਰੂਪ ਵਿੱਚ ਦਿੱਤੇ ਮੀਰ ਜਾਫਰ ਨੇ, ਕਿਉਂਕਿ ਅੰਗਰੇਜ਼ਾਂ ਨੇ ਨਵਾਬ ਨਾਲ ਉਹਨੂੰ ਲੜਨ ਵਾਸਤੇ ਇੱਕ ਸਹਾਇਤਾ ਦਿੱਤੀ ਸੀ। 24 ਪਰਗਨਾ ਦੀ ਜ਼ਿੰਮੇਦਾਰੀ ਨਾਲ ਪੁਰਸਕ੍ਰਿਤ ਕੀਤਾ ਤੇ ਕਲਾਈਵ ਨੂੰ 2,34,000 ਪਾਉਂਡ ਦੀ ਨਿੱਜੀ ਰਾਸ਼ੀ ਦਿੱਤੀ। 50 ਲੱਖ ਰੁਪਏ ਸੈਨਾ ਅਤੇ ਨਾਵਕਾਂ ਨੂੰ ਇਨਾਮ ਦੇ ਰੂਪ ਵਿੱਚ ਦਿੱਤੇ। ਬੰਗਾਲ ਦੀਆਂ ਸਾਰੀਆਂ ਫਰਾਂਸੀਸੀ ਬਸਤੀਆਂ ਅੰਗਰੇਜ਼ਾਂ ਨੂੰ ਦੇ ਦਿੱਤੀਆਂ, ਯਾਨੀ ਕਿ ਫਰਾਂਸ ਪੂਰੀ ਤਰ੍ਹਾਂ ਇੱਥੋਂ ਫਰਾਂਸੀਸੀਆਂ ਨੂੰ ਖਤਮ ਕਰ ਦਿੱਤਾ ਗਿਆ ਤੇ ਉਹਦੀਆਂ ਸਾਰੀਆਂ ਬਸਤੀਆਂ ਜਿਹੜੀਆਂ ਅੰਗਰੇਜ਼ਾਂ ਦੇ ਅਧੀਨ ਆ ਗਈਆਂ। ਇਹ ਵੀ ਨਿਸ਼ਚਿਤ ਹੋਇਆ ਕਿ ਭਵਿੱਖ ਵਿੱਚ ਅੰਗਰੇਜ਼ ਪਦ ਅਧਿਕਾਰੀਆਂ ਨੂੰ ਤੇ ਵਪਾਰੀਆਂ ਨੂੰ ਨਿੱਜੀ ਵਪਾਰ ਤੇ ਕੋਈ ਚੁੰਗੀ ਨਹੀਂ ਦੇਣੀ ਪਈ। ਇਹ ਵੀ ਅੰਗਰੇਜ਼ਾਂ ਨੇ ਉਹਦੇ ਕੋਲੋਂ ਮੀਰ ਜਾਫਰ ਕੋਲੋਂ ਲਿਖਵਾਇਆ ਸੀਗਾ ਕਿ ਅਸੀਂ ਜਿੰਨਾ ਵੀ ਚਾਹੀਏ ਵਪਾਰ ਕਰੀਏ, ਉਹਦੇ ਵਿੱਚ ਸਾਨੂੰ ਟੈਕਸ ਨਹੀਂ ਅਸੀਂ ਦੇਵਾਂਗੇ। 1756 ਵਿੱਚ ਹੋਈ ਹਾਨੀ ਲਈ ਅੰਗਰੇਜ਼ਾਂ ਦੀ ਪੂਰੀ ਹਾਨੀ ਪੂਰਤੀ ਕੀਤੀ ਗਈ। ਅੱਗੇ ਆ ਗਿਆ ਪਲਾਸੀ ਦੇ ਯੁੱਧ ਦਾ ਮਹੱਤਵ, ਕਿਉਂਕਿ ਕੁਐਸਚਨ ਇਹ ਵੀ ਹੁੰਦਾ ਪਲਾਸੀ ਦੇ ਯੁੱਧ ਦਾ ਮਹੱਤਵ ਦੱਸੋ। ਮਹੱਤਵ ਵਿੱਚ ਆਪਾਂ 5-7 ਲਾਈਨਾਂ ਵਿੱਚੋਂ ਲਵਾਂਗੇ। ਪਲਾਸੀ ਦੇ ਯੁੱਧ ਦਾ ਸਾਮਰਿਕ ਮਹੱਤਵ ਕੁਝ ਨਹੀਂ ਹੈ। ਇਹ ਇੱਕ ਛੋਟੀ ਜਿਹੀ ਝੜਪ ਸੀ ਜਿਸ ਵਿੱਚ ਕੰਪਨੀ ਦੇ ਕੁੱਲ 65 ਵਿਅਕਤੀ ਅਤੇ ਨਵਾਬ ਦੇ 500 ਵਿਅਕਤੀ ਕੰਮ ਆਏ। ਅੰਗਰੇਜ਼ਾਂ ਨੇ ਕਿਸੇ ਵਿਸ਼ੇਸ਼ ਸਾਮਰਿਕ ਯੋਗਤਾ ਤੇ
ਚਤੁਰਾਈ ਦਾ ਪ੍ਰਦਰਸ਼ਨ ਨਹੀਂ ਕੀਤਾ ਨਵਾਬ ਦੇ ਸਾਥੀਆਂ ਨੇ। ਇਹਦੇ ਵਿੱਚ ਕਹਿੰਦੇ ਅੰਗਰੇਜ਼ਾਂ ਨੇ ਕੋਈ ਇੰਨੀ ਚਤੁਰਾਈ ਨਹੀਂ ਵਿਖਾਈ, ਨਾ ਹੀ ਉਹਨਾਂ ਨੇ ਕੋਈ ਉਹਨਾਂ ਨੂੰ ਯੁੱਧ ਲੜਨ ਦੀ ਜ਼ਰੂਰਤ ਪਈ। ਇਹਦੇ ਵਿੱਚ ਖੁਦ ਹੀ ਜਿਹੜਾ ਨਵਾਬ ਸੀ ਉਹਦੇ ਜਿਹੜੇ ਜਿਸ ਤਰ੍ਹਾਂ ਮੀਰ ਜਾਫਰ ਸੀ ਉਹਦੀ ਸੈਨਾ ਨੇ ਉਹਦੇ ਨਾਲ ਧੋਖਾ ਕੀਤਾ ਸੀ, ਜਿਹਦੇ ਕਰਕੇ ਅੰਗਰੇਜ਼ ਜਿਹੜੇ ਸੀ ਉਹ ਜਿੱਤ ਗਏ ਸੀ। ਨਵਾਬ ਦੇ ਸਾਥੀਆਂ ਨੇ ਵਿਸ਼ਵਾਸਘਾਤ ਕੀਤਾ। ਮੀਰ ਮਦਾਨ ਦੇ ਵੀਰਗਤੀ ਨੂੰ ਪ੍ਰਾਪਤ ਹੋਣ ਤੋਂ ਬਾਅਦ ਵਿਸ਼ਵਾਸਘਾਤੀਆਂ ਦਾ ਹੀ ਬੋਲਬਾਲਾ ਸੀ। ਜੇਕਰ ਮੀਰ ਜਾਫਰ ਅਤੇ ਰਾਏ ਦੁਰਲਭ ਰਾਜ ਭਗਤ ਰਹਿੰਦੇ ਤਾਂ ਯੁੱਧ ਦਾ ਨਤੀਜਾ ਕੁਝ ਹੋਰ ਹੁੰਦਾ। ਯਾਨੀ ਕਿ ਜੇਕਰ ਮੀਰ ਜਾਫਰ ਤੇ ਰਾਏ ਦੁਰਲਭ ਉਹਦੇ ਨਾਲ ਵਿਸ਼ਵਾਸਘਾਤ ਨਾ ਕਰਦੇ ਤੇ ਸ਼ਾਇਦ ਇਹ ਯੁੱਧ ਜਿਹੜਾ ਸੀ ਉਹ ਨਵਾਬ ਨੇ ਜਿੱਤਣਾ ਸੀਗਾ। ਸ਼ਾਇਦ ਕੂਟਨੀਤੀ ਵਿੱਚ ਕਲਾਈਵ ਦਕਸ਼ ਸੀ। ਉਸਨੇ ਜਗਤਸ਼ੇਰ ਨੂੰ ਡਰਾਇਆ, ਮੀਰ ਜਾਫਰ ਦੀਆਂ ਇੱਛਾਵਾਂ ਨੂੰ ਜਗਾਇਆ ਤੇ ਬਿਨਾਂ ਲੜੇ ਹੀ ਯੁੱਧ ਜਿੱਤ ਲਿਆ। ਨੈਕਸਟ ਪੈਰਾਗ੍ਰਾਫ ਹੈ ਪਲਾਸੀ ਦਾ ਯੁੱਧ ਉਸ ਤੋਂ ਬਾਅਦ ਹੋਣ ਵਾਲੀਆਂ ਘਟਨਾਵਾਂ ਦੇ ਕਾਰਨ ਹੀ ਮਹੱਤਵਪੂਰਨ ਹੈ, ਕਿਉਂਕਿ ਅੰਗਰੇਜ਼ਾਂ ਦੇ ਵਿੱਚ ਹਿੰਮਤ ਵੱਧ ਗਈ ਸੀ ਨਾ ਜਦੋਂ ਉਹਨਾਂ ਨੇ ਪਲਾਸੀ ਦਾ ਯੁੱਧ ਜਿੱਤ ਲਿਆ। ਭਾਵੇਂ ਉਹ ਛੋਟਾ ਜਿਹਾ ਇੱਕ ਝੜਪ ਸੀ, ਬਟ ਉਹਨਾਂ ਨੂੰ ਇਹ ਬੁਰੀ ਤਰ੍ਹਾਂ ਵਿਸ਼ਵਾਸ ਹੋ ਗਿਆ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਆਪਣੀ ਕੂਟਨੀਤੀ ਨਾਲ ਇਹਨਾਂ ਨੂੰ ਆਪਸ ਵਿੱਚ ਭਾਰਤੀਆਂ ਨੂੰ ਲੜਾ ਕੇ ਅਸੀਂ ਜਿੱਤ ਸਕਦੇ। ਉਹਨਾਂ ਦੀ ਹਿੰਮਤ ਜਿਹੜੀ ਸੀ ਹੋਰ ਵੱਧ ਗਈ। ਬੰਗਾਲ ਅੰਗਰੇਜ਼ਾਂ ਦੇ ਅਧੀਨ ਹੋ ਗਿਆ ਤੇ ਫਿਰ ਸੁਤੰਤਰ ਨਹੀਂ ਹੋ ਸਕਿਆ। ਨਵਾਬ ਮੀਰ ਜਾਫਰ ਆਪਣੀ ਰੱਖਿਆ ਤੇ ਪਦ ਦੇ ਲਈ ਅੰਗਰੇਜ਼ਾਂ ਤੇ ਨਿਰਭਰ ਸੀ। ਉਹਨਾਂ ਨੇ 6000 ਸੈਨਾ ਉਸ ਦੀ ਰੱਖਿਆ ਲਈ ਬੰਗਾਲ ਵਿੱਚ ਸਥਿਤ ਸੀ। ਹੌਲੀ ਹੌਲੀ ਸਾਰੀ ਤਾਕਤ ਕੰਪਨੀ ਦੇ ਹੱਥਾਂ ਵਿੱਚ ਚਲੀ ਗਈ ਤੇ ਉਸ ਦੀ ਅਸਮਰੱਥਾ ਦਾ ਅਨੁਮਾਨ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਉਹ ਦੀਵਾਨ ਰਾਏ ਦੁਰਲਭ ਅਤੇ ਰਾਮ ਨਾਰਾਇਣ ਉਹਨਾਂ ਦੇ ਵਿਸ਼ਵਾਸਘਾਤ ਲਈ ਸਜ਼ਾ ਦੇਣਾ ਚਾਹੁੰਦਾ ਸੀ, ਪਰੰਤੂ ਕੰਪਨੀ ਨੇ ਉਸ ਨੂੰ ਰੋਕ ਦਿੱਤਾ। ਅੰਗਰੇਜ਼ ਰੈਜ਼ੀਡੈਂਸ ਵਾਰਸ ਦਾ ਵਿਸ਼ੇਸ਼ ਪ੍ਰਭਾਵ ਤੇ ਮੁਸਲਿਮ ਇਤਿਹਾਸਕਾਰ ਗੁਲਾਮ ਹੁਸੈਨ ਇਹ ਵਾਲੀਆਂ ਲਾਈਨਾਂ ਨਹੀਂ ਆਪਾਂ ਕਰਾਂਗੇ, ਬਸ ਉੱਥੋਂ ਤੱਕ ਠੀਕ ਹੈ। ਨੈਕਸਟ ਪੈਰਾਗ੍ਰਾਫ ਤੇ ਆ ਜਾਵਾਂਗੇ। ਪਲਾਸੀ ਦੇ ਯੁੱਧ ਤੇ ਉਸ ਤੋਂ ਬਾਅਦ ਹੋਣ ਵਾਲੀ ਲੁੱਟ ਨੇ ਅੰਗਰੇਜ਼ਾਂ ਨੂੰ ਅਨੰਤ ਹੁੰਦਾ ਬੇਸ਼ੁਮਾਰ ਸਾਧਨਾਂ ਦਾ ਸਵਾਮੀ ਬਣਾ ਦਿੱਤਾ। ਪਹਿਲੀ ਕਿਸ਼ਤ ਜੋ ਅੰਗਰੇਜ਼ਾਂ ਨੂੰ ਮਿਲੀ ਉਹ ਹੈਗੀ ਸੀ 8 ਲੱਖ ਪਾਉਂਡ ਚਾਂਦੀ ਦੇ ਸਿੱਕਿਆਂ ਦੇ ਰੂਪ ਵਿੱਚ ਸੀ। ਮੈਕਾਲੇ ਦੇ ਅਨੁਸਾਰ ਇਹ ਧਨ ਕਲਕੱਤਾ ਵਿੱਚ 100 ਤੋਂ ਜ਼ਿਆਦਾ ਕਿਸ਼ਤੀਆਂ ਵਿੱਚ ਭਰ ਕੇ ਲਿਆਂਦਾ ਗਿਆ। ਬੰਗਾਲ ਵਿੱਚ ਉਸ ਸਮੇਂ ਭਾਰਤ ਦਾ ਸਭ ਤੋਂ ਅਮੀਰ ਪ੍ਰਾਂਤ ਸੀ ਅਤੇ ਉਦਯੋਗ ਅਤੇ ਵਪਾਰ ਵਿੱਚ ਸਭ ਤੋਂ ਅੱਗੇ ਸੀ। ਯਾਨੀ ਕਿ ਇਸ ਲੜਾਈ ਦੇ ਵਿੱਚ ਅੰਗਰੇਜ਼ਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਇਹ ਹੋਇਆ ਕਿ ਉਹਨਾਂ ਨੂੰ ਨਕਦ ਰਾਸ਼ੀਆਂ ਜਿਹੜੀਆਂ ਸੀ ਉਹ ਮੀਰ ਜਾਫਰ ਵੱਲੋਂ ਮਿਲੀਆਂ, ਜਿਹੜੀਆਂ ਕਿ ਉਹ ਚਾਂਦੀ ਦੇ ਰੂਪ ਤੇ ਸੋਨੇ ਦੇ ਰੂਪ ਵਿੱਚ ਸੀ, ਜਿਨ੍ਹਾਂ ਨੂੰ ਉਹ ਆਪਣੇ ਦੇਸ਼ ਲੈ ਗਏ ਸੀਗੇ। ਇੱਥੇ ਦੀਆਂ ਬਣੀਆਂ ਚੀਜ਼ਾਂ ਭਾਰਤ ਦੇ ਦੂਰ ਪ੍ਰਦੇਸ਼ਾਂ ਵਿੱਚ ਵਿਕਦੀਆਂ ਸਨ। ਬੰਗਾਲ ਦੇ ਇਸ ਅਨੰਤ ਧਨ ਦੀ ਮਦਦ ਨਾਲ ਹੀ ਅੰਗਰੇਜ਼ਾਂ ਨੇ ਦੱਖਣ ਜਿੱਤ ਲਿਆ ਤੇ ਉੱਤਰੀ ਭਾਰਤ ਨੂੰ ਵੀ ਪ੍ਰਭਾਵ ਵਿੱਚ ਲੈ ਲਿਆ। ਨੈਕਸਟ ਪੈਰਾਗ੍ਰਾਫ ਹੈਗਾ ਵਾ ਕੰਪਨੀ ਦੀ ਸਥਿਤੀ ਦਾ ਵੀ ਕਾਇਆਕਲਪ ਹੋ ਗਿਆ। ਪਹਿਲਾਂ ਉਹ ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ ਵਿੱਚੋਂ ਇੱਕ ਸੀ ਜਿਸ ਨੇ ਨਵਾਬ ਦੇ ਅਧਿਕਾਰੀਆਂ ਨੂੰ ਧਨ ਦੇਣਾ ਪੈਂਦਾ ਸੀ। ਹੁਣ ਉਸਦਾ ਬੰਗਾਲ ਦੇ ਵਪਾਰ ਤੇ ਏਕਾਧਿਕਾਰ ਹੋ ਗਿਆ। ਯਾਨੀ ਕਿ ਜਦੋਂ ਪਹਿਲੇ ਕੰਪਨੀ ਵਪਾਰ ਕਰਦੀ ਸੀ ਉਹਦੇ ਵਿੱਚ ਉਹਨੂੰ ਥੋੜਾ ਜਿਹਾ ਹਿੱਸਾ ਜਿਹੜਾ ਨਵਾਬ ਨੂੰ ਪੇਸ਼ ਕਰਨਾ ਪੈਂਦਾ ਸੀ, ਬਟ ਜਦੋਂ ਨਵਾਬ ਹਾਰ ਗਿਆ ਮੀਰ ਜਾਫਰ ਕੋਲ ਉਹਨਾਂ ਪਹਿਲੇ ਹੀ ਲਿਖਵਾ ਲਿਆ ਸੀ ਕਿ ਸਾਡਾ ਜਿਹੜਾ ਵਪਾਰ ਸਿਰਫ ਸਾਡਾ ਹੀ ਹੋਊਗਾ, ਅਸੀਂ ਉਹਦੇ ਉੱਤੇ ਸਾਡਾ ਏਕਾਧਿਕਾਰ ਹੋਊਗਾ ਔਰ ਉਹਦੇ ਵਾਸਤੇ ਅਸੀਂ ਟੈਕਸ ਨਹੀਂ ਦੇਵਾਂਗੇ। ਫਰਾਂਸ ਨੂੰ ਦੁਬਾਰਾ ਆਪਣੀ ਖੋਈ ਹੋਈ ਸਥਿਤੀ ਪਾਉਣ ਦਾ ਮੌਕਾ ਨਹੀਂ ਮਿਲਿਆ। ਯਾਨੀ ਕਿ ਫਰਾਂਸ ਜਿਹੜਾ ਪੂਰੀ ਤਰ੍ਹਾਂ ਫਰਾਂਸ ਦੀਆਂ ਕੰਪਨੀਆਂ ਇੱਥੋਂ ਖਤਮ ਹੋ ਗਈਆਂ। ਡੱਚਾਂ ਨੇ 1759 ਈਸਵੀ ਵਿੱਚ ਇੱਕ ਕੋਸ਼ਿਸ਼ ਕੀਤੀ, ਮੂੰਹ ਦਿਖਾਈ ਅੰਗਰੇਜ਼ ਵਪਾਰ ਦੇ ਏਕਾਧਿਕਾਰ ਤੋਂ ਰਾਜਨੀਤਿਕ ਏਕਾਧਿਕਾਰ ਵੱਲ ਵਧੇ। ਭਾਰਤ ਦੇ ਭਾਗ ਵਿੱਚ ਪਲਾਸੀ ਦੇ ਯੁੱਧ ਦਾ ਬਹੁਤ ਪ੍ਰਭਾਵ ਪਿਆ। ਬਸ ਇੰਨਾ ਹੀ ਇੱਥੋਂ ਤੱਕ ਹੀ ਕਰਾਂਗੇ ਕਿ ਪੂਰੀ ਤਰ੍ਹਾਂ ਅੰਗਰੇਜ਼ ਜਿਹੜੇ ਸੀ ਉਹਨਾਂ ਦਾ ਵਪਾਰ ਉੱਤੇ ਉਹਨਾਂ ਦੀ ਪੂਰੀ ਤਰ੍ਹਾਂ ਕੰਟਰੋਲ ਹੋ ਗਿਆ। ਇਹ ਹੈਗਾ ਸੀ ਪਲਾਸੀ ਦਾ ਯੁੱਧ, ਵੈਰੀ ਵੈਰੀ ਇੰਪੋਰਟੈਂਟ ਆ। ਅੱਗੇ ਇੱਕ ਕੁਐਸਚਨ ਹੈਗਾ ਮੀਰ ਜਾਫਰ ਅਤੇ ਮੀਰ ਕਾਸਮ, ਇਹਨਾਂ ਬਾਰੇ ਥੋੜਾ ਜਿਹਾ ਪੜਾਂਗੇ। ਮੀਰ ਜਾਫਰ ਦਾ ਤੇ ਵੈਸੇ ਅਸੀਂ ਪਿੱਛੇ ਪੜ੍ਹ ਲਿਆ ਹੈ ਕਿ ਮੀਰ ਜਾਫਰ ਜਿਹੜਾ ਸੀ ਸਰਾਜੁਦੌਲਾ ਦਾ ਸੈਨਾਪਤੀ ਸੀ, ਜਿਨ੍ਹਾਂ ਕਿ ਅੰਗਰੇਜ਼ਾਂ ਦੀ ਮਦਦ ਦੇ ਨਾਲ ਸਰਾਜੁਦੀਨ ਨੂੰ ਹਰਾ ਕੇ ਖੁਦ ਉਸ ਗੱਦੀ ਉੱਤੇ ਬੈਠ ਗਿਆ ਸੀ ਅਤੇ ਉਹਦੇ ਬਦਲੇ ਉਹਨੇ ਅੰਗਰੇਜ਼ਾਂ ਨੂੰ 24 ਪਰਗਨਾ ਜ਼ਮੀਨ 2,03,000 ਪਾਉਂਡ ਦੀ ਨਿੱਜੀ ਰਾਸ਼ੀ ਦਿੱਤੀ ਸੀ। 50 ਲੱਖ ਰੁਪਏ ਜਿਹੜੇ ਸੀ ਉਹਦੀ ਸੈਨਾ ਨੂੰ ਇਨਾਮ ਦੇ ਤੌਰ ਤੇ ਦਿੱਤੇ ਸੀ। ਇਹਦੇ ਵਿੱਚ ਵੀ ਆਪਾਂ ਪੜ੍ਹ ਲਾਂਗੇ ਪੇਜ ਨੰਬਰ 8, ਥੋੜਾ ਜਿਹਾ ਪੜਾਂਗੇ 2-4 ਲਾਈਨਾਂ। 30 ਜੂਨ 1757 ਈਸਵੀ ਨੂੰ ਕਲਾਈਵ ਨੇ ਮੁਰਸ਼ਿਦਾਬਾਦ ਵਿੱਚ ਮੀਰ ਜਾਫਰ ਨੂੰ ਬੰਗਾਲ ਨਵਾਬ ਦੇ ਪਦ ਤੇ ਅਸੀਨ ਕਰਵਾਇਆ। ਅਸੀਨ ਮਤਲਬ ਬਿਠਾਇਆ। ਇਸੇ ਸਮੇਂ ਤੋਂ ਬੰਗਾਲ ਵਿੱਚ ਕੰਪਨੀ ਦੇ ਨਿਰਮਾਤਾ ਦੀ ਸ਼ੁਰੂਆਤ ਕੀਤੀ ਗਈ। ਬੰਗਾਲ ਦੀ ਨਵਾਬੀ ਪ੍ਰਾਪਤ ਕਰਨ ਕਾਰਨ ਮੀਰ ਜਾਫਰ ਨੇ ਕੰਪਨੀ ਨੂੰ 24 ਪਰਗਨਾ ਦੀ ਜ਼ਮੀਨਦਾਰੀ ਦੇ ਰੂਪ ਵਿੱਚ ਦੇ ਦਿੱਤੀ। ਮੀਰ ਜਾਫਰ ਨੇ ਅੰਗਰੇਜ਼ਾਂ ਨੂੰ ਉਹਨਾਂ ਦੀ ਸੇਵਾ ਬਦਲੇ ਢੇਰ ਸਾਰੇ ਪੁਰਸਕਾਰ ਦਿੱਤੇ ਅਤੇ ਕਲਾਈਵ ਨੂੰ 2,34,000 ਪਾਉਂਡ ਦੀ ਵਿਅਕਤੀਗਤ ਭੇਂਟ ਦਿੱਤੀ, ਯਾਨੀ ਕਿ ਪਰਸਨਲ ਰਾਸ਼ੀ ਦਿੱਤੀ। 50 ਲੱਖ ਰੁਪਏ ਸੈਨਾ ਅਤੇ ਨਾਵਕਾਂ ਨੂੰ ਪੁਰਸਕਾਰ ਦੇ ਰੂਪ ਵਿੱਚ ਦਿੱਤੇ। ਔਰ ਨਾਲ ਹੀ ਅਸੀਂ
ਇਹ ਲਾਈਨ ਐਡ ਕਰ ਦੇਣੀ ਕਿ ਇਹ ਉਹਨੇ ਤਾਂ ਦਿੱਤੇ ਸੀ ਕਿਉਂਕਿ ਉਹਨੇ ਸਿਰਾਜੁद्दौला ਨੂੰ ਹਰਾਉਣ ਵਿੱਚ ਅੰਗਰੇਜ਼ਾਂ ਨੇ ਮੀਰ ਜਾਫਰ ਦੀ ਮਦਦ ਕੀਤੀ ਸੀ। ਨੈਕਸਟ ਆ ਜਾਓ ਮੀਰ ਕਾਸਮ। ਮੀਰ ਕਾਸਮ ਵੀ ਇੱਕ ਵਿਸ਼ਵਾਸਘਾਤੀ ਸੀਗਾ। ਉਹਨੇ ਵੀ ਆਪਣੇ ਨਵਾਬ ਦੇ ਨਾਲ ਵਿਸ਼ਵਾਸਘਾਤ ਕੀਤਾ ਸੀਗਾ। ਮੀਰ ਕਾਸਮ ਅਲੀਵਰਦੀ ਦੇ ਉੱਤਰਾਧਿਕਾਰੀਆਂ ਵਿੱਚ ਸਰਵਾਧਿਕ ਯੋਗ ਸੀ। ਰਾਜ ਮਿਲਣ ਦੇ ਬਾਅਦ ਉਸਨੂੰ ਮੁਗਲ ਸਮਰਾਟ ਸ਼ਾਹ ਆਲਮ ਦੁਆਰਾ ਬਿਹਾਰ ਉੱਤੇ ਹਮਲੇ ਦਾ ਸਾਹਮਣਾ ਕਰਨਾ ਪਿਆ। ਕੰਪਨੀ ਦੀ ਸੈਨਾ ਨੇ ਸਮਰਾਟ ਨੂੰ ਹਰਾ ਕੇ ਉਸਦੀ ਹਾਲਤ ਨੂੰ ਤਰਸਯੋਗ ਬਣਾ ਦਿੱਤਾ। ਨਵਾਬੀ ਪਾਉਣ ਤੋਂ ਬਾਅਦ ਮੀਰ ਕਾਸਮ ਨੇ ਬੈਸਾਟ ਨੂੰ 5 ਲੱਖ, ਹਾਲਵੈਲ ਨੂੰ 2 ਲੱਖ ਤੇ 70,000 ਅਤੇ ਕਰਨਲ ਕੇਰਲਾਡ ਨੂੰ 4 ਲੱਖ ਰੁਪਏ ਉਪਹਾਰ ਵਜੋਂ ਦਿੱਤੇ। ਕੰਪਨੀ ਅਤੇ ਉਸ ਦੇ ਅਧਿਕਾਰੀਆਂ ਨੂੰ ਭਰਪੂਰ ਮਾਤਰਾ ਵਿੱਚ ਧਨ ਦੇ ਕੇ ਮੀਰ ਕਾਸਮ ਨੇ ਅੰਗਰੇਜ਼ਾਂ ਦੇ ਹਸਤਪੇਖ ਤੋਂ ਬਚਣ ਲਈ ਜਲਦੀ ਹੀ ਆਪਣੀ ਰਾਜਧਾਨੀ ਨੂੰ ਮੁਸ਼ਤਾਬਾਦ ਤੋਂ ਮੁੰਗੇਰ ਹਸਤਾਂਤਰਿਤ ਕਰ ਲਿਆ। ਯਾਨੀ ਕਿ ਉਹ ਚਾਹੁੰਦਾ ਨਹੀਂ ਸੀ ਕਿ ਅੰਗਰੇਜ਼ ਹੁਣ ਉਹਦੀ ਕਿਸੇ ਵੀ ਕੰਮ ਵਿੱਚ ਜਾਂ ਪ੍ਰਸ਼ਾਸਨ ਵਿੱਚ ਦਖਲਅੰਦਾਜ਼ੀ ਕਰਨ। ਇਸ ਕਰਕੇ ਉਹਨੇ ਜਿਹੜੀ ਰਾਜਧਾਨੀ ਸੀ ਉਹ ਹੀ ਚੇਂਜ ਕਰ ਲਈ। ਮੁਰਸ਼ਿਦਾਬਾਦ ਦੀ ਉਹਦੀ ਪਹਿਲੋਂ ਰਾਜਧਾਨੀ ਸੀ, ਉਸ ਤੋਂ ਬਾਅਦ ਉਹਨੇ ਆਪਣੀ ਮੁੰਗੇਰ ਰਾਜਧਾਨੀ ਬਣਾ ਲਿਆ। ਮੀਰ ਕਾਸਮ ਨੇ ਰਾਜਸੀ ਪ੍ਰਸ਼ਾਸਨ ਵਿੱਚ ਵਿਆਪਤ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਅਤੇ ਆਮਦਨੀ ਵਧਾਉਣ ਲਈ ਕਈ ਉਪਾਅ ਅਪਣਾਏ, ਜਿਸ ਵਿੱਚ ਉਹ ਪ੍ਰਮੁੱਖ ਸਨ। ਜ਼ਿਆਦਾ ਧਨ ਵਾਲਿਆਂ ਦੇ ਧਨ ਜ਼ਬਤ ਕਰਨਾ, ਸਰਕਾਰੀ ਖਰਚ ਵਿੱਚ ਕਟੌਤੀ, ਕਰਮਚਾਰੀਆਂ ਦੀ ਛੰਟਣੀ, ਨਵੇਂ ਜ਼ਿਮੀਂਦਾਰਾਂ ਤੋਂ ਬਕਾਇਆ ਧਨ ਰਾਸ਼ੀ ਵਸੂਲ ਕਰਨੀ। ਮੀਰ ਕਾਸਮ ਨੇ ਬਿਹਾਰ ਅਤੇ ਨਾਇਬ ਸੂਬੇਦਾਰ ਰਾਮ ਨਾਰਾਇਣ ਨੂੰ ਉਸਦੇ ਪਦ ਤੋਂ ਬਰਖਾਸਤ ਕਰਕੇ ਉਸ ਦੀ ਹੱਤਿਆ ਕਰਵਾ ਦਿੱਤੀ ਕਿਉਂਕਿ ਉਹ ਬਿਹਾਰ ਦੀ ਆਮਦਨੀ ਅਤੇ ਖਰਚ ਦਾ ਬਿਊਰਾ ਦੇਣ ਨੂੰ ਤਿਆਰ ਨਹੀਂ ਸੀ। ਸੈਨਿਕ ਵਿਵਸਥਾ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਮੀਰ ਕਾਸਮ ਨੇ ਆਪਣੇ ਸੈਨਿਕਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਤੇ ਨਾਲ ਹੀ ਉਹਨਾਂ ਨੂੰ ਯੂਰਪੀ ਢੰਗ ਨਾਲ ਸਿੱਖਿਆ ਦਿਲਵਾਈ। ਬਸ ਇੱਥੋਂ ਤੱਕ ਹੀ ਆਪਾਂ ਕਰਾਂਗੇ ਕਿਉਂਕਿ ਇਹਦਾ ਦੋਨਾਂ ਨੂੰ ਮਿਲਾ ਕੇ ਵੀ 10 ਮਾਰਕਸ ਦਾ ਬਣ ਜਾਂਦਾ। ਅਦਰਵਾਈਜ਼ ਜੇਕਰ ਇਕੱਲੇ ਹੋਣਗੇ ਤੇ 2 ਮਾਰਕਸ ਦੇ ਵੀ ਆ ਸਕਦੇ ਆ। ਨੈਕਸਟ ਆ ਗਿਆ ਪੇਜ ਨੰਬਰ 9। ਵੈਰੀ ਇੰਪੋਰਟੈਂਟ ਕੁਐਸਚਨ ਹੈ ਵੀ ਕਲਾਈ ਦਾ ਦੂਜਾ ਸੈਸ਼ਨ, ਜਾਂ ਇਸ ਤਰ੍ਹਾਂ ਕੁਐਸਚਨ ਹੁੰਦਾ ਕਲਾਈ ਦੀ ਦੋਹਰੀ ਨੀਤੀ ਬਾਰੇ ਦੱਸੋ। ਦੋਹਰੀ ਨੀਤੀ ਦਾ ਮਤਲਬ ਹੁੰਦਾ ਵਾ ਕਿ ਕਿਸੇ ਰਾਜ ਦੇ ਉੱਤੇ 2 ਜਾਣਿਆਂ ਦਾ ਅਧਿਕਾਰ, ਯਾਨੀ ਕਿ ਪ੍ਰਸ਼ਾਸਨਿਕ ਅਧਿਕਾਰ ਜਿਹੜਾ ਸੀ ਉਹ ਨਵਾਬ ਦਾ ਸੀ ਔਰ ਜਿਹੜੀ ਸੱਤਾ ਸੀਗੀ, ਜਿਹੜੀ ਸ਼ਕਤੀ ਸੀ ਉਹ ਅੰਗਰੇਜ਼ਾਂ ਦੇ ਹੱਥ ਵਿੱਚ, ਕਲਾਈ ਦੇ ਹੱਥ ਵਿੱਚ ਸੀਗੀ। ਇਹਦੇ ਵਿੱਚੋਂ ਵੀ ਆਪਾਂ ਲਾਈਨਾਂ ਪੜਾਂਗੇ। ਬੰਗਾਲ ਦੀ ਵਿਵਸਥਾ, ਦੋਹਰੀ ਪ੍ਰਣਾਲੀ। ਕਲਾਈਵ ਨੇ ਬੰਗਾਲ ਦੀ ਉਲਝਣ ਨੂੰ ਕੁਖਿਆਤ ਦੋਹਰੀ ਪ੍ਰਣਾਲੀ ਨਾਲ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਇਸ ਵਿੱਚ ਅਸਲੀ ਸ਼ਕਤੀ ਤਾਂ ਕੰਪਨੀ ਕੋਲ ਸੀ ਪਰ ਪ੍ਰਸ਼ਾਸਨ ਦਾ ਭਾਰ ਜਿਹੜਾ ਨਵਾਬ ਦੇ ਮੋਢਿਆਂ ਤੇ ਸੀ। ਮੁਗਲ ਸਾਮਰਾਜ ਦੇ ਸਵਰਨ ਕਾਲ ਤੋਂ ਹੀ ਪ੍ਰਾਂਤਾਂ ਵਿੱਚ 2 ਮੁੱਖ ਅਧਿਕਾਰੀ ਹੁੰਦੇ ਸਨ, ਸੂਬੇਦਾਰ ਅਤੇ ਦੀਵਾਨ। ਸੂਬੇਦਾਰ ਦਾ ਕੰਮ ਨਿਜ਼ਾਮਤ ਅਰਥਾਤ ਸੈਨਿਕ ਸੰਰਕਸ਼ਣ, ਪੁਲਿਸ ਅਤੇ ਫੌਜਦਾਰੀ ਕਾਨੂੰਨ ਲਾਗੂ ਕਰਨਾ ਅਤੇ ਦੀਵਾਨ ਦਾ ਕੰਮ ਕਰ ਵਿਵਸਥਾ ਦੀ ਦੀਵਾਨੀ ਕਾਨੂੰਨ ਲਾਗੂ ਕਰਨਾ ਸੀ। ਇਹ ਦੋਵੇਂ ਅਧਿਕਾਰੀ ਇੱਕ ਦੂਜੇ ਤੇ ਨਿਯੰਤਰਣ ਦਾ ਕੰਮ ਵੀ ਕਰਦੇ ਸੀ ਅਤੇ ਸਿੱਧੇ ਕੇਂਦਰੀ ਸਰਕਾਰ ਦੇ ਪ੍ਰਤੀ ਉੱਤਰਦਾਈ ਸਨ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗਲ ਸੱਤਾ ਕਮਜ਼ੋਰ ਹੋ ਗਈ ਅਤੇ ਬੰਗਾਲ ਦੇ ਨਵਾਬ ਮੁਰਸ਼ਿਦ ਕੁਲੀ ਖਾਨ ਦੀਵਾਨੀ ਅਤੇ ਨਿਜ਼ਾਮਤ ਦੋਵੇਂ ਕੰਮ ਕਰਦਾ ਸੀ। ਯਾਨੀ ਕਿ ਪਹਿਲੋਂ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜਿਹੜਾ ਨਵਾਬ ਸੀ ਨਾ ਉਹ ਹੀ ਦੋਵੇਂ ਕੰਮ ਕਰਦਾ ਸੀ। ਦੋਵੇਂ ਤਰ੍ਹਾਂ ਦੇ ਮੁਕੱਦਮਿਆਂ ਦੀ ਸੁਣਵਾਈ ਉਹੀ ਕਰਦਾ ਸੀ, ਜਿਵੇਂ ਕਿ ਸੂਬੇਦਾਰੀ ਮੁਕੱਦਮੇ ਤੇ ਦੀਵਾਨੀ ਮੁਕੱਦਮੇ। 12 ਅਗਸਤ 1756 ਦੇ ਫਰਮਾਨ ਅਨੁਸਾਰ ਆਲਮ ਨੇ 26 ਲੱਖ ਰੁਪਏ ਸਾਲਾਨਾ ਦੇ ਬਦਲੇ ਦੀਵਾਨੀ ਦਾ ਭਾਰ ਕੰਪਨੀ ਨੂੰ ਸੌਂਪ ਦਿੱਤਾ ਔਰ ਕੰਪਨੀ ਨੂੰ 53 ਲੱਖ ਰੁਪਏ ਨਿਜ਼ਾਮਤ ਦੇ ਕੰਮ ਵਾਸਤੇ ਵੀ ਦੇਣੇ ਸਨ। ਫਰਵਰੀ 1756 ਈਸਵੀ ਵਿੱਚ ਆਪਣੇ ਪਿਤਾ ਮੀਰ ਜਾਫਰ ਦੀ ਮੌਤ ਤੇ ਨਿਜ਼ਾਮੁद्दौला ਨੂੰ ਨਵਾਬ ਬਣਾਉਣ ਦੀ ਆਗਿਆ ਦੇ ਦਿੱਤੀ ਗਈ, ਪਰੰਤੂ ਸ਼ਰਤ ਇਹ ਸੀ ਕਿ ਨਿਜ਼ਾਮਤ ਦੇ ਲਗਭਗ ਸਾਰੇ ਕੰਮ ਦਾ ਭਾਰ ਅਰਥਾਤ ਸੈਨਿਕ ਸੰਰਕਸ਼ਣ ਅਤੇ ਵਿਦੇਸ਼ੀ ਮਾਮਲੇ ਪੂਰੀ ਤਰ੍ਹਾਂ ਕੰਪਨੀ ਦੇ ਹੱਥਾਂ ਵਿੱਚ ਅਤੇ ਦੀਵਾਨੀ ਮਾਮਲੇ ਡਿਪਟੀ ਸੂਬੇਦਾਰ ਜਿਨ੍ਹਾਂ ਨੂੰ ਕੰਪਨੀ ਮਨੋਨੀਤ ਕਰੇਗੀ, ਜਿਸ ਨੂੰ ਕੰਪਨੀ ਦੀ ਆਗਿਆ ਤੋਂ ਬਿਨਾਂ ਹਟਾਇਆ ਨਹੀਂ ਜਾਵੇਗਾ। ਇਸ ਤਰ੍ਹਾਂ ਕੰਪਨੀ ਨੂੰ ਮੁਗਲ ਸਮਰਾਟ ਤੋਂ ਦੀਵਾਨੀ ਅਤੇ ਬੰਗਾਲ ਦੇ ਸੂਬੇਦਾਰ ਤੋਂ ਨਿਜ਼ਾਮਤ ਦੇ ਕੰਮ ਦਾ ਭਾਰ ਮਿਲ ਗਿਆ। ਇਹਦੇ ਵਿੱਚ ਜਿਹੜਾ 9 ਪੇਜ ਤੇ ਹੈਗਾ ਨਾ ਕਲਾਈਵ ਦੀ ਦੋਹਰੀ ਪ੍ਰਣਾਲੀ ਦਾ ਮਤਲਬ ਕੀ ਸੀ, ਉਹਦੇ ਵਿੱਚ ਪੁਆਇੰਟ ਦਿੱਤੇ ਹੋਏ ਆ ਕਿ ਕਲਾਈਵ ਸਮਝਦਾ ਸੀ ਕਿ ਸਾਰੀ ਸ਼ਕਤੀ ਕੰਪਨੀ ਕੋਲ ਹੈ ਤੇ ਨਵਾਬ ਕੋਲ ਸੱਤਾ ਹੀ ਕੇਵਲ ਸ਼ਾਨ ਹੀ ਹੈ। ਯਾਨੀ ਕਿ ਅਸਲੀ ਸ਼ਕਤੀ ਜਿਹੜੀ ਸੀ ਉਹ ਕੰਪਨੀ ਨੇ ਆਪਣੇ ਹੱਥ ਵਿੱਚ ਰੱਖ ਲਈ ਔਰ ਨਵਾਬ ਨੂੰ ਜ਼ਿੰਮੇਦਾਰੀਆਂ ਜ਼ਿਆਦਾ ਦੇ ਦਿੱਤੀਆਂ ਸੀਗੀਆਂ। ਉਹਦੇ ਵਿੱਚ ਪੁਆਇੰਟ ਹੈਗੇ ਆ ਨੰਬਰ 1, ਉਸ ਤੋਂ ਹੈਗਾ ਨੰਬਰ 2, 3, 4, 5, 6। ਇਹ ਪੁਆਇੰਟ ਵੀ ਆਪਾਂ ਲਿਖ ਸਕਦੇ ਹਾਂ। ਫਸਟ ਪੁਆਇੰਟ 1, 2 ਮੈਂ ਤੁਹਾਨੂੰ ਪੜ੍ਹ ਦਿੰਦੀ ਹਾਂ। ਜੇਕਰ ਕੰਪਨੀ ਸਪਸ਼ਟ ਰੂਪ ਨਾਲ ਰਾਜਨੀਤਿਕ ਸੱਤਾ ਹੱਥ ਵਿੱਚ ਲੈ ਲੈਂਦੀ ਤਾਂ ਉਸ ਦਾ ਅਸਲੀ ਰੂਪ ਲੋਕਾਂ ਸਾਹਮਣੇ ਆ ਜਾਵੇਗਾ ਅਤੇ ਸ਼ਾਇਦ ਸਾਰੇ ਭਾਰਤੀ ਇਸ ਦੇ ਵਿਰੋਧ ਵਿੱਚ ਇਕੱਠੇ ਹੋ ਜਾਣਗੇ। ਸ਼ਾਇਦ ਫਰਾਂਸੀਸੀ, ਡੱਚ ਅਤੇ ਡੇਨ ਵਿਦੇਸ਼ੀ ਕੰਪਨੀਆਂ
ਸੁਗਮਤਾ ਨਾਲ ਕੰਪਨੀ ਦੀ ਸੂਬੇਦਾਰੀ ਨੂੰ ਸਵੀਕਾਰ ਨਹੀਂ ਕਰਨਗੀਆਂ ਤੇ ਕੰਪਨੀ ਨੂੰ ਉਹ ਕਾਰ ਆਦਿ ਨਹੀਂ ਦੇਣਗੀਆਂ ਜੋ ਨਵਾਬ ਦੇ ਫਰਮਾਨਾਂ ਅਨੁਸਾਰ ਉਹਨਾਂ ਨੂੰ ਦੇਣੇ ਸੀ। ਨੈਕਸਟ ਹੈਗਾ ਨੰਬਰ 3, ਸਪਸ਼ਟ ਰਾਜਨੀਤਿਕ ਸੱਤਾ ਹੱਥ ਵਿੱਚ ਲੈਣ ਨਾਲ ਇੰਗਲੈਂਡ ਅਤੇ ਵਿਦੇਸ਼ੀ ਕੰਪਨੀਆਂ ਵਿੱਚ ਕਰਵਾਹਟ ਆ ਜਾਂਦੀ। ਸ਼ਾਇਦ ਇਹ ਸਾਰੀਆਂ ਤਾਕਤਾਂ ਇੰਗਲੈਂਡ ਦੇ ਵਿਰੁੱਧ ਇੱਕ ਮੋਰਚਾ ਖੜਾ ਕਰ ਲੈਂਦੀਆਂ। ਨੰਬਰ 4, ਇੰਗਲੈਂਡ ਕੋਲ ਅਜਿਹੇ ਪ੍ਰਸਿੱਖਿਅਤ ਅਧਿਕਾਰੀ ਵੀ ਨਹੀਂ ਸਨ ਜੋ ਸ਼ਾਸਨ ਦਾ ਭਾਰ ਸੰਭਾਲ ਲੈਂਦੇ। ਕਲਾਈਵ ਨੇ ਇੰਗਲੈਂਡ ਵਿੱਚ ਅਧਿਕਾਰੀਆਂ ਨੂੰ ਇਹ ਲਿਖਿਆ ਸੀ ਕਿ ਜੇਕਰ ਸਾਡੇ ਕੋਲ 3 ਗੁਣਾ ਵੀ ਪ੍ਰਸ਼ਾਸਨ ਦੀ ਸੇਵਾ ਕਰਨ ਵਾਲੇ ਹੁੰਦੇ ਤਾਂ ਉਹ ਇਸ ਕੰਮ ਲਈ ਕਾਫੀ ਨਹੀਂ ਹੋਣਗੇ। ਜੋ ਕੁਝ ਲੋਕ ਕੰਪਨੀ ਕੋਲ ਸਨ ਉਹ ਭਾਰਤੀ ਰੀਤੀ ਰਿਵਾਜਾਂ ਤੇ ਭਾਸ਼ਾ ਤੋਂ ਅਣਜਾਣ ਸਨ। ਉਹਦੇ ਕਹਿਣ ਦਾ ਭਾਵ ਕਿ ਸਾਰੇ ਉਸ ਬੰਗਾਲ ਨੂੰ ਚਲਾਉਣ ਵਾਸਤੇ ਉਹਨਾਂ ਦੇ ਕੋਲ ਜਿਹੜੇ ਐਜੂਕੇਟਡ ਲੋਕ ਅਧਿਕਾਰੀ ਨਹੀਂ ਸੀਗੇ ਕੰਪਨੀ ਦੇ ਕੋਲ। ਇਸ ਕਰਕੇ ਉਹਨਾਂ ਨੇ ਥੋੜਾ ਜਿਹਾ ਅਧਿਕਾਰ ਜਿਹੜਾ ਸੀ ਉਹ ਨਵਾਬ ਨੂੰ ਦਿੱਤਾ ਸੀ, ਪ੍ਰਸ਼ਾਸਨਿਕ ਅਧਿਕਾਰ ਉਹਦੇ ਕੋਲ ਰਹਿਣ ਦਿੱਤਾ ਸੀ। ਔਰ ਕੰਪਨੀ ਨਹੀਂ ਸੀ ਚਾਹੁੰਦੀ ਕਿ ਲੋਕ ਉਹਦੇ ਖਿਲਾਫ ਹੋ ਜਾਣ ਤੇ ਨਾ ਹੀ ਉਹ ਆਪਣੇ ਅਫਸਰਾਂ ਨੂੰ ਉੱਥੇ ਹਾਇਰ ਕਰਨਾ ਚਾਹੁੰਦੀ ਸੀ, ਕਿਉਂਕਿ ਉਹਨਾਂ ਦੇ ਅਫਸਰਾਂ ਨੂੰ ਨਾ ਤੇ ਉੱਥੋਂ ਦੀ ਭਾਸ਼ਾ ਆਉਂਦੀ ਸੀ, ਨਾ ਹੀ ਉਹਨਾਂ ਦੇ ਰੀਤੀ ਰਿਵਾਜਾਂ ਦਾ ਪਤਾ ਸੀ। 5th 6th ਪੁਆਇੰਟ ਤੁਸੀਂ ਖੁਦ ਕਰ ਲੈਣਾ। ਅੱਗੇ ਹੈਗਾ ਨੰਬਰ 10, ਦੋਹਰੀ ਪ੍ਰਣਾਲੀ ਦੇ ਦੁਸ਼ਪਰਿਣਾਮ। ਇਹਦੇ ਕਿਉਂਕਿ ਜਦੋਂ ਵੀ ਕੋਈ ਕੰਮ ਹੁੰਦਾ ਉਹਦੇ ਮਾੜੇ ਪ੍ਰਭਾਵ ਵੀ ਹੁੰਦੇ ਔਰ ਚੰਗੇ ਵੀ ਹੁੰਦੇ ਆ। ਇਹਦੇ ਵਿੱਚ ਉਹਨਾਂ ਨੇ ਮਾੜੇ ਪ੍ਰਭਾਵ ਦਿੱਤੇ ਆ। ਪਹਿਲਾ ਹੈਗਾ ਮਾੜਾ ਪ੍ਰਭਾਵ ਪ੍ਰਸ਼ਾਸਨਿਕ ਰੁਕਾਵਟਾਂ, ਕਿਉਂਕਿ ਪ੍ਰਸ਼ਾਸਨ ਦਾ ਭਾਰ ਨਵਾਬ ਕੋਲ ਸੀ ਜਦ ਕਿ ਖਰਚਾ ਸਾਰਾ ਕੰਪਨੀ ਲੈਂਦੀ ਸੀ। ਉਹਦੇ ਕਰਕੇ ਪ੍ਰਸ਼ਾਸਨ ਜਿਹੜਾ ਸੀ ਉਹ ਸਹੀ ਨਹੀਂ ਸੀ ਚੱਲ ਰਿਹਾ। ਦੂਸਰਾ ਹੈਗਾ ਖੇਤੀ ਦੀ ਬਰਬਾਦੀ। ਲੋਕਾਂ ਦੇ ਵਿੱਚ ਖੇਤੀ ਕਰਨ ਦੀ ਇੱਛਾ ਜਿਹੜੀ ਸੀ ਉਹ ਖਤਮ ਹੋ ਗਈ ਸੀ, ਕਿਉਂਕਿ ਉਹਨਾਂ ਕੋਲ ਟੈਕਸ ਜ਼ਿਆਦਾ ਲਿਆ ਜਾਂਦਾ ਸੀ। ਵਪਾਰ ਅਤੇ ਵਣਜ ਦਾ ਵਿਘਟਨ, ਵਪਾਰ ਜਿਹੜਾ ਠੱਪ ਹੋ ਗਿਆ। ਨੰਬਰ 4 ਹੈਗਾ ਉਦਯੋਗ ਅਤੇ ਨਿਪੁੰਨਤਾ ਦੀ ਬਰਬਾਦੀ। ਜਿਹੜੀਆਂ ਛੋਟੇ ਉਦਯੋਗ ਸੀਗੇ ਉਹ ਵੀ ਖਤਮ ਹੁੰਦੇ ਜਾ ਰਹੇ ਸੀ ਔਰ ਲੋਕ ਜਿਹੜੇ ਸੀ ਕੰਮ ਕਰਕੇ ਖੁਸ਼ ਨਹੀਂ ਸੀ, ਕਿਉਂਕਿ ਉਹਨਾਂ ਨੂੰ ਇਹ ਸੀ ਕਿ ਜਿੰਨਾ ਅਸੀਂ ਜ਼ਿਆਦਾ ਕੰਮ ਕਰਾਂਗੇ ਸਾਨੂੰ ਉਨਾ ਹੀ ਜ਼ਿਆਦਾ ਟੈਕਸ ਦੇਣਾ ਪਏਗਾ। ਨੰਬਰ 10 ਹੈਗਾ ਨੈਤਿਕ ਪਤਨ। ਲੋਕਾਂ ਦਾ ਨੈਤਿਕ ਪਤਨ ਹੋ ਗਿਆ। ਨੈਤਿਕ ਪਤਨ ਦਾ ਮਤਲਬ ਹੁੰਦਾ ਕਿ ਲੋਕ ਧਰਮ ਨੂੰ ਛੱਡ ਕੇ ਪੈਸੇ ਵੱਲ ਜ਼ਿਆਦਾ ਭੱਜਣ ਲੱਗ ਪਏ। ਇੱਥੇ ਇਹ ਕੁਐਸਚਨ ਖਤਮ ਹੋ ਜਾਂਦਾ। ਨੈਕਸਟ ਆ ਜਾਓ ਤੁਸੀਂ। ਜੇਕਰ ਕੁਐਸਚਨ ਇਵੇਂ ਆ ਜਾਏ ਕਿ 1757 ਤੋਂ 1772 ਦੇ ਦੌਰਾਨ ਬੰਗਾਲ ਵਿੱਚ ਅੰਗਰੇਜ਼ ਕੀ ਸੀ, ਉਹਨਾਂ ਦਾ ਕੰਮ ਕੀ ਸੀ। 11 ਪੇਜ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਕੀ ਕੀਤਾ। ਕਲਾਈਵ ਇੱਕ ਬਹੁਤ ਕ੍ਰਿਤ ਸੰਕਲਪ ਅਤੇ ਸਾਹਸੀ ਵਿਅਕਤੀ ਸੀ। ਉਹ ਦ੍ਰਿੜ ਸੰਕਲਪ ਵਿੱਚ ਉਸਨੇ ਸੈਨਿਕ ਗੁਣਾਂ ਦੀ ਝਲਕ ਵੀ ਮਿਲਦੀ ਸੀ। ਸੈਨਿਕ ਸੁਧਾਰ ਉਹਨੇ ਸਭ ਤੋਂ ਪਹਿਲਾਂ ਸੈਨਿਕ ਸੁਧਾਰ ਤੋਂ ਇਲਾਵਾ ਸੈਨਿਕ ਸੁਧਾਰ ਵੀ ਕੀਤੇ ਤਾਂ ਕਿ ਉਹਨਾਂ ਦੀ ਜਿਹੜੀ ਸ਼ਕਤੀ ਸੀ ਹੋਰ ਮਜ਼ਬੂਤ ਹੋ ਜਾਵੇ। ਦੂਸਰਾ ਹੈਗਾ ਸੈਨਿਕ ਸੁਧਾਰ ਵੀ ਕੀਤੇ। ਭੂਮੀਗਤ ਸੁਧਾਰ, ਭੂਮੀ ਦੇ ਵਿੱਚ ਵੀ ਉਹਨੇ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਤੋਂ ਬਾਅਦ ਕਾਨੂੰਨੀ ਸੁਧਾਰ ਅਤੇ ਕਾਨੂੰਨ ਵਿੱਚ ਵੀ ਉਹਨੇ ਬਹੁਤ ਸਾਰੇ ਸੁਧਾਰ ਕੀਤੇ। ਇਹਦੇ ਮੈਂ ਪੁਆਇੰਟ ਹੀ ਦੱਸਾਂਗੇ, ਵਿੱਚੋਂ ਥੋੜਾ ਬਹੁਤਾ ਮਟੀਰੀਅਲ ਤੁਸੀਂ ਖੁਦ ਕਰ ਲੈਣਾ। ਕਲਾਈਵ ਦਾ ਮੁਲਾਂਕਣ ਆਪਾਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਕਿ ਉਹਦੇ ਆਪਾਂ ਚੰਗੇ ਕੰਮ ਤੇ ਦੋਨੋਂ ਮਾੜੇ ਕੰਮ ਲਿਖ ਕੇ ਤੇ ਉਹਦੇ ਵਿੱਚ ਉਹਦਾ ਮੁਲਾਂਕਣ ਲਿਖਿਆ ਜਾ ਸਕਦਾ ਹੈ। ਥੋੜਾ ਜਿਹਾ 2-4 ਲਾਈਨਾਂ ਮੈਂ ਪੜ੍ਹ ਦਾਂਗੀ ਮੁਲਾਂਕਣ ਦੀਆਂ। 12 ਪੇਜ। ਭਾਰਤੀ ਚ ਅੰਗਰੇਜ਼ ਸਾਮਰਾਜ ਦਾ ਅਸਲੀ ਸੰਸਥਾਪਕ ਕਲਾਈਵ ਹੀ ਸੀ। ਉਸਨੇ ਸਮੇਂ ਦੀ ਗਤੀ ਨੂੰ ਸਮਝਿਆ ਤੇ ਉਹ ਠੀਕ ਦਿਸ਼ਾ ਵਿੱਚ ਵਧਿਆ। ਉਸਨੇ ਆਪਣੇ ਵਿਰੋਧੀ ਡੁਪਲੇ ਨੂੰ ਮਾਤ ਦਿੱਤੀ, ਮਤਲਬ ਉਹਨੂੰ ਹਰਾ ਦਿੱਤਾ ਅਤੇ ਸਥਾਈ ਨਤੀਜਾ ਪ੍ਰਾਪਤ ਕੀਤਾ। ਉਸਦਾ ਆਰਕਾਟ ਨੂੰ ਘੇਰਨਾ ਇੱਕ ਬਹੁਤ ਹੀ ਕੁਸ਼ਲਤਾਪੂਰਨ ਚਾਲ ਸੀ ਜਿਸ ਨਾਲ ਕਰਨਾਟਕ ਵਿੱਚ ਫਰਾਂਸੀਸੀਆਂ ਵਿਰੁੱਧ ਪਾਸਾ ਪਲਟ ਗਿਆ। 1757 ਦੇ ਪਲਾਸੀ ਦੇ ਯੁੱਧ ਵਿੱਚ ਜਿੱਤ ਤੋਂ ਬਾਅਦ ਨਵਾਬ ਉਸ ਦੀ ਕਠਪੁਤਲੀ ਬਣ ਗਿਆ। ਬੰਗਾਲ ਵਿੱਚ ਸਾਧਨਾਂ ਦਾ ਉਪਯੋਗ ਕਰਕੇ ਉਸਨੇ ਦੱਖਣ ਭਾਰਤ ਨੂੰ ਜਿੱਤ ਲਿਆ ਤੇ ਫਰਾਂਸੀਸੀਆਂ ਨੂੰ ਬਾਹਰ ਕੱਢ ਦਿੱਤਾ। ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸਨੇ ਵਪਾਰਕ ਸੰਸਥਾ ਨੂੰ ਪ੍ਰਾਦੇਸ਼ਿਕ ਸੰਸਥਾ ਬਣਾ ਦਿੱਤਾ। ਬੰਗਾਲ ਵਿੱਚ ਇਸ ਦੀ ਭੂਮਿਕਾ ਸਮਰਾਟ ਨਿਰਮਾਤਾ ਦੀ ਸੀ। ਜਦੋਂ 1765 ਈਸਵੀ ਵਿੱਚ ਦੁਬਾਰਾ ਬੰਗਾਲ ਆਇਆ ਤਾਂ ਉਸਨੇ ਕੰਪਨੀ ਦੀ ਨੀਂਹ ਨੂੰ ਮਜ਼ਬੂਤ ਕਰ ਦਿੱਤਾ। ਸੱਚ ਹੀ ਬਰਕਰੀ ਉਸਨੂੰ ਵੱਡੀ ਨੀਹਾਂ ਰੱਖਣ ਵਾਲਾ ਦਾ ਨਾਂ ਦਿੱਤਾ। ਯਾਨੀ ਕਿ ਜਿਹੜਾ ਲਿਖਾਰੀ, ਜਿਹੜਾ ਵਿਦਵਾਨ, ਉਹਨੇ ਉਹਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤੀ। ਉਹਨੇ ਉਹਦੀ ਪ੍ਰਸ਼ੰਸਾ ਵਿੱਚ ਕਿਹਾ ਕਿ ਜਿਹੜੀ ਈਸਟ ਇੰਡੀਆ ਦੀ ਕੰਪਨੀ ਦੀ ਨੀਂਹ ਜਿਹੜੀ ਆ ਨਾ ਉਹ ਕਲਾਈਵ ਨੇ ਰੱਖੀ ਸੀ। ਸੈਕਿੰਡ ਪੈਰਾਗ੍ਰਾਫ ਛੱਡ ਕੇ 3rd ਤੇ ਆਵਾਂਗੇ। ਕਲਾਈਵ ਦੇ ਧਨ, ਲਾਲਚ ਅਤੇ ਕੁਟਲਤਾ ਦੇ ਆਲੋਚਕ ਵੀ ਹਨ, ਕਿਉਂਕਿ ਕੋਈ ਵੀ ਇਨਸਾਨ ਆ ਉਹਦੀ ਜੇ ਕਿਤੇ ਨਾ ਕਿਤੇ ਤਾਰੀਫ ਹੁੰਦੀ ਆ ਤਾਂ ਉਹਦੀ ਆਲੋਚਨਾ ਵੀ ਹੁੰਦੀ ਆ। ਕਲਾਈਵ ਦੇ ਧਨ, ਲਾਲਚ ਅਤੇ ਕੁਟਲਤਾ ਦੇ ਆਲੋਚਕ ਵੀ ਸਨ
ਅੰਗਰੇਜ਼ੀ ਸੰਸਦ ਵਿੱਚ ਉਸ ਉੱਤੇ ਬਹੁਤ ਦੋਸ਼ ਲਗਾਏ ਗਏ ਕਿ ਉਸ ਦੇ ਅਵੈਧ ਢੰਗ ਨਾਲ ਉਪਹਾਰ ਕੀਤੇ ਹਨ। ਉਪਹਾਰ ਮਤਲਬ ਹੁੰਦਾ ਹਮਲੇ। ਇੱਕ ਅਸ਼ੁੱਧ ਪਰੰਪਰਾ ਸਥਾਪਿਤ ਕੀਤੀ ਜਿਸ ਨਾਲ ਬੰਗਾਲ 'ਚ 1760 ਈਸਵੀ ਵਿੱਚ ਅਤੇ 1764 ਈਸਵੀ ਦੀਆਂ ਕ੍ਰਾਂਤੀਆਂ ਹੋਈਆਂ। ਉਸਨੇ ਸੁਸਾਇਟੀ ਫਾਰ ਟ੍ਰੇਡ ਬਣਾ ਕੇ ਬੰਗਾਲ ਨੂੰ ਲੁੱਟਣ ਦੀ ਯੋਜਨਾ ਬਣਾਈ। ਦੋਹਰੀ ਪ੍ਰਣਾਲੀ ਦਾ ਉਦੇਸ਼ ਅੰਗਰੇਜ਼ੀ ਸ਼ਕਤੀ ਦੀ ਸਥਾਪਨਾ ਸੀ, ਨਾ ਕਿ ਜਨਤਾ ਦਾ ਹਿੱਤ। ਬੰਗਾਲ ਨੂੰ ਈਸਟ ਇੰਡੀਆ ਕੰਪਨੀ ਦੀ ਜਾਗੀਰ ਬਣਾ ਦਿੱਤਾ ਔਰ ਸਰਦਾਰ KM ਪਨੀਕਰ ਨੇ ਸੱਚ ਹੀ ਕਿਹਾ ਕਿ 1765 ਤੋਂ 1772 ਤੱਕ ਕੰਪਨੀ ਨੇ ਬੰਗਾਲ ਵਿੱਚ ਡਾਕੂਆਂ ਦਾ ਰਾਜ ਸਥਾਪਿਤ ਕਰ ਦਿੱਤਾ ਤੇ ਬੰਗਾਲ ਨੂੰ ਅਵਿਵੇਕ ਰੂਪ ਨਾਲ ਲੁੱਟਿਆ। ਇਸ ਸਮੇਂ ਵਿੱਚ ਅੰਗਰੇਜ਼ੀ ਸਾਮਰਾਜ ਦਾ ਸਭ ਤੋਂ ਭੈੜਾ ਰੂਪ ਦੇਖਣ ਨੂੰ ਮਿਲਿਆ ਤੇ ਬੰਗਾਲ ਦੀ ਜਨਤਾ ਨੇ ਬਹੁਤ ਦੁੱਖ ਉਠਾਇਆ। ਇਹ ਜਾਣੀ ਕਿ ਉਹਦਾ ਆਲੋਚਨਾ ਵਾ ਕਿਸੇ ਵਿਦਵਾਨ ਨੇ ਕੀਤੀ ਹੋਈ ਹੈ ਜਿਹਦਾ ਨਾਂ KM ਪਨੀਕਰ ਆ, ਕਿ ਉਹ ਇੱਕ ਬਹੁਤ ਚੰਗਾ ਵੀ ਨਹੀਂ ਸੀ। ਉਹਦਾ ਉਦੇਸ਼ ਸੀ ਸਿਰਫ ਲੁੱਟਣਾ, ਨਾ ਕਿ ਜਨਤਾ ਦਾ ਭਲਾ ਕਰਨਾ। ਕਲਾਈਵ ਇੱਕ ਰਾਜਨੀਤਿਕ ਸਿੱਧ ਨਹੀਂ ਹੋਇਆ। ਉਹ ਅੰਤਰਦਰਸ਼ੀ ਤਾਂ ਸੀ ਪਰ ਦੂਰਦਰਸ਼ੀ ਨਹੀਂ। ਉਸ ਦੇ ਪ੍ਰਸ਼ਾਸਨਿਕ ਸੁਧਾਰਾਂ ਦੇ ਕਾਰਨ ਉਸਦੇ ਉੱਤਰਾਧਿਕਾਰੀਆਂ ਲਈ ਬਹੁਤ ਸਾਰੀਆਂ ਮੁਸ਼ਕਲਾਂ ਖੜੀਆਂ ਹੋਈਆਂ। ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦੀ ਸਥਾਪਨਾ ਦਾ ਮੁੱਖ ਉਦੇਸ਼ ਸ਼ਾਂਤੀ ਅਤੇ ਵਿਵਸਥਾ ਬਣਾਉਣਾ ਸੀ। ਇਸ ਕੰਮ ਵਿੱਚ ਕਲਾਈਵ ਨੇ ਕੋਈ ਯੋਗਦਾਨ ਨਹੀਂ ਦਿੱਤਾ ਔਰ ਉਸਦੇ ਇਹ ਕੰਮ ਨਾਲ ਅਵਿਵਸਥਾ ਹੀ ਫੈਲੀ, ਵਿਵਸਥਾ ਨਹੀਂ, ਯਾਨੀ ਕਿ ਲੋਕ ਭੜਕੇ ਸ਼ਾਂਤ ਨਹੀਂ ਹੋਏ। ਨੈਕਸਟ ਆ ਗਿਆ ਹੈ, ਇਹ ਵੀ ਕੁਐਸਚਨ ਇੰਪੋਰਟੈਂਟ ਆ। ਮੈਸੂਰ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਕਰਨਾਟਕ ਤੇ ਕਬਜ਼ਾ ਕੀਤਾ ਅੰਗਰੇਜ਼ਾਂ ਨੇ। ਉਸ ਤੋਂ ਬਾਅਦ ਮੈਸੂਰ ਜਿਹੜਾ ਭਾਰਤ ਦਾ ਇੱਕ ਬਹੁਤ ਵੱਡਾ ਇਲਾਕਾ ਸੀਗਾ, ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਉਹਦੇ ਵਿੱਚ 3 ਯੁੱਧ ਹੋਏ ਨੇ। ਪੇਜ ਨੰਬਰ 13। ਪਹਿਲਾ ਆਂਗਲ ਮੈਸੂਰ ਯੁੱਧ ਜਿਹੜਾ ਕਿ 1767 ਤੋਂ ਲੈ ਕੇ 1769 ਈਸਵੀ ਵਿੱਚ ਤੱਕ ਚੱਲਿਆ। 2 ਸਾਲ ਤੱਕ ਇਹ ਯੁੱਧ ਹੋਇਆ। ਦੂਸਰਾ ਆਂਗਲ ਮੈਸੂਰ ਯੁੱਧ ਹੈਗਾ 1780 ਤੋਂ ਲੈ ਕੇ 84 ਤੱਕ। ਔਰ ਤੀਸਰਾ ਆਂਗਲ ਮੈਸੂਰ ਯੁੱਧ ਹੈਗਾ ਵਾ 1790 ਤੋਂ ਲੈ ਕੇ 92 ਤੱਕ। ਚੌਥਾ ਆਂਗਲ ਮੈਸੂਰ ਯਾਨੀ ਕਿ 4 ਯੁੱਧ ਹੋਏ। ਜਿੱਥੇ ਕਰਨਾਟਕ ਦੇ ਵਿੱਚ 3 ਯੁੱਧ ਹੋਏ ਸੀ, ਉੱਥੇ ਮੈਸੂਰ ਦੇ ਵਿੱਚ 4 ਯੁੱਧ ਹੋਏ ਸੀਗੇ। ਇਹਦੇ ਵਿੱਚ ਪਹਿਲਾ ਆਂਗਲ ਮੈਸੂਰ ਯੁੱਧ ਮੈਂ ਰੀਡ ਕਰ ਦਿੰਦੀ ਤੁਹਾਨੂੰ। ਬੰਗਾਲ ਵਿੱਚ ਆਸਾਨ ਜਿੱਤ ਨਾਲ ਉਨਮੁਕਤ ਹੋਏ ਅੰਗਰੇਜ਼ਾਂ ਨੇ 1736 ਈਸਵੀ ਵਿੱਚ ਦੇ ਨਿਜ਼ਾਮ ਸੰਧੀ ਕਰ ਲਈ, ਜਿਸ ਤੋਂ ਕੰਪਨੀ ਨੇ ਉੱਤਰੀ ਸਰਕਾਰਾਂ ਦੇ ਬਦਲੇ ਨਿਜ਼ਾਮ ਹੈਦਰ ਅਲੀ ਦੇ ਵਿਰੁੱਧ ਮਦਦ ਦੇਣ ਦਾ ਵਚਨ ਦਿੱਤਾ। ਹੈਦਰ ਅਲੀ ਦਾ ਪਹਿਲਾਂ ਹੀ ਆਰਕਾਟ ਅਤੇ ਮਰਾਠਿਆਂ ਨਾਲ ਪ੍ਰਦੇਸ਼ ਮਾਮਲਿਆਂ ਤੇ ਝਗੜਾ ਸੀ। ਜਲਦੀ ਹੀ ਹੈਦਰ ਅਲੀ ਨੇ ਵੇਖਿਆ ਕਿ ਉਸ ਦੇ ਵਿਰੁੱਧ ਨਿਜ਼ਾਮ, ਮਰਾਠਿਆਂ ਅਤੇ ਕਰਨਾਟਕ ਦੇ ਨਵਾਬ ਦਾ ਇਕੱਠਾ ਮੋਰਚਾ ਬਣ ਗਿਆ ਹੈ। ਹੈਦਰ ਅਲੀ ਘਬਰਾਇਆ ਨਹੀਂ ਅਤੇ ਉਸਨੇ ਕੂਟਨੀਤੀ ਨਾਲ ਕੰਮ ਲਿਆ। ਉਸ ਨੇ ਮਰਾਠਿਆਂ ਨੂੰ ਧਨ ਦੇ ਕੇ ਅਤੇ ਨਿਜ਼ਾਮ ਨੂੰ ਪ੍ਰਦੇਸ਼ ਦਾ ਲਾਲਚ ਦੇ ਕੇ ਆਪਣੇ ਵੱਲ ਮਿਲਾ ਲਿਆ ਅਤੇ ਫਿਰ ਕਰਨਾਟਕ ਉੱਤੇ ਹਮਲਾ ਕੀਤਾ। 1.5 ਸਾਲ ਦੇ ਅਰਨਿਰਣਾਇਕ ਯੁੱਧ ਤੋਂ ਬਾਅਦ ਹੈਦਰ ਅਲੀ ਨੇ ਅੰਗਰੇਜ਼ਾਂ ਵਿਰੁੱਧ ਬਾਜੀ ਪਲਟ ਦਿੱਤੀ ਅਤੇ ਮਦਰਾਸ ਨੂੰ ਘੇਰ ਲਿਆ। ਡਰੇ ਹੋਏ ਅੰਗਰੇਜ਼ਾਂ ਨੇ ਉਸ ਨਾਲ ਇੱਕ ਨਰਾਦਰ ਭਰੀ ਸੰਧੀ ਕਰ ਲਈ, ਜਿਸ ਵਿੱਚ ਦੋਹਾਂ ਪੱਖਾਂ ਨੇ ਵਿਜਿਤ ਪ੍ਰਦੇਸ਼ ਵਾਪਸ ਕਰ ਦਿੱਤੇ ਅਤੇ ਦੋਵੇਂ ਦਲਾਂ ਨੇ ਇੱਕ ਦੂਜੇ ਨੂੰ ਆਰਕਸ਼ਣ ਲਈ ਮਦਦ ਕਰਨ ਦਾ ਵਚਨ ਦਿੱਤਾ। ਇਹ ਹੈਗਾ ਸੀ ਪਹਿਲਾ। ਸੈਕਿੰਡ ਵਾਲਾ ਜਿਹੜਾ ਵਾ ਦੂਸਰਾ, ਉਹਦੇ ਵਿੱਚ ਜਿਹੜਾ ਸੈਕਿੰਡ ਪੈਰਾਗ੍ਰਾਫ ਹੈ ਉਹਦੇ ਵਿੱਚੋਂ ਆਨਸਰ ਤੁਹਾਨੂੰ ਮਿਲ ਜੂਗਾ। ਤੀਜਾ ਆਂਗਲ ਮੈਸੂਰ ਯੁੱਧ, ਇਹਦੇ ਵਿੱਚ ਵੀ ਜਿਹੜਾ ਸੈਕਿੰਡ ਵਾਲਾ ਪੈਰਾ ਉਹਦੇ ਵਿੱਚ ਆਨਸਰ ਹੈਗਾ ਵਾ ਟੀਪੂ ਸੁਲਤਾਨ ਨਾਲ ਇਹ ਯੁੱਧ ਹੋਇਆ ਸੀ। ਤੀਸਰਾ ਆਂਗਲ ਮੈਸੂਰ ਯੁੱਧ। ਔਰ ਚੌਥਾ ਆਂਗਲ ਮੈਸੂਰ ਯੁੱਧ ਜਿਹੜਾ ਸੀ ਇਹ ਵੀ ਟੀਪੂ ਦੇ ਨਾਲ ਹੀ ਹੋਇਆ ਸੀ, ਜਿਹਦੇ ਵਿੱਚ ਕਿ ਅੰਗਰੇਜ਼ ਜਿੱਤ ਗਏ ਸੀ। ਉਸ ਤੋਂ ਅੱਗੇ ਹੈਗਾ ਵਾ ਟੀਪੂ ਦੀ ਸ਼ਾਸਨ ਪ੍ਰਣਾਲੀ, ਕਿ ਉਹਦੀ ਜਿਹੜੀ ਸ਼ਾਸਨ ਪ੍ਰਣਾਲੀ ਕਿਵੇਂ ਦੀ ਸੀ। ਪੇਜ ਨੰਬਰ 15। ਕੇਂਦਰੀ ਪ੍ਰਸ਼ਾਸਨ ਉਹਦਾ ਕਿਵੇਂ ਦਾ ਸੀ, ਪ੍ਰਾਂਤੀ ਅਤੇ ਸਥਾਨੀ ਪ੍ਰਸ਼ਾਸਨ ਕਿਵੇਂ ਸੀ, ਭੂਮੀਕਾਰ ਵਿਵਸਥਾ। ਇਹ ਮੈਂ ਰੀਡ ਨਹੀਂ ਕਰਨਾ ਕਿਉਂਕਿ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਹੈ। ਨੈਕਸਟ ਆ ਗਿਆ, ਇਹਦੇ ਵਿੱਚ 2 ਮਾਰਕਸ ਦਾ ਹੀ ਕੁਐਸਚਨ ਟੀਪੂ ਨਾਲ ਆਉਂਦਾ ਹੁੰਦਾ। ਟੀਪੂ ਸੁਲਤਾਨ ਕੌਣ ਸੀ? ਇਹਦੇ ਵਿੱਚੋਂ ਤੁਸੀਂ 5-6 ਲਾਈਨਾਂ ਕੋਈ ਵੀ ਲਿਖ ਸਕਦੇ ਹੋ ਕਿ ਟੀਪੂ ਸੁਲਤਾਨ ਕਿਸ ਤਰ੍ਹਾਂ ਦਾ ਰਾਜਾ ਸੀ ਔਰ ਕਿਹੜੇ ਯੁੱਧ ਜਿਹੜੇ ਸੀ ਉਹਨੇ ਜਿੱਤੇ ਜਾਂ ਹਾਰੇ ਸੀਗੇ। ਨੈਕਸਟ ਆ ਜਾਓ, ਆਂਗਲ ਮਰਾਠਾ 3 ਯੁੱਧ। ਸਭ ਤੋਂ ਪਹਿਲੇ ਅੰਗਰੇਜ਼ਾਂ ਨੇ ਕਰਨਾਟਕ ਦੇ ਯੁੱਧ ਤੇ ਜਿੱਤੇ, ਉਸ ਤੋਂ ਬਾਅਦ ਮੈਸੂਰ, ਔਰ ਤੀਸਰੀ ਆ ਗਈ ਸੀ ਆਂਗਲ ਮਰਾਠਾ 3 ਯੁੱਧ, ਯਾਨੀ ਕਿ ਆਂਗਲ ਮਰਾਠਿਆਂ ਨੂੰ ਬਾਅਦ ਵਿੱਚ ਉਹਨਾਂ ਨੇ ਜਿੱਤਿਆ। ਮਰਾਠਾ ਸਰਕਾਰ ਜਿਹੜੇ ਹੈਗੇ ਸੀ ਉਹ ਮਹਾਰਾਸ਼ਟਰ ਸਾਈਡ ਦੇ ਸੀ। ਮਹਾਰਾਸ਼ਟਰ ਸਾਈਡ ਤੇ ਉਹ ਰਹਿੰਦੇ ਸੀ। ਪਹਿਲਾ ਆਂਗਲ ਮਰਾਠਾ ਯੁੱਧ ਜਿਹੜਾ ਸੀ 1775 ਤੋਂ
82 ਤੱਕ ਚੱਲਿਆ। ਇਹ ਜਿਹੜੇ ਸੀ ਮਰਾਠਿਆਂ ਦੇ ਨਾਲ ਯੁੱਧ ਉਹਨਾਂ ਨੇ ਕੀਤੇ ਸੀਗੇ। ਪਹਿਲਾ ਯੁੱਧ ਮੈਂ ਤੁਹਾਨੂੰ ਰੀਡ ਕਰ ਦਿੰਨੀ ਆ। ਆਂਗਲ ਮਰਾਠਾ ਯੁੱਧ ਦੇ ਪਹਿਲੇ ਦੌਰ ਦੇ ਕਾਰਨ ਮਰਾਠਿਆਂ ਦੇ ਆਪਸੀ ਝਗੜੇ ਅਤੇ ਅੰਗਰੇਜ਼ਾਂ ਦੀਆਂ ਛਾਵਾਂ ਸਨ। ਦੇਖੋ ਕੋਈ ਵੀ ਜਿਹੜਾ ਉਹਨਾਂ ਨੇ ਯੁੱਧ ਜਿੱਤਿਆ ਨਾ ਅੰਗਰੇਜ਼ਾਂ ਨੇ, ਹਮੇਸ਼ਾ ਹੀ ਰਾਜਿਆਂ ਨੂੰ ਜਾਂ ਉਹਨਾਂ ਦੇ ਜਿਹੜੇ ਰਾਜਵੰਸ਼ ਸੀ ਉਹਨਾਂ ਨੂੰ ਆਪਸ ਵਿੱਚ ਲੜਾ ਕੇ ਇੱਕ ਜਣੇ ਦੀ ਮਦਦ ਕਰਕੇ ਤੇ ਇਹ ਯੁੱਧ ਜਿੱਤੇ ਸੀਗੇ, ਕਿਉਂਕਿ ਇਹਦੇ ਵਿੱਚ ਅੰਗਰੇਜ਼ਾਂ ਦਾ ਫਾਇਦਾ ਸੀਗਾ। ਜਿਵੇਂ ਕਲਾਈਵ ਨੇ ਦੋਹਰੀ ਪ੍ਰਣਾਲੀ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ ਸਥਾਪਿਤ ਕੀਤੀ ਸੀ, ਉਸੇ ਤਰ੍ਹਾਂ ਦੋਹਰੀ ਪ੍ਰਣਾਲੀ ਬੰਬਈ ਕੰਪਨੀ ਮਹਾਰਾਸ਼ਟਰ ਵਿੱਚ ਵੀ ਸਥਾਪਿਤ ਕਰਨਾ ਚਾਹੁੰਦਾ ਸੀ। 1772 ਈਸਵੀ ਵਿੱਚ ਮਾਧਵ ਰਾਏ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਨਾਰਾਇਣ ਰਾਓ ਆਪਣਾ ਚਾਚਾ ਰਘੂਨਾਥ ਜੋ ਪੇਸ਼ਵਾ ਬਣਾਉਣਾ ਚਾਹੁੰਦਾ ਸੀ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਿਆ। ਜਦੋਂ ਨਾਰਾਇਣ ਰਾਓ ਦੇ ਮਰਨ ਤੋਂ ਬਾਅਦ ਪੁੱਤਰ ਪੈਦਾ ਹੋਇਆ ਤਾਂ ਰਘੂਨਾਥ ਰਾਓ ਹਤਾਸ਼ ਹੋ ਗਿਆ, ਜਾਣੀ ਕਿ ਬੇਚੈਨ ਹੋ ਗਿਆ। ਉਸਨੇ ਅੰਗਰੇਜ਼ਾਂ ਨਾਲ ਸੂਰਤ ਦੀ ਸੰਧੀ ਕਰ ਲਈ ਤਾਂ ਕਿ ਉਹ ਅੰਗਰੇਜ਼ਾਂ ਦੀ ਮਦਦ ਦੇ ਨਾਲ ਪੇਸ਼ਵਾ ਬਣ ਜਾਵੇ। ਕੋਸ਼ਿਸ਼ਾਂ ਬੇਕਾਰ ਸਿੱਧ ਹੋਈਆਂ। ਯੁੱਧ 7 ਸਾਲਾਂ ਤੱਕ ਚੱਲਦਾ ਰਿਹਾ ਅਤੇ ਅੰਤ ਵਿੱਚ ਦੋਹਾਂ ਨੇ ਇਸ ਦੀ ਨਿਸਫਲਤਾ ਨੂੰ ਅਨੁਭਵ ਕੀਤਾ, ਜਾਣੀ ਕਿ ਇਹ ਯੁੱਧ ਜਿਹੜੇ ਸੀ ਦੋਨਾਂ ਨੇ ਨਹੀਂ ਜਿੱਤਿਆ, ਦੋਨੋਂ ਹੀ ਪਾਰਟੀਆਂ ਜਿਹੜੀਆਂ ਹਾਰ ਗਈਆਂ ਸੀ। ਅੰਤ ਵਿੱਚ ਸਾਲ 22 ਦੀ ਸੰਧੀ ਨਾਲ ਯੁੱਧ ਖਤਮ ਹੋ ਗਿਆ। ਵਿਜਿਤ ਖੇਤਰ ਵਾਪਸ ਕਰ ਦਿੱਤੇ ਗਏ। ਇਹ ਸ਼ਕਤੀ ਪ੍ਰੀਖਣ ਤੇ ਅਨਿਰਣਾਇਕ ਰਿਹਾ। ਅਗਲੇ 20 ਸਾਲ ਤੱਕ ਸ਼ਾਂਤੀ ਰਹੀ, ਜਾਣੀ ਕਿ 20 ਸਾਲਾਂ ਤੱਕ ਕੋਈ ਯੁੱਧ ਨਹੀਂ ਹੋਇਆ। ਦੂਸਰਾ ਯੁੱਧ ਜਿਹੜਾ 1803 ਤੋਂ ਲੈ ਕੇ 1806 ਈਸਵੀ ਤੱਕ ਚੱਲਦਾ ਰਿਹਾ। ਨੈਕਸਟ ਜਿਹੜਾ ਸੀ ਉਹਦੇ ਵਿੱਚੋਂ ਤੁਸੀਂ 5-6 ਲਾਈਨਾਂ ਲੈਣੀਆਂ ਔਰ ਸੰਧੀ ਦਾ ਮਹੱਤਵ ਲਿਖ ਦੇਣਾ। ਫਿਰ ਆਂਗਲ ਮਰਾਠਾ ਯੁੱਧ ਤੀਸਰਾ ਯੁੱਧ ਮੈਂ ਪੜ੍ਹ ਦਿੰਨੀ ਤੁਹਾਨੂੰ ਕਿਉਂਕਿ ਇਹ ਇੰਪੋਰਟੈਂਟ ਆ। ਇਸ ਯੁੱਧ ਦਾ ਤੀਜਾ ਤੇ ਆਖਰੀ ਚਰਨ ਹੇਸਟਿੰਗ ਦੇ ਆਉਣ ਨਾਲ ਸ਼ੁਰੂ ਹੋਇਆ। ਉਸਨੇ ਫਿਰ ਆਕਰਮਕ ਦਾ ਰੂਪ ਧਾਰਿਆ ਤੇ ਭਾਰਤ ਵਿੱਚ ਅੰਗਰੇਜ਼ਾਂ ਦੀ ਸਰਵਸ਼੍ਰੇਸ਼ਟਤਾ ਬਣਾਉਣ ਦੀ ਕੋਸ਼ਿਸ਼ ਕੀਤੀ। 1805 ਤੋਂ ਬਾਅਦ ਦੇ ਜੋ ਸ਼ਾਂਤੀ ਦੇ ਸਾਲ ਮਰਾਠਿਆਂ ਨੂੰ ਮਿਲੇ ਸਨ, ਉਹਨਾਂ ਦਾ ਉਪਯੋਗ ਉਹਨਾਂ ਨੇ ਆਪਣੇ ਆਪ ਨੂੰ ਸੁਦ੍ਰਿੜ ਕਰਨ ਲਈ ਨਾ ਕਰਕੇ ਆਪਸੀ ਕਲੇਸ਼ ਵਿੱਚ ਖੋ ਦਿੱਤੇ। ਹੇਸਟਿੰਗ ਤੇ ਪਿੰਡਾਰੀਆਂ ਦੇ ਵਿਰੁੱਧ ਅਭਿਮਾਨ ਨਾਲ ਮਰਾਠਿਆਂ ਦੇ ਪ੍ਰਭੁਤਵ ਨੂੰ ਚੁਣੌਤੀ ਮਿਲੀ, ਇਸ ਲਈ ਦੋਵੇਂ ਦਲ ਯੁੱਧ ਵਿੱਚ ਖਿੱਚ ਗਏ। ਬਸ ਇੱਥੋਂ ਤੱਕ ਹੀ ਆਪਾਂ ਕਰਾਂਗੇ ਕਿ ਦੋਵੇਂ ਦਲ ਜਿਹੜੇ ਸੀ ਉਹਨਾਂ ਨੇ ਯੁੱਧ ਕੀਤਾ। ਅੱਗੇ ਹੈਗਾ ਮਰਾਠਿਆਂ ਦੀ ਹਾਰ ਦੇ ਕਾਰਨ ਕੀ ਸੀਗੇ। ਕੋਈ ਵੀ ਜਦੋਂ ਦੇਸ਼ ਜਾਂ ਕੋਈ ਰਾਜਾ ਹਾਰਦਾ ਤੇ ਉਹਦੇ ਹਾਰ ਦੇ ਕੋਈ ਨਾ ਕੋਈ ਕਾਰਨ ਹੁੰਦੇ ਨੇ। ਪੇਜ ਨੰਬਰ 90 ਦੇ ਅਯੋਗ ਅਗਵਾਈ, ਜਾਣੀ ਕਿ ਉਹਨਾਂ ਦੀ ਲੀਡਰਸ਼ਿਪ ਜਿਹੜੀ ਸਹੀ ਨਹੀਂ ਸੀ, ਉਹਨਾਂ ਨੂੰ ਯੁੱਧ ਨੂੰ ਲੀਡ ਕਰਨ ਨਹੀਂ ਸਹੀ ਤਰੀਕੇ ਨਾਲ ਕੀਤਾ ਗਿਆ, ਅਗਵਾਈ ਨਹੀਂ ਸਹੀ ਤਰੀਕੇ ਨਾਲ ਕੀਤੀ ਗਈ। ਦੂਸਰਾ ਹੈਗਾ ਮਰਾਠਾ ਰਾਜ ਦੇ ਸੁਭਾਵਿਕ ਦੋਸ਼, ਜਿਹੜਾ ਮਰਾਠਾ ਰਾਜ ਸੀਗਾ ਉਹਦੇ ਵਿੱਚ ਬਹੁਤ ਸਾਰੇ ਦੋਸ਼ ਸੀਗੇ, ਬੁਰਾਈਆਂ ਸੀ ਜਾਣੀ ਕਿ। ਤੀਸਰਾ ਹੈਗਾ ਇੱਕ ਸਥਿਰ ਆਰਥਿਕ ਨੀਤੀ ਦਾ ਅਭਾਵ, ਜਾਣੀ ਕਿ ਉਹਨਾਂ ਦੀ ਆਰਥਿਕ ਨੀਤੀ ਮਜ਼ਬੂਤ ਨਹੀਂ ਸੀ। ਕਿਸੇ ਵੀ ਦੇਸ਼ ਨੂੰ ਹਰਾਉਣ ਵਾਸਤੇ ਉਹਦੀ ਆਰਥਿਕ ਨੀਤਿਕ ਜੇਕਰ ਕਮਜ਼ੋਰ ਹੈ ਤਾਂ ਉਹ ਦੇਸ਼ ਜਲਦੀ ਹਾਰ ਜਾਂਦਾ। ਮਰਾਠਾ ਰਾਜਨੀਤਿਕ ਵਿਵਸਥਾ ਦੀਆਂ ਕਮਜ਼ੋਰੀਆਂ, ਮਰਾਠਾ ਰਾਜਨੀਤਿਕ ਜਾਣੀ ਕਿ ਉਹਨਾਂ ਦੀ ਰਾਜਨੀਤੀ ਸਹੀ ਨਹੀਂ ਸੀ, ਆਪਸ ਵਿੱਚ ਉਹ ਲੜਦੇ ਰਹਿੰਦੇ ਸੀ। ਮਰਾਠਿਆਂ ਦੀ ਘਟੀਆ ਸੈਨਿਕ ਪ੍ਰਣਾਲੀ, ਉਹਨਾਂ ਦੀ ਸੈਨਾ ਵੀ ਘਟੀਆ ਸੀਗੀ, ਇੰਨੀ ਯੋਗ ਨਹੀਂ ਸੀ। ਅੰਗਰੇਜ਼ਾਂ ਦੀ ਉੱਤਮ ਕੂਟਨੀਤੀ, ਅੰਗਰੇਜ਼ਾਂ ਪਹਿਲੋਂ ਪਾਲਿਸੀ ਬਣਾਉਂਦੇ ਸੀਗੀ, ਇੱਕ ਬਹੁਤ ਹੀ ਵਧੀਆ ਢੰਗ ਦੀ ਕੂਟਨੀਤੀ ਰਚਦੇ ਸੀ, ਫਿਰ ਉਹ ਯੁੱਧ ਵਿੱਚ ਸਾਥ ਦਿੰਦੇ ਸੀ। ਜ਼ਿਆਦਾ ਉੱਤਮ ਅੰਗਰੇਜ਼ੀ ਗੁਪਤਚਰ ਵਿਵਸਥਾ, ਜਾਣੀ ਕਿ ਅੰਗਰੇਜ਼ਾਂ ਦੇ ਕੋਲ ਬਹੁਤ ਸਾਰੇ ਜਸੂਸ ਸਨ ਜਿਹੜੇ ਕਿ ਉਹਨਾਂ ਨੂੰ ਜਸੂਸੀ ਦਿੰਦੇ ਸੀ। ਅੰਗਰੇਜ਼ਾਂ ਦਾ ਪ੍ਰਗਤੀਸ਼ੀਲ ਦ੍ਰਿਸ਼ਟੀਕੋਣ, ਜਾਣੀ ਕਿ ਅੰਗਰੇਜ਼ ਜਿਹੜੇ ਹੋਰ ਅੱਗੇ ਵਧਣਾ ਚਾਹੁੰਦੇ ਸੀ। ਨੈਕਸਟ ਚੈਪਟਰ ਆ ਜਾਓ ਤੁਸੀਂ ਪੇਜ ਨੰਬਰ 25। ਪੇਜ ਨੰਬਰ 25 ਤੇ ਆਪਾਂ ਜਾਣਕਾਰੀ ਵਿੱਚੋਂ ਜੇਕਰ ਕੁਐਸਚਨ ਤੁਹਾਨੂੰ 10 ਮਾਰਕਸ ਦਾ ਹੁੰਦਾ ਬ੍ਰਿਟਿਸ਼ ਰਾਜ ਦਾ ਸੁਦ੍ਰਿੜੀਕਰਨ ਕੀ ਹੁੰਦਾ ਵਾ ਜਾਂ ਸੁਦ੍ਰਿੜੀਕਰਨ ਕਿਵੇਂ ਹੋਇਆ। ਵੈਰੀ ਇੰਪੋਰਟੈਂਟ ਕੁਐਸਚਨ ਆ। ਜਾਣਕਾਰੀ ਵਿੱਚ ਆ ਜਾਓ। ਲਾਰਡ ਹੇਸਟਿੰਗ ਦੇ ਯੁੱਧਾਂ ਨੇ ਕੰਪਨੀ ਅਤੇ ਭਾਰਤੀ ਰਿਆਸਤਾਂ ਦੇ ਸੰਬੰਧਾਂ ਨੂੰ ਇੱਕ ਨਵਾਂ ਮੋੜ ਦਿੱਤਾ। ਸਾਮਰਾਜ ਦੀ ਭਾਵਨਾ ਜਾਗ ਉੱਠੀ ਤੇ ਸਰਵਸ਼੍ਰੇਸ਼ਟਤਾ ਦੇ ਸਿਧਾਂਤ ਦਾ ਵਿਕਾਸ ਹੋਣਾ ਸ਼ੁਰੂ ਹੋਇਆ। ਫਰਵਰੀ 1814 ਈਸਵੀ ਵਿੱਚ ਉਸਦੀ ਆਪਣੀ ਡਾਇਰੀ ਵਿੱਚ ਇਸੇ ਭਾਵਨਾ ਦਾ ਵਰਣਨ ਹੈ। ਨੈਕਸਟ ਆ ਜਾਓ ਬ੍ਰਿਟਿਸ਼ ਰਾਜ ਦਾ ਸੁਦ੍ਰਿੜੀਕਰਨ। ਲਾਰਡ ਹੇਸਟਿੰਗ ਤੋਂ ਬਾਅਦ ਕੰਪਨੀ ਦਾ ਰਿਆਸਤਾਂ ਦੇ ਅੰਦਰੂਨੀ ਪ੍ਰਸ਼ਾਸਨ ਵਿੱਚ ਦਾ ਪ੍ਰਭਾਵ ਵਧਣਾ ਸ਼ੁਰੂ ਹੋ ਗਿਆ, ਜਾਣੀ ਕਿ ਅੰਗਰੇਜ਼ਾਂ ਨੇ ਮਹਾਰਾਜੇ ਜਾਂ ਰਾਜਿਆਂ ਦੇ ਅੰਦਰੂਨੀ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਸ਼ੁਰੂ ਵਿੱਚ ਬ੍ਰਿਟਿਸ਼ ਰੈਜ਼ੀਡੈਂਟ ਕੰਪਨੀ ਅਤੇ ਰਿਆਸਤਾਂ ਵਿੱਚ ਸੰਪਰਕ ਦਾ ਸਾਧਨ ਸੀ, ਪਰੰਤੂ ਹੌਲੀ ਹੌਲੀ ਉਸਦਾ ਪ੍ਰਭਾਵ ਅੰਦਰੂਨੀ ਪ੍ਰਸ਼ਾਸਨ ਵਿੱਚ ਵਧਣ ਲੱਗਾ। ਜਿਵੇਂ ਕੰਪਨੀ ਦੀ ਸਰਵਸ਼੍ਰੇਸ਼ਟਤਾ ਵੱਧਦੀ ਗਈ, ਉਸ ਦੇ ਏਜੰਟਾਂ ਦੀ ਤਾਕਤ ਵੀ ਵੱਧਦੀ ਗਈ। ਉਹ ਇੱਕ ਵਿਦੇਸ਼ੀ ਸ਼ਕਤੀ ਦੇ ਦੂਤ ਦੀ ਥਾਂ ਇੱਕ ਅਧਿਕ ਤਾਕਤਵਰ ਸਰਕਾਰ ਦੇ ਨਿਯੰਤਰਣ ਅਧਿਕਾਰੀ ਦੇ ਰੂਪ ਵਿੱਚ ਕੰਮ ਕਰਨ ਲੱਗੇ। ਲਾਰਡ ਹੇਸਟਿੰਗ ਨੇ ਵੀ ਇਸੇ ਤੱਤ
ਵਰਣਨ ਆਪਣੀ ਡਾਇਰੀ ਵਿੱਚ ਕੀਤਾ ਤੇ ਕਿਹਾ ਹੈ ਕਿ ਆਮ ਤੌਰ ਤੇ ਇਹ ਰੈਜ਼ੀਡੈਂਟ ਇੱਕ ਤਨਖਾਹ ਦਾ ਰੂਪ ਧਾਰਨ ਕਰ ਲੈਂਦੇ ਹਨ, ਨਿੱਜੀ ਮਾਮਲੇ ਵਿੱਚ ਹਸਤਪੇਕ ਕਰਦੇ ਹਨ ਤੇ ਰਾਜ ਦੇ ਵਿਰੁੱਧ ਵਿਦਰੋਹੀ ਪ੍ਰਜਾ ਨੂੰ ਸਮਰਥਨ ਦਿੰਦੇ ਹਨ ਤੇ ਤਾਕਤ ਦੇ ਪ੍ਰਯੋਗ ਦਾ ਭੈੜਾ ਦਿਖਾਵਾ ਕਰਦੇ ਹਨ। ਇੰਨਾ ਹੀ ਇਹਦੇ ਵਿੱਚ ਕਰਾਂਗੇ। ਅੱਗੇ ਹੈਗਾ ਵਾ 26 ਪੇਜ ਤੇ ਚਾਰਟਰ ਅਕਾਊਂਟਰ ਤੋਂ ਕੀ ਭਾਵ ਹੈ 2 ਮਾਰਕਸ ਦਾ ਕੁਐਸਚਨ। ਫਸਟ ਪੈਰਾਗ੍ਰਾਫ ਦੇ ਵਿੱਚ ਇਹਦਾ ਆਨਸਰ ਮਿਲ ਜਾਣਾ ਵਾ 1833 ਦੇ ਚਾਰਟਰ ਐਕਟ ਦੇ ਅਨੁਸਾਰ ਕੰਪਨੀ ਦਾ ਸਰੂਪ ਬਦਲ ਗਿਆ। ਇਹ ਪੈਰਾਗ੍ਰਾਫ ਵਿੱਚ ਤੁਹਾਨੂੰ ਚਾਰਟਰ ਅਕਾਊਂਟਰ ਦਾ ਆਨਸਰ ਮਿਲ ਜੂਗਾ। ਨੈਕਸਟ ਆ ਜਾਓ 27 ਕੇਂਦਰੀ ਸੰਰਚਨਾ ਦਾ ਵਿਕਾਸ ਕਿਵੇਂ ਹੋਇਆ ਜਾਂ ਵਾਰਨ ਹੇਸਟਿੰਗ ਦੇ ਸੁਧਾਰ। ਪਹਿਲਾ ਹੈਗਾ ਵਾ ਪੇਜ ਨੰਬਰ 27 ਵਾਰਨ ਹੇਸਟਿੰਗ ਦੇ ਸੁਧਾਰ। ਇਸ ਤਰ੍ਹਾਂ ਵੀ ਕੁਐਸਚਨ ਆ ਸਕਦਾ ਔਰ ਐਵੇਂ ਵੀ ਆ ਸਕਦਾ ਕਿ ਕੇਂਦਰੀ ਸੰਰਚਨਾ ਦਾ ਵਿਕਾਸ ਕਿਵੇਂ ਹੋਇਆ। ਰੈਗੂਲੇਟਿੰਗ ਐਕਟ ਦੇ ਤਹਿਤ ਵਾਰਨ ਹੇਸਟਿੰਗ ਨੂੰ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਬਣਾਇਆ। ਇਸ ਨੂੰ ਭਾਰਤ ਦਾ ਪਹਿਲਾ ਗਵਰਨਰ ਜਨਰਲ ਵੀ ਕਿਹਾ ਜਾਂਦਾ ਹੈ। ਪਹਿਲਾ ਉਹਨੇ ਸੁਧਾਰ ਕੀਤਾ ਰਾਜਸਵ ਬੋਰਡ। 1772 ਈਸਵੀ ਵਿੱਚ ਵਾਰਨ ਹੇਸਟਿੰਗ ਨੇ ਰਾਜਸਵ ਬੋਰਡ ਦਾ ਗਠਨ ਕੀਤਾ ਤੇ ਖਜ਼ਾਨਾ ਮੁਰਸ਼ਿਦਾਬਾਦ ਤੋਂ ਕਲਕੱਤਾ ਲਿਆਂਦਾ ਗਿਆ। ਦੂਸਰਾ ਹੈਗਾ ਭੂਮੀ ਸੁਧਾਰ। ਨਿਆਇਕ ਸੁਧਾਰ ਬਹੁਤ ਈਜ਼ੀ ਹੈ, ਤੁਸੀਂ ਖੁਦ ਪੜ੍ਹ ਸਕਦੇ ਹੋ। ਏਸ਼ੀਆਟਿਕ ਸੁਸਾਇਟੀ ਆਫ ਬੰਗਾਲ, ਦਾਸ ਵਪਾਰ ਤੇ ਰੋਕ, ਸਿਵਲ ਸੇਵਾ, ਪੁਲਿਸ ਸੇਵਾ, ਸਥਾਈ ਬੰਦੋਬਸਤ, ਸਹਾਇਕ ਸੰਧੀ। ਇਹਦੇ ਵਿੱਚ ਮੈਂ ਤੁਹਾਨੂੰ ਸਿਵਲ ਸੇਵਾ ਜਿਹੜਾ ਰੀਡ ਕਰ ਦਿੰਦੀ ਹਾਂ। ਕਾਰਨਵਾਲਿਸ ਭਾਰਤ ਵਿੱਚ ਸਿਵਲ ਸੇਵਾ ਦਾ ਜਨਮਦਾਤਾ ਸੀ। ਇਸ ਸੇਵਾ 'ਚ 1953 ਈਸਵੀ ਤੋਂ ਪ੍ਰਤੀਯੋਗਾਤਮਕ ਪ੍ਰੀਖਿਆ ਹੋਣ ਲੱਗੀ। ਇਹ ਸ਼ੁਰੂ ਵਿੱਚ ਇੰਗਲੈਂਡ ਵਿੱਚ ਹੁੰਦੀ ਸੀ, ਪਰੰਤੂ 1923 ਈਸਵੀ ਤੋਂ ਇਹ ਭਾਰਤ ਵਿੱਚ ਹੋਣ ਲੱਗੀ। 1863 ਈਸਵੀ ਵਿੱਚ ਪਹਿਲੇ ਭਾਰਤੀ ICS ਸਤਿੰਦਰਨਾਥ ਟੈਗੋਰ ਸਨ। ਸੁਰਿੰਦਰਨਾਥ ਬੈਨਰਜੀ ਜਦੋਂ ਅਸਾਮ ਦੇ ਕਲੈਕਟਰ ਸਨ, ਉਦੋਂ ਉਹਨਾਂ ਨੂੰ ਨਿਲੰਬਿਤ ਕਰ ਦਿੱਤਾ ਗਿਆ, ਯਾਨੀ ਕਿ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਅਰਵਿੰਦ ਘੋਸ਼ ਘੋੜਸਵਾਰੀ ਦੀ ਪ੍ਰੀਖਿਆ ਪਾਸ ਨਹੀਂ ਕਰ ਸਕੇ, ਜਦੋਂ ਕਿ ਸੁਭਾਸ਼ ਚੰਦਰ ਬੋਸ ਨੇ ਪ੍ਰੀਖਿਆ ਪਾਸ ਕਰਨ ਦੇ ਬਾਵਜੂਦ ਤਿਆਗ ਪੱਤਰ ਦੇ ਦਿੱਤਾ ਸੀ। ਸ਼ੁਰੂ ਵਿੱਚ ਇਸ ਪ੍ਰੀਖਿਆ ਦੀ ਅਧਿਕਤਮ ਉਮਰ 23 ਸਾਲ ਸੀ। ਇਸ ਨੂੰ ਲਿਟਨ ਨੇ ਘਟਾ ਕੇ 19 ਸਾਲ ਕਰ ਦਿੱਤੀ, ਯਾਨੀ ਕਿ ਇਹ ਪ੍ਰੀਖਿਆ ਦੇਣ ਦੀ ਉਮਰ ਪਹਿਲੇ 23 ਸਾਲ ਸੀ, ਉਸ ਤੋਂ ਬਾਅਦ 19 ਸਾਲ ਦਾ ਵਿਦਿਆਰਥੀ ਵੀ ਇਹ ਪ੍ਰੀਖਿਆ ਜਿਹੜੀ ਦੇ ਸਕਦਾ ਸੀ। ਸਿਵਲ ਸੇਵਾ, ਪੁਲਿਸ ਸੇਵਾ, ਸਥਾਈ ਬੰਦੋਬਸਤ ਔਰ ਸਹਾਇਕ ਸੰਧੀ, ਇਹ ਸਾਰੇ ਉਹਦੇ ਸੁਧਾਰ ਸੀ ਉਹਨੇ ਕੀਤੇ ਭਾਰਤ ਵਿੱਚ। ਨੈਕਸਟ ਪੇਜ ਹੈਗਾ 28 ਫੋਰਟ ਵਿਲੀਅਮ ਕਾਲਜ ਖੋਲਿਆ। ਫਿਰ ਉਹਨੇ ਆਂਗਲ ਨੇਪਾਲ ਯੁੱਧ ਕੀਤਾ ਇੱਕ, ਔਰ ਪਿੰਡਾਰੀਆਂ ਦਾ ਦਮਨ ਕੀਤਾ। ਪਿੰਡਾਰੀ ਕੌਣ ਸਨ? ਇਹ 2 ਮਾਰਕਸ ਦਾ ਕੁਐਸਚਨ ਆਉਂਦਾ ਵਾ। ਪਿੰਡਾਰੀ ਜਿਹੜੇ ਉਹ ਡਾਕੂ ਸੀਗੇ, ਜਿਹੜੇ ਹਮੇਸ਼ਾ ਲੁੱਟਦੇ ਰਹਿੰਦੇ ਸੀ ਲੋਕਾਂ ਨੂੰ। ਨੈਕਸਟ ਆ ਜਾਓ ਮਰਾਠਾ ਸੰਘ ਦਾ ਅੰਤ। ਸਤੀ ਪ੍ਰਥਾ ਦਾ ਅੰਤ ਕੀਤਾ ਇਹਨੇ ਵਿਲੀਅਮ ਬੈਂਟਿੰਗ ਨੇ। ਠੱਗੀ ਪ੍ਰਥਾ ਦਾ ਅੰਤ, ਸਰਕਾਰੀ ਸੇਵਾਵਾਂ ਵਿੱਚ ਭੇਦਭਾਵ ਦਾ ਅੰਤ, ਅੰਗਰੇਜ਼ੀ ਸਿੱਖਿਆ ਦਾ ਮਾਧਿਅਮ ਬਣਾਉਣਾ, ਕਲਕੱਤਾ ਮੈਡੀਕਲ ਕਾਲਜ, ਭਾਰਤੀ ਰਿਆਸਤਾਂ ਦੇ ਪ੍ਰਤੀਨਿਧੀ ਔਰ ਪੰਜਾਬ ਦਾ ਵਿਲੇ। ਨੈਕਸਟ ਆ ਗਿਆ 29 ਤੇ ਵਿਪਕਤ ਦਾ ਸਿਧਾਂਤ ਜਾਂ ਰਾਜ ਹੜੱਪਣ ਦੀ ਨੀਤੀ। ਵਿਪਕਤ ਦਾ ਸਿਧਾਂਤ ਵੈਰੀ ਵੈਰੀ ਇੰਪੋਰਟੈਂਟ, ਜੋ 2 ਮਾਰਕਸ ਦਾ ਕੁਐਸਚਨ। ਵਿਪਕਤ ਦਾ ਸਿਧਾਂਤ ਉਸ ਤੋਂ ਅੱਗੇ ਆ ਗਿਆ ਸੈਨਿਕ ਸੁਧਾਰ, ਸਿੱਖਿਆ ਸੰਬੰਧੀ ਸੁਧਾਰ, ਰੇਲਵੇ ਲਾਈਨ, ਵਿਦਿਅਤ ਤਾਰ, ਡਾਕ ਸੁਧਾਰ, ਸਰਵਜਨਿਕ ਨਿਰਮਾਣ ਵਿਭਾਗ, ਲੋਕ ਸਿੱਖਿਆ ਵਿਭਾਗ ਔਰ ਭਾਰਤ ਦਾ ਵਾਇਸਰਾਏ। ਇਹ ਸਾਰੇ ਸੁਧਾਰ ਸੀਗੇ ਜਿਹੜੇ ਕਿ ਅੰਗਰੇਜ਼ਾਂ ਨੇ ਇੰਡੀਆ ਦੇ ਵਿੱਚ ਕੀਤੇ ਸੀ। ਨੈਕਸਟ ਆ ਗਿਆ ਰੈਗੂਲੇਟਿੰਗ ਐਕਟ ਔਰ ਪਿਟਸ ਐਕਟ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਜੇ, ਦੋਨੋਂ ਵੀ ਕਈ ਵਾਰੀ ਆਉਂਦੇ ਆ ਔਰ ਦੋਨਾਂ ਚੋਂ ਕਈ ਵਾਰੀ ਇੱਕ ਵੀ ਆ ਜਾਂਦਾ। ਰੈਗੂਲੇਟਿੰਗ ਔਰ ਪਿਟਸ, ਹਾਂਜੀ ਰੈਗੂਲੇਟਿੰਗ ਐਕਟ ਜਿਹੜਾ ਵਾ ਫਸਟ ਪੈਰਾਗ੍ਰਾਫ ਵਿੱਚੋਂ ਵੀ ਆਪਾਂ ਥੋੜੀਆਂ ਜਿਹੀਆਂ ਲਾਈਨਾਂ ਲਵਾਂਗੇ 31 ਤੇ, ਔਰ ਉਸ ਤੋਂ ਬਾਅਦ ਰੈਗੂਲੇਟਿੰਗ ਐਕਟ ਦੇ ਪ੍ਰਾਵਧਾਨ ਯਾਨੀ ਕਿ ਇਹਦੇ ਨਿਯਮ ਵੀ ਆਪਾਂ ਥੋੜੇ ਜਿਹੇ ਪੜਾਂਗੇ। ਪਾਸ ਹੋਣ ਦੀਆਂ ਘਟਨਾਵਾਂ। ਭਾਰਤ ਦਾ ਮਤਲਬ ਹੁੰਦਾ ਵਾ ਪਾਸ ਹੋਣਾ। ਦੋਹਰੀ ਪ੍ਰਣਾਲੀ ਦੇ ਅਧੀਨ ਭਾਰਤੀ ਪ੍ਰਜਾ ਉੱਤੇ ਹੁੰਦੇ ਹੋਏ ਅਤਿਆਚਾਰ ਦੇ ਵਿਸ਼ੇ ਵਿੱਚ ਇੱਕ ਮੁਸਲਿਮ ਇਤਿਹਾਸਕਾਰ ਨੇ ਆਪਣੀ ਪੁਸਤਕ ਵਿੱਚ ਸਿਆਰ ਉਲ ਮੁਤਖੈਰੀਨ ਵਿੱਚ ਉਲੇਖ ਕੀਤਾ ਹੈ। ਬੁੱਕ ਦਾ ਨਾਮ ਲਿਖਣ ਦੀ ਜ਼ਰੂਰਤ ਨਹੀਂ ਹੁੰਦੀ। ਜਨਤਾ ਦੇ ਹਿੱਤਾਂ ਵਿੱਚ ਦੀ ਪੂਰੀ ਤਰ੍ਹਾਂ ਅਣਦੇਖੀ ਕਰਦੇ ਹੋਏ ਕੰਪਨੀ ਨੇ ਆਪਣੇ ਅਧਿਕਾਰੀਆਂ ਪ੍ਰਜਾ ਉੱਤੇ ਅਨੰਤ ਅਤਿਆਚਾਰ ਕਰਨ ਦੀ ਆਗਿਆ ਦੇ ਦਿੱਤੀ। ਇਸ ਵਿੱਚ 1777 ਈਸਵੀ ਵਿੱਚ ਇੱਕ ਭੀਸ਼ਣ ਅਕਾਲ ਪਿਆ, ਜੋ ਕਿ ਸ਼ਾਇਦ ਭਾਰਤ ਦੇ ਲਿਖਤ ਇਤਿਹਾਸ ਵਿੱਚ ਸਭ ਤੋਂ ਭਿਆਨਕ ਅਕਾਲ ਸੀ। ਕੰਪਨੀ ਨੇ ਇਸ ਅਕਾਲ ਦੀ ਭੀਸ਼ਣਤਾ ਨੂੰ ਘੱਟ ਕਰਨ ਦਾ ਲੇਸ਼ ਮਾਤਰ ਵੀ ਪ੍ਰਯਤਨ ਨਹੀਂ ਕੀਤਾ, ਜਾਣੀ ਕਿ ਇਹਨਾਂ ਨੇ ਇਸ ਅਕਾਲ ਨੂੰ ਘੱਟ ਕਰਨ ਦਾ ਥੋੜਾ ਬਹੁਤਾ ਵੀ ਯਤਨ ਨਹੀਂ ਕੀਤਾ।
ਬਲਕਿ ਅੰਗਰੇਜ਼ ਵਪਾਰੀਆਂ ਨੇ ਇਸ ਦਾ ਅਨੁਚਿਤ ਲਾਭ ਉਠਾ ਕੇ ਬਹੁਤ ਧਨ ਕਮਾਇਆ। ਇੱਕ ਅੰਗਰੇਜ਼ ਨੈਕਸਟ ਪੈਰਾਗ੍ਰਾਫ ਤੇ ਆਵਾਂਗੇ। ਵਾਰਨ ਹੇਸਟਿੰਗ ਨੇ 1772 ਵਿੱਚ ਆਉਣ ਤੋਂ ਪਹਿਲਾਂ 12 ਸਾਲ ਤੱਕ ਅੰਗਰੇਜ਼ ਵਪਾਰੀ ਬੰਗਾਲ ਵਿੱਚੋਂ ਲੁੱਟੇ ਹੋਏ ਸੋਨੇ ਨਾਲ ਭਰੇ ਥੈਲੇ ਇੰਗਲੈਂਡ ਲੈ ਜਾਂਦੇ ਰਹੇ। ਇਹਨਾਂ ਅੰਗਰੇਜ਼ ਨਵਾਬਾਂ ਨੂੰ ਸਮਕਾਲੀਨ ਅੰਗਰੇਜ਼ੀ ਅਭਿਜਾਤ ਵਰਗ ਜਿਸ ਤਿਰਸਕਾਰ, ਈਰਖਾ ਤੇ ਘ੍ਰਿਣਾ ਦੀ ਨਜ਼ਰਾਂ ਨਾਲ ਵੇਖਦਾ ਸੀ, ਉਹ ਸਮਕਾਲੀਨ ਸੰਸਮਰਨਾਂ ਅਤੇ ਪੱਤਰ ਵਿਵਹਾਰਾਂ ਤੋਂ ਸਪਸ਼ਟ ਹੈ। ਇਹਦੇ ਵਿੱਚ ਅੱਗੇ ਪੈਰਾਗ੍ਰਾਫ 'ਚ ਪੜ੍ਹਨ ਦੀ ਜ਼ਰੂਰਤ ਨਹੀਂ, ਮੈਂ ਐਵੇਂ ਤੁਹਾਨੂੰ ਓਵਰਵਿਊ ਦੇ ਦਿੰਦੀ ਹਾਂ। ਇਹਦੇ ਵਿੱਚ ਕਿਹਾ ਕਿ ਜਦੋਂ ਕੰਪਨੀ ਦੇ ਅਧਿਕਾਰੀ ਜਿਹੜੇ ਸੀ ਲੱਖਾਂ ਰੁਪਇਆ ਜਾਂ ਸੋਨਾ ਚਾਂਦੀ ਦੀਆਂ ਮੋਹਰਾਂ ਜਿਹੜੀਆਂ ਸੀ ਉਹ ਥੈਲਿਆਂ 'ਚ ਭਰ ਭਰ ਕੇ ਆਪਣੇ ਦੇਸ਼ ਇੰਗਲੈਂਡ ਲਈ ਜਾਂਦੇ ਸੀ। ਉਹ ਚੀਜ਼ ਜਿਹੜੀ ਸੀ ਉਹ ਉੱਥੋਂ ਦੀ ਜਿਹੜੀ ਸੰਸਦ ਸੀ ਉਹਦੇ ਕੋਲ ਬਰਦਾਸ਼ਤ ਨਾ ਹੋਈ, ਔਰ ਉਹਨੇ ਕੰਪਨੀ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਇਹ ਬਿਆਨ ਲਗਾ ਦਿੱਤਾ ਕਿ ਤੁਸੀਂ ਆਉਂਦੇ ਜਾਂਦੇ ਸਮੇਂ ਸਾਨੂੰ ਆਪਣੇ ਬੈਗ ਤੇ ਆਪਣੇ ਸੂਟਕੇਸ ਜੋ ਵੀ ਤੁਸੀਂ ਲੈਂਦੇ ਉਹਦੀ ਚੈਕਿੰਗ ਕਰਾਓਗੇ। ਇਹਦੇ ਨਾਲ ਇੱਕ ਐਕਟ ਪਾਸ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਅਫਸਰਾਂ ਦੀਆਂ ਜਿਹੜੀ ਚੈਕਿੰਗ ਕਰਦੇ ਸੀ, ਔਰ ਉਹ ਜਿਹੜਾ ਜੋ ਵੀ ਉਹਨਾਂ ਕੋਲੋਂ ਸੋਨੇ ਦੀਆਂ ਮੋਹਰਾਂ ਜਾਂ ਕੋਈ ਵੀ ਚੀਜ਼ ਹੁੰਦੀ ਸੀ ਉਹ ਸਰਕਾਰ ਦੇ ਖਾਤੇ ਵਿੱਚ, ਉੱਥੋਂ ਦੀ ਸਰਕਾਰ ਦੇ ਖਾਤੇ ਵਿੱਚ ਚਲੇ ਜਾਂਦੀ ਸੀ। ਅੱਗੇ ਹੈਗਾ ਰੈਗੂਲੇਟਿੰਗ ਐਕਟ ਦੇ ਪ੍ਰਾਵਧਾਨ ਕਿ ਇਹਦੇ ਕਾਨੂੰਨ ਕੀ ਸੀਗੇ। ਇਸ ਅਧਿਨਿਯਮ ਦੁਆਰਾ ਕੰਪਨੀ ਦੇ ਸੰਵਿਧਾਨ ਵਿੱਚ ਇੰਗਲੈਂਡ ਅਤੇ ਭਾਰਤ ਦੋਹਾਂ ਵਿੱਚ ਪਰਿਵਰਤਨ ਲਿਆਂਦੇ ਗਏ। ਇੰਗਲੈਂਡ ਵਿੱਚ ਸਵਾਮੀਆਂ ਦੇ ਅਧਿਕਤਰ ਵਿੱਚ ਵੋਟ ਦੇਣ ਦਾ ਅਧਿਕਾਰ ਸਿਰਫ ਉਹਨਾਂ ਲੋਕਾਂ ਨੂੰ ਦਿੱਤਾ ਗਿਆ ਜਿਹੜੇ ਚੁਣਾਵ ਵਿੱਚ ਘੱਟ ਤੋਂ ਘੱਟ 1 ਸਾਲ ਪਹਿਲਾਂ ਤੱਕ 1000 ਪਾਉਂਡ ਦੇ ਸ਼ੇਅਰ ਦੇ ਸਵਾਮੀ ਹੋ ਰਹੇ ਹੋਣਗੇ, ਅਤੇ ਇਹ ਨਿਸ਼ਚਾ ਹੋਇਆ ਕਿ ਕੋਰਟ ਆਫ ਡਾਇਰੈਕਟਰਸ 4 ਸਾਲ ਲਈ ਚੁਣਿਆ ਜਾਵੇਗਾ ਤੇ ਡਾਇਰੈਕਟਰਾਂ ਦੀ ਸੰਖਿਆ 24 ਹੋਵੇਗੀ, ਜਿਸ ਤੋਂ 25% ਪ੍ਰਤੀ ਸਾਲਾਨਾ ਛੁੱਟ ਪ੍ਰਾਪਤ ਕਰਨਗੇ। ਡਾਇਰੈਕਟਰਾਂ ਨੂੰ ਇਹ ਆਦੇਸ਼ ਹੋਇਆ ਕਿ ਉਹ ਇਹ ਵਿੱਤ ਵਿਭਾਗ ਦੇ ਸਾਹਮਣੇ ਭਾਰਤ ਪ੍ਰਸ਼ਾਸਨ ਦੇ ਰਾਜਸਵ ਸੰਬੰਧੀ ਰਾਜ ਸਚਿਵ ਅਤੇ ਸਮੁੱਖ ਸੈਨਿਕ ਅਤੇ ਅਸੈਨਿਕ ਪ੍ਰਸ਼ਾਸਨ ਸੰਬੰਧੀ ਸਾਰੇ ਪੱਤਰ ਵਿਵਹਾਰ ਪ੍ਰਸਤੁਤ ਕਰਨ, ਯਾਨੀ ਕਿ ਪੇਸ਼ ਕਰਨ। ਇਸ ਪ੍ਰਕਾਰ ਪਹਿਲੀ ਵਾਰ ਬ੍ਰਿਟਿਸ਼ ਮੰਤਰੀ ਮੰਡਲ ਨੂੰ ਭਾਰਤੀ ਮਾਮਲਿਆਂ ਵਿੱਚ ਨਿਯੰਤਰਣ ਕਰਨ ਦਾ ਅਧਿਕਾਰ ਦਿੱਤਾ ਗਿਆ, ਚਾਹੇ ਇਹ ਅਧਿਕਾਰ ਅਪੂਰਨ ਸੀਗਾ। ਬਸ ਇਹਦੇ ਵਿੱਚ ਆਪਾਂ ਇੰਨੇ ਕੀ ਕਰਾਂਗੇ, 2-4 ਲਾਈਨਾਂ ਅੱਗੋਂ ਆਪਣੇ ਤਰੀਕੇ ਨਾਲ ਤੁਸੀਂ ਲਿਖ ਦੇਣੀਆਂ। ਅਧਿਨਿਯਮ ਦੀ ਆਲੋਚਨਾ ਇਹ ਨਹੀਂ ਆਉਣਾ। ਨੈਕਸਟ ਹੈਗਾ 33, ਜਿਸ ਤਰ੍ਹਾਂ ਰੈਗੂਲੇਟਿੰਗ ਐਕਟ ਪਾਸ ਹੋਇਆ ਸੀ ਉਸੇ ਤਰ੍ਹਾਂ ਇੱਕ ਪਿਟਸ ਦਾ ਇੰਡੀਆ ਐਕਟ ਪਾਸ ਕੀਤਾ ਗਿਆ, ਜਿਹੜਾ ਕਿ ਇੰਗਲੈਂਡ ਦੀ ਸੰਸਦ ਵੱਲੋਂ ਕੀਤਾ ਗਿਆ ਸੀ ਪਾਸ। ਇਹਦਾ 2-4 ਲਾਈਨਾਂ ਮੈਂ ਪੜ੍ਹ ਦੂੰਗੀ, ਬਾਕੀ ਪੈਰਾਗ੍ਰਾਫ ਤੁਸੀਂ ਖੁਦ ਵਿੱਚੋਂ ਲਾਈਨਾਂ ਮੇਨ ਪਿਕ ਕਰਨੀਆਂ। 1772 ਤੋਂ 1781 ਚ ਕੰਪਨੀ ਦੇ ਮਾਮਲਿਆਂ ਦੀ ਛਾਣਬੀਣ ਕਰਨ ਲਈ ਦੋਵੇਂ ਇੱਕ ਪ੍ਰਵਰ ਸਮਿਤੀ ਅਤੇ ਇੱਕ ਗੁਪਤ ਸਮਿਤੀ ਨਿਯੁਕਤ ਕੀਤੀ। ਜਿਹੜੀ ਸੰਸਦ ਸੀ ਨਾ, ਉਹਨੇ ਜਿਹੜੇ ਅਧਿਕਾਰੀ ਸੀਗੇ ਕੰਪਨੀ ਦੇ ਅਧਿਕਾਰੀ ਸੀਗੇ, ਉਹਨਾਂ ਦੀ ਜਾਂਚ ਪੜਤਾਲ ਵਾਸਤੇ ਉਹਨਾਂ ਨੇ 2 ਸਮਿਤੀਆਂ ਬਣਾਈਆਂ। ਇੱਕ ਪ੍ਰਵਰ ਸਮਿਤੀ ਸੀਗੀ ਔਰ ਦੂਸਰੀ ਗੁਪਤ ਸਮਿਤੀ ਸੀ, ਜਿਹੜੀ ਉਹਨਾਂ ਦੀ ਜਾਂਚ ਵਾਸਤੇ ਭਾਰਤ ਆਈ ਸੀ। ਪ੍ਰਵਰ ਸਮਿਤੀ ਨੇ ਉੱਚਤਮ ਨਿਆਲਿਆ ਤੇ ਬੰਗਾਲ ਪਰਿਸ਼ਦ ਦੇ ਆਪਸੀ ਸੰਬੰਧਾਂ ਦੇ ਵਿਸ਼ੇ ਵਿੱਚ, ਅਤੇ ਗੁਪਤ ਸਮਿਤੀ ਨੇ ਮਰਾਠਾ ਯੁੱਧ ਦੇ ਕਾਰਨਾਂ ਦੀ ਜਾਂਚ ਕੀਤੀ। ਭਾਰੀ ਭਰਕਮ ਰਿਪੋਰਟਾਂ ਦਾ ਕੰਪਨੀ ਦੇ ਆਲੋਚਕਾਂ ਨੇ ਸੰਸਦ ਦੇ ਵਾਦ ਵਿੱਚ ਖੁੱਲ੍ਹ ਕੇ ਪ੍ਰਯੋਗ ਕੀਤਾ। ਸੰਸਦ ਦਾ ਕੰਪਨੀ ਦੇ ਮਾਲ ਵਿੱਚ ਹਸਤਪੇਕ ਕਰਨਾ ਉਸ ਸਮੇਂ ਹੋਰ ਵੀ ਜ਼ਰੂਰੀ ਹੋ ਗਿਆ। ਜਦੋਂ ਮਰਾਠਾ ਯੁੱਧ ਦੇ ਕਾਰਨ ਕੰਪਨੀ ਦੀਆਂ ਵਿੱਤੀ ਕਠਿਨਾਈਆਂ ਵੱਧ ਗਈਆਂ ਤਾਂ ਉਸਨੇ 10 ਲੱਖ ਪਾਉਂਡ ਦਾ ਇੱਕ ਹੋਰ ਕਰਜ਼ਾ ਮੰਗਿਆ। ਗੁਪਤ ਸਮਿਤੀ ਦੇ ਅਧਿਅਕਸ਼ ਡੰਡਾਸ ਦੁਆਰਾ ਪ੍ਰਸਤੁਤ ਵਿਧੇਇਕ ਹੁੰਦਾ ਬਿੱਲ ਅਸਵੀਕਾਰ ਕਰ ਦਿੱਤਾ ਗਿਆ। ਇਸ ਤੇ ਫੋਕਸ ਨੇ ਇੰਡੀਆ ਬਿੱਲ ਪ੍ਰਸਤੁਤ ਕੀਤਾ। ਵਾਸਤਵ ਵਿੱਚ ਇਹ ਬਿੱਲ ਬਰਕ ਅਤੇ ਫਿਲਿਪ ਫਰਾਂਸੀਸੀ ਨੇ ਹੀ ਤਿਆਰ ਕੀਤਾ ਸੀ। ਇਸ ਦੇ ਅਨੁਸਾਰ ਕੰਪਨੀ ਦੀ ਰਾਜਨੀਤਿਕ ਅਤੇ ਸੈਨਿਕ ਸ਼ਕਤੀ 7 ਆਯੁਕਤਾਂ ਦੇ ਬੋਰਡ ਨੂੰ ਸੌਂਪੀ ਜਾਣੀ ਸੀ, ਅਤੇ ਵਪਾਰਕ ਕੰਮ ਉਹਨਾਂ ਦੇ ਅਧੀਨ 9 ਉਪ ਨਿਰਦੇਸ਼ਕ ਨੂੰ। ਜੇਕਰ ਇਹ ਬਿੱਲ ਕਹਿੰਦਾ ਕਿ ਜੇ ਇਹ ਬਿੱਲ ਪਾਸ ਹੋ ਜਾਂਦਾ ਇਸ ਦੇ ਅਨੁਸਾਰ ਕੰਪਨੀ ਦੀ ਰਾਜਨੀਤਿਕ ਅਤੇ ਸੈਨਿਕ ਸ਼ਕਤੀ 7 ਆਯੁਕਤਾਂ ਦੇ ਬੋਰਡ ਨੂੰ ਸੌਂਪੀ ਜਾਣੀ ਸੀ, ਅਤੇ ਵਪਾਰਕ ਦੇ ਉਹਨਾਂ ਦੇ ਅਧੀਨ 9 ਉਪ ਨਿਰਦੇਸ਼ਕ ਨੂੰ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਤਾਂ ਕੰਪਨੀ ਇੱਕ ਰਾਜਨੀਤਿਕ ਸ਼ਕਤੀ ਵਿੱਚ ਦੇ ਰੂਪ ਵਿੱਚ ਖਤਮ ਹੋ ਜਾਂਦੀ। ਇਹ ਬਿੱਲ ਹਾਊਸ ਆਫ ਕਾਮਨਸ ਵਿੱਚ ਪਾਸ ਹੋ ਗਿਆ, ਪਰੰਤੂ ਹਾਊਸ ਆਫ ਲਾਰਡਸ ਦੇ ਪਾਸ ਨਹੀਂ ਹੋ ਸਕਿਆ। ਲਾਰਡ ਨਾਰਥ ਫਾਕਸ ਦੀ ਮਿਲੀ ਜੁਲੀ ਸਰਕਾਰ ਨੂੰ ਤਿਆਗ ਪੱਤਰ ਦੇਣਾ ਪਿਆ। ਇਹ ਪਹਿਲਾ ਤੇ ਆਖਰੀ ਮੌਕਾ ਸੀ ਜਦੋਂ ਅੰਗਰੇਜ਼ੀ ਸਰਕਾਰ ਭਾਰਤੀ ਮਾਮਲੇ ਤੇ ਟੁੱਟ ਗਈ। ਜਨਵਰੀ 1784 ਵਿੱਚ ਪ੍ਰਧਾਨ ਮੰਤਰੀ ਬਣਿਆ ਪਿਟਸ ਪ੍ਰਧਾਨ ਮੰਤਰੀ ਬਣਿਆ। ਇਸੇ ਕਰਕੇ ਇਸ ਬਿੱਲ ਦਾ ਨਾਮ ਪਿਟਸ ਦਾ ਇੰਡੀਆ ਐਕਟ ਆ, ਕਿਉਂਕਿ ਉਦੋਂ ਦਾ ਪ੍ਰਧਾਨ ਮੰਤਰੀ ਜਿਹੜਾ ਸੀ ਪਿਟ ਸੀਗਾ। ਉਸਨੇ ਇੱਕ ਨਵਾਂ ਵਿਧੇਇਕ ਪ੍ਰਸਤੁਤ ਕੀਤਾ। ਦੂਜਾ ਪਰਤਨ ਵੀ ਹੋ ਗਿਆ, ਪਰੰਤੂ ਜਲਦੀ ਹੀ ਮੰਤਰੀ ਮੰਡਲ ਟੁੱਟ ਗਿਆ। ਨਵੀਂ ਸੰਸਦ ਮਈ 1784 ਚ ਗਠਿਤ ਹੋਈ। ਇਹੀ ਪੁਰਾਣਾ ਜਨਵਰੀ ਦੀ ਸੰਸਦ ਵਾਲਾ ਵਿਧੇਇਕ ਕਾਮਨ ਸਭਾ ਵਿੱਚ ਜੁਲਾਈ 1784 ਵਿੱਚ ਅਤੇ ਲਾਰਡ ਵਿੱਚ ਅਗਸਤ ਮਹੀਨੇ ਵਿੱਚ ਪਾਸ ਹੋ ਗਿਆ। ਭਾਰਤ ਦਾ ਮਤਲਬ ਹੁੰਦਾ ਪਾਸ।
ਫੌਕਸ ਦਾ ਇਹ ਕਥਨ ਹੈ ਕਿ ਉਸਦਾ ਬਿੱਲ ਜ਼ਿਆਦਾ ਉੱਤਮ ਸੀ। ਪਿਟ ਨੇ ਇੱਕ ਹੋਰ ਸਾਵਧਾਨੀ ਪ੍ਰਯੋਗ ਕੀਤੀ ਕਿ ਇਸ ਵਿਧਾਇਕ ਲਈ ਕੰਪਨੀ ਦੀ ਸਵੀਕ੍ਰਿਤੀ ਪਹਿਲਾਂ ਹੀ ਲੈ ਲਈ ਸੀ। ਇਸ ਤਰ੍ਹਾਂ ਵਿਧੇਇਕ ਦੇ ਵਿਰੋਧ ਨੂੰ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ। ਅਸਲ ਵਿੱਚ ਫੌਕਸ ਅਤੇ ਪਿਟਸ ਦੇ ਵਿਧੇਇਕ ਲਗਭਗ ਇੱਕ ਤਰ੍ਹਾਂ ਦੇ ਹੀ ਸਨ। ਭਿੰਨਤਾ ਇਹ ਸੀ ਕਿ ਫੌਕਸ ਦੇ ਬਿੱਲ 'ਚ ਕੰਪਨੀ ਸੰਰਕਸ਼ਣ ਨੂੰ ਖਤਮ ਕਰ ਦਿੱਤਾ ਸੀ, ਜਦੋਂ ਕਿ ਇਸ ਵਿੱਚ ਜਾਰੀ ਰੱਖਿਆ ਗਿਆ ਸੀ। ਬਸ ਇੰਨਾ ਹੀ ਆਪਾਂ ਕਰਾਂਗੇ। ਨੈਕਸਟ ਹੈਗਾ ਇਕਾਈ 3, ਧਾਰਮਿਕ ਸੁਧਾਰ ਅੰਦੋਲਨ। ਧਾਰਮਿਕ ਸੁਧਾਰ ਅੰਦੋਲਨ ਵਿੱਚ ਸਭ ਤੋਂ ਪਹਿਲਾਂ ਬ੍ਰਹਮੋ ਸਮਾਜ ਵਾਲਿਆਂ ਨੇ ਅੰਦੋਲਨ ਕੀਤੇ। ਇਹ ਅੰਦੋਲਨ ਹੋਏ ਸੀਗੇ ਸਮਾਜ ਵਿੱਚ ਜਿਹੜੀਆਂ ਬੁਰਾਈਆਂ ਸੀ ਉਹਨਾਂ ਨੂੰ ਖਤਮ ਕਰਨ ਵਾਸਤੇ ਔਰ ਅੰਗਰੇਜ਼ਾਂ ਦੇ ਵਿਰੁੱਧ। ਉਸ ਤੋਂ ਬਾਅਦ ਆਰਿਆ ਸਮਾਜ, ਇਹਨਾਂ ਨੇ ਵੀ ਬਹੁਤ ਸਾਰੇ ਅੰਦੋਲਨ ਕੀਤੇ। ਇਹ ਵੀ ਸਮਾਜ ਵਿੱਚ ਫੈਲ ਰਹੀਆਂ ਬੁਰਾਈਆਂ ਤੇ ਅੰਗਰੇਜ਼ਾਂ ਦੇ ਵਿਰੁੱਧ ਹੋਏ ਸੀਗੇ। ਇਹ ਦੋ ਜਿਹੜੇ ਅੰਦੋਲਨ ਨੇ ਵੈਰੀ ਵੈਰੀ ਇੰਪੋਰਟੈਂਟ ਨੇ। ਔਰ ਉਸ ਤੋਂ ਅੱਗੇ ਆ ਗਿਆ 45 ਆਰਿਆ ਸਮਾਜ। ਇਹਨਾਂ ਨੇ ਵੀ ਕਾਫੀ ਸਾਰੇ ਅੰਦੋਲਨ ਕੀਤੇ ਸੀਗੇ ਅੰਗਰੇਜ਼ਾਂ ਦੇ ਖਿਲਾਫ ਔਰ ਆਪਣੇ ਭਾਰਤੀ ਜਿਹੜੇ ਪੁਰਾਣੇ ਰੀਤੀ ਰਿਵਾਜ ਸੀ ਜਾਂ ਜਿਹੜੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਦੇ ਵਿਰੁੱਧ ਇਹ ਜਿਹੜੇ ਅੰਦੋਲਨ ਹੋਏ ਸੀਗੇ। ਇਹ ਅੰਦੋਲਨ ਤੁਸੀਂ ਖੁਦ ਰੀਡ ਕਰ ਲੈਣਾ। ਇਹਦੇ ਵਿੱਚ ਨਾ ਚਲੋ ਮੈਂ ਕਰ ਹੀ ਦਿੰਦੀ ਥੋੜਾ ਜਿਹਾ ਰੀਡ। ਬ੍ਰਹਮ ਸਮਾਜ ਦਾ ਕਰਾਂਗੇ ਪਹਿਲਾਂ 39 ਤੇ। ਹਿੰਦੂ ਧਰਮ ਵਿੱਚ ਪਹਿਲਾ ਸੁਧਾਰ ਅੰਦੋਲਨ, ਯਾਨੀ ਕਿ ਹਿੰਦੂ ਧਰਮ ਵਿੱਚ ਸਭ ਤੋਂ ਪਹਿਲਾ ਸੁਧਾਰ ਅੰਦੋਲਨ ਜਿਹੜਾ ਸੀ ਬ੍ਰਹਮ ਸਮਾਜ ਵੱਲੋਂ ਕੀਤਾ ਗਿਆ, ਜਿਸ ਨੇ ਆਧੁਨਿਕ ਪੱਛਮੀ ਵਿਚਾਰਧਾਰਾ ਦਾ ਬਹੁਤ ਪ੍ਰਭਾਵ ਸੀ। ਰਾਜਾ ਰਾਮ ਮੋਹਨ ਰਾਏ ਨੇ ਇਹ ਜਿਹੜਾ ਅੰਦੋਲਨ ਸੀ ਰਾਜਾ ਰਾਮ ਮੋਹਨ ਰਾਏ ਨੇ ਕੀਤਾ ਸੀ। ਉਹ ਇੱਕ ਬਹੁਤ ਵੱਡੇ ਵਿਦਵਾਨ ਸਨ ਜੋ ਅਰਬੀ, ਫਾਰਸੀ, ਸੰਸਕ੍ਰਿਤ ਵਰਗੀਆਂ ਪ੍ਰਾਚੀਨ ਭਾਸ਼ਾਵਾਂ ਅਤੇ ਅੰਗਰੇਜ਼ੀ, ਫਰਾਂਸੀਸੀ, ਲਤੀਨੀ, ਯੂਨਾਨੀ ਤੇ ਅਰਬੀ ਭਾਸ਼ਾਵਾਂ ਜਾਣਦੇ ਸਨ। ਇਹਨਾਂ ਸਭ ਦੇ ਗਿਆਨ ਦੇ ਫਲਸਰੂਪ ਉਹਨਾਂ ਦਾ ਮਨ ਉਹਨਾਂ ਰੂੜੀਆਂ ਤੋਂ ਹਟ ਗਿਆ ਜੋ ਆਮ ਤੌਰ ਤੇ ਇੱਕ ਬੰਗਾਲੀ ਨੂੰ ਬੰਨ੍ਹਦੀਆਂ ਹਨ। ਚਾਹੇ ਰਾਜਾ ਰਾਮ ਮੋਹਨ ਰਾਏ ਬਹੁਪੱਖੀ ਪ੍ਰਤਿਭਾ ਦੇ ਵਿਅਕਤੀ ਸਨ, ਪਰੰਤੂ ਉਹਨਾਂ ਨੂੰ ਧਰਮ ਸੁਧਾਰ ਨਾਲ ਵਿਸ਼ੇਸ਼ ਪ੍ਰੇਮ ਸੀ। ਜਿਸ ਸਮੇਂ ਪੱਛਮੀ ਸਿੱਖਿਆ ਤੋਂ ਪ੍ਰਭਾਵਿਤ ਹੋ ਕੇ ਤਰਨ ਬੰਗਾਲੀ ਈਸਾਈ ਧਰਮ ਵੱਲ ਖਿੱਚੇ ਜਾ ਰਹੇ ਸਨ, ਉਸ ਸਮੇਂ ਰਾਜਾ ਰਾਮ ਮੋਹਨ ਰਾਏ ਹਿੰਦੂ ਧਰਮ ਦੇ ਰੱਖਿਅਕ ਦੇ ਰੂਪ ਵਿੱਚ ਸਾਹਮਣੇ ਆਏ। ਇੱਕ ਪਾਸੇ ਉਹਨਾਂ ਨੇ ਪ੍ਰਚਾਰਕਾਂ ਦੇ ਵਿਰੁੱਧ ਹਿੰਦੂ ਧਰਮ ਦੀ ਰੱਖਿਆ ਕੀਤੀ ਅਤੇ ਦੂਸਰੇ ਪਾਸੇ ਹਿੰਦੂ ਧਰਮ ਵਿੱਚ ਆਏ ਝੂਠ ਅਤੇ ਅੰਧ ਵਿਸ਼ਵਾਸਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। 15 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੇ ਮੂਰਤੀ ਪੂਜਾ ਦੀ ਆਲੋਚਨਾ ਕੀਤੀ ਅਤੇ ਆਪਣੇ ਪੱਖ ਨੂੰ ਵੇਦੋਕਤੀਆਂ ਨਾਲ ਸਿੱਧ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਹਿੰਦੂ ਧਰਮ ਦੇ ਸਿਧਾਂਤਾਂ ਦੀ ਪੁਨਰ ਵਿਆਖਿਆ ਕੀਤੀ ਅਤੇ ਆਪਣੀ ਮਾਨਵ ਸੇਨਾ ਲਈ ਉਪਨਿਸ਼ਦਾਂ ਤੋਂ ਕਾਫੀ ਮਾਤਰਾ ਵਿੱਚ ਆਧਾਰ ਖੋਜੇ। ਉਹਨਾਂ ਨੇ ਈਸਾਈ ਮਤ ਨੂੰ ਅਸਵੀਕਾਰ ਕਰ ਦਿੱਤਾ ਅਤੇ ਮਹਾਤਮਾ ਯਿਸੂ ਦੇ ਦੇਵਦੱਤ ਨੂੰ ਨਹੀਂ ਸਵੀਕਾਰਿਆ, ਪਰੰਤੂ ਯੂਰਪੀ ਮਾਨਵਵਾਦ ਨੂੰ ਜ਼ਰੂਰ ਸਵੀਕਾਰਿਆ। ਅੱਜ ਵੀ ਲੋਕ ਉਹਨਾਂ ਨੂੰ ਆਧੁਨਿਕ ਭਾਰਤ ਦਾ ਅਗਰਦੂਤ ਅਤੇ ਦੋਸ਼ ਦਾ ਪਥ ਪ੍ਰਦਰਸ਼ਕ ਮੰਨਦੇ ਹਨ। ਯਾਨੀ ਕਿ ਉਹਨਾਂ ਨੇ ਇਹ ਜਿਹੜਾ ਅੰਦੋਲਨ ਸੀਗਾ ਇਹ ਇੱਕ ਪਾਸੇ ਜਿਹੜੇ ਈਸਾਈ ਧਰਮ ਦਾ ਪ੍ਰਸਾਰ ਹੋ ਰਿਹਾ ਸੀ ਉਹਦੇ ਖਿਲਾਫ ਸੀ, ਨਾਲ ਦੀ ਨਾਲ ਉਹਨਾਂ ਨੇ ਹਿੰਦੂ ਧਰਮ ਨੂੰ ਬਚਾਉਣ ਵਾਸਤੇ, ਤਾਂ ਕਿ ਉਹ ਹਿੰਦੂ ਧਰਮ ਜਿਹੜਾ ਵਾ ਉਹ ਈਸਾਈ ਧਰਮ ਵਿੱਚ ਬਦਲ ਨਾ ਜਾਵੇ, ਉਹਨੂੰ ਬਚਾਉਣ ਵਾਸਤੇ ਅਤੇ ਨਾਲ ਦੇ ਨਾਲ ਉਹਦੇ ਵਿੱਚ ਜਿਹੜੇ ਅੰਧ ਵਿਸ਼ਵਾਸ ਸੀ ਹਿੰਦੂ ਧਰਮ ਨੂੰ ਉਹਨੂੰ ਖਤਮ ਕਰਨ ਵਾਸਤੇ ਇਹ ਜਿਹੜਾ ਉਹਨਾਂ ਨੇ ਅੰਦੋਲਨ ਕੀਤਾ ਸੀਗਾ। ਅੱਗੇ ਆ ਗਿਆ ਆਰਿਆ ਸਮਾਜ। ਆਰਿਆ ਸਮਾਜ ਨੇ ਵੀ ਅੰਦੋਲਨ ਕੀਤਾ। ਇਹਨੂੰ ਆਪਾਂ ਧਰਮ ਸੁਧਾਰ ਅੰਦੋਲਨ ਕਹਿੰਦੇ ਆ। ਆਰਿਆ ਸਮਾਜ ਅੰਦੋਲਨ ਦਾ ਪ੍ਰਸਾਰ ਆਮ ਤੌਰ ਤੇ ਪੱਛਮੀ ਪ੍ਰਭਾਵਾਂ ਦੀ ਪ੍ਰਤੀਕਿਰਿਆ ਦੇ ਰੂਪ ਵਿੱਚ ਹੋਇਆ। ਇਹ ਯਾਦ ਰਹੇ ਕਿ ਨਾ ਸਵਾਮੀ ਦਇਆਨੰਦ ਹੀ ਤੇ ਨਾ ਹੀ ਉਹਨਾਂ ਦੇ ਗੁਰੂ ਸਵਾਮੀ ਵਿਰਜਾਨੰਦ ਦੀ ਪੱਛਮੀ ਸਿੱਖਿਆ ਤੋਂ ਪ੍ਰਭਾਵਿਤ ਹੋਏ ਸੀ। ਇਹ ਦੋਵੇਂ ਹੀ ਯੁੱਧ ਵੈਦਿਕ ਪਰੰਪਰਾ ਵਿੱਚ ਵਿਸ਼ਵਾਸ ਰੱਖਦੇ ਸੀ ਤੇ ਉਹਨਾਂ ਨੇ ਦੁਬਾਰਾ ਵੇਦ ਵੱਲ ਚੱਲੋ ਦਾ ਨਾਅਰਾ ਲਗਾਇਆ। ਉੱਤਰ ਵੈਦਿਕ ਕਾਲ ਤੋਂ ਅੱਜ ਤੱਕ ਸਾਰੇ ਹੋਰ ਮਤਾਂਤਰਾਂ ਨੂੰ ਉਹਨਾਂ ਦੇ ਪਖੰਡ ਜਾਂ ਝੂਠ ਦਾ ਨਾਂ ਦਿੱਤਾ। ਇਹਦੀ ਜਿਹੜੀ ਸ਼ੁਰੂਆਤ ਸੀ ਉਹ ਸਵਾਮੀ ਦਇਆਨੰਦ ਨੇ ਕੀਤੀ ਸੀਗੀ, ਜਿਨ੍ਹਾਂ ਦਾ ਜਨਮ ਜਿਹੜਾ ਸੀ ਗੁਜਰਾਤ ਦੇ ਵਿੱਚ 1824 ਈਸਵੀ ਵਿੱਚ ਹੋਇਆ ਔਰ ਬ੍ਰਾਹਮਣ ਕੁਲ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਜਿਹੜੇ ਸੀਗੇ ਉਹਨਾਂ ਨੇ ਬਹੁਤ ਸਾਰੇ ਵਿਦਵਾਨ ਪੜ੍ਹੇ ਸੀ ਔਰ ਉਹਨਾਂ ਦਾ ਇਹੀ ਸੀਗਾ ਕਿ ਲੋਕ ਜਿਹੜੇ ਸੀਗੇ ਅੰਗਰੇਜ਼ੀ ਸੱਭਿਅਤਾ ਦੇ ਪ੍ਰਭਾਵ ਵਿੱਚ ਆ ਕੇ ਨਾ ਆਪਣੀ ਜਿਹੜੀ ਸੱਭਿਅਤਾ ਸੀ ਉਹਨੂੰ ਖੋ ਰਹੇ ਸੀ।
ਤੇ ਸਵਾਮੀ ਜਿਹੜਾ ਦਇਆਨੰਦ ਜੀ ਉਹਨਾਂ ਨੂੰ ਇਹ ਹੀ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਪੱਛਮੀ ਪ੍ਰਭਾਵ ਉਹਨੂੰ ਖਤਮ ਕੀਤਾ ਜਾਏ ਤੇ ਦੁਬਾਰਾ ਉਹਨਾਂ ਨੂੰ ਲੋਕਾਂ ਨੂੰ ਵੇਦਾਂ ਵੱਲ ਜਾਣ ਲਈ ਪ੍ਰੇਰਿਤ ਕੀਤਾ ਜਾਏ। ਇਹ ਉਹਨਾਂ ਦਾ ਮੂਲ ਜਿਹੜਾ ਸੀ ਮੁੱਖ ਕੰਮ ਸੀਗਾ ਕਿ ਲੋਕਾਂ ਨੂੰ ਪਖੰਡਾਂ ਤੋਂ ਵੀ ਬਚਾਉਣਾ ਤੇ ਆਪਣੇ ਧਰਮ ਦੇ ਨਾਲ ਰਿਲੇਟਡ ਵੀ ਰੱਖਣਾ। ਨੈਕਸਟ ਆ ਜਾਓ। ਨੈਕਸਟ ਹੈਗਾ ਵਾ ਇਕਾਈ 4 ਕਾਰਨਵਾਸ ਦੇ ਸੁਧਾਰ। 10 ਮਾਰਕਸ ਦਾ ਕੁਐਸਚਨ, ਕਾਰਨਵਾਸ ਦੇ ਸੁਧਾਰ। ਮਾਰਕਸ ਦਾ ਕੁਐਸਚਨ ਹੁੰਦਾ ਜੇ ਕਾਰਨਵਾਸ ਦੇ ਸੁਧਾਰ ਦੱਸੋ। ਸਭ ਤੋਂ ਪਹਿਲਾ ਸੁਧਾਰ ਹੈਗਾ ਸਿਵਲ ਸੇਵਾ ਜਾਂ ਲੋਕ ਸੇਵਾ। ਲੋਕਾਂ ਦੀ ਭਲਾਈ ਵਾਸਤੇ ਸਿਵਲ ਸੇਵਾ ਦਾ ਉਹਨਾਂ ਸ਼ੁਰੂ ਕੀਤੀ। ਸਿਵਲ ਸਰਵਿਸ ਦਾ ਗਠਨ, ਨਿਆਇਕ ਸੁਧਾਰ, ਕਾਰਨਵਾਸ ਸੰਹਿਤਾ। ਇਹ 2 ਮਾਰਕਸ ਦਾ ਕੁਐਸਚਨ ਹੁੰਦਾ ਜੇ ਕਾਰਨਵਾਸ ਸੰਹਿਤਾ ਤੋਂ ਕੀ ਭਾਵ ਆ। ਕਾਰਨਵਾਸ ਸੰਹਿਤਾ ਤੋਂ ਕੀ ਭਾਵ ਆ, ਪੇਜ ਨੰਬਰ 51, 2 ਮਾਰਕਸ ਦਾ ਕੁਐਸਚਨ। 10 ਵਿੱਚ ਵੀ ਇਹਦਾ ਪੁਆਇੰਟ ਲਿਖਣਾ ਔਰ 2 ਮਾਰਕਸ ਵਿੱਚ ਵੀ ਆਉਂਦਾ। ਨੈਕਸਟ ਪੇਜ ਤੇ ਹੈਗਾ 52 ਨਿਆਇਕ ਸੰਗਠਨ। ਇਹਦੇ ਵਿੱਚੋਂ 4-4, 5-5 ਲਾਈਨਾਂ ਆਪਾਂ ਲੈਣੀਆਂ। ਉਸ ਤੋਂ ਅੱਗੇ ਹੈਗਾ ਫੌਜਦਾਰੀ ਕਾਨੂੰਨ ਵਿੱਚ ਸੁਧਾਰ ਕਿ ਫੌਜਦਾਰੀ ਕਾਨੂੰਨ ਵਿੱਚ ਉਹਨਾਂ ਨੇ ਕਿਹੜੇ ਸੁਧਾਰ ਕੀਤੇ। ਨੈਕਸਟ ਹੈਗਾ 54 ਪੇਜ ਤੇ ਨਿਆਇਕ ਸੁਧਾਰਾਂ ਉੱਤੇ ਸਿੰਘਾਂ ਵਿਲੋਕਨ। ਔਰ ਨੈਕਸਟ ਪੁਲਿਸ ਸੁਧਾਰ। ਬਸ ਇੰਨੇ ਹੀ ਉਹਨਾਂ ਦੇ ਸੁਧਾਰ ਆਪਾਂ ਲਿਖਣੇ ਆ। ਪੁਲਿਸ ਸੁਧਾਰਾਂ ਤੱਕ ਹੀ ਉਹਨਾਂ ਦੇ ਸੁਧਾਰ ਆਉਂਦੇ ਨੇ। ਸਿਵਲ ਸੇਵਾ ਜਾਂ ਲੋਕ ਸੇਵਾ ਪੇਜ ਨੰਬਰ 50 ਦੇ ਤੁਹਾਨੂੰ ਮੈਂ ਰੀਡ ਕਰ ਦਿੰਨੀ ਆ, ਬਾਕੀ ਪੁਆਇੰਟ ਤੁਸੀਂ ਖੁਦ ਕਰ ਲੈਣੇ ਆ। ਸਿਵਲ ਸੇਵਾ ਜਾਂ ਲੋਕ ਸੇਵਾ ਪੇਜ ਨੰਬਰ 5050, ਵੈਰੀ ਇੰਪੋਰਟੈਂਟ ਕੁਐਸਚਨ ਜੇ। ਕਾਰਨਵਾਸ ਭਾਰਤ ਵਿੱਚ ਸਿਵਲ ਸੇਵਾ ਦਾ ਜਨਮਦਾਤਾ ਸੀ। ਇਸ ਸੇਵਾ ਵਿੱਚ 1853 ਈਸਵੀ ਤੋਂ ਪ੍ਰਤੀਯੋਗਾਤਮਕ ਪ੍ਰੀਖਿਆ ਹੋਣ ਲੱਗੀ। ਸ਼ੁਰੂ ਵਿੱਚ ਇਹ ਇੰਗਲੈਂਡ ਵਿੱਚ ਹੁੰਦੀ ਸੀ ਪਰ 1923 ਤੋਂ ਇਹ ਭਾਰਤ ਵਿੱਚ ਆਯੋਜਿਤ ਕੀਤੀ ਜਾਣ ਲੱਗੀ। ਸੁਰਿੰਦਰ ਨਾਥ ਬੈਨਰਜੀ ਜਦੋਂ ਅਸਾਮ ਦੇ ਕਲੈਕਟਰ ਸਨ ਤਾਂ ਉਹਨਾਂ ਨੂੰ ਨਿਲੰਬਿਤ ਕਰ ਦਿੱਤਾ ਗਿਆ ਸੀ, ਜਦੋਂ ਕਿ ਸੁਭਾਸ਼ ਚੰਦਰ ਬੋਸ ਨੇ ਪ੍ਰੀਖਿਆ ਪਾਸ ਕਰਨ ਦੇ ਬਾਵਜੂਦ ਵੀ ਤਿਆਗ ਪੱਤਰ ਦੇ ਦਿੱਤਾ ਸੀ। ਸ਼ੁਰੂ ਵਿੱਚ ਇਸ ਪ੍ਰੀਖਿਆ ਦੀ ਉਮਰ 23 ਸਾਲ ਸੀ। ਇਸ ਨੂੰ ਲਿਟਨ ਨੇ ਘਟਾ ਕੇ 19 ਸਾਲ ਕਰ ਦਿੱਤਾ। ਅੱਗੇ ਸਿਵਲ ਸਰਵਿਸ ਦਾ ਗਠਨ ਜਿਹੜਾ ਤੁਸੀਂ ਖੁਦ 5-6 ਲਾਈਨਾਂ ਵਿੱਚੋਂ ਕਰਨੀਆਂ ਨੇ। ਉਸ ਤੋਂ ਅੱਗੇ ਹੈਗੇ ਨਿਆਇਕ ਸੁਧਾਰ। ਇਹ ਵੀ ਮੈਂ ਤੁਹਾਨੂੰ ਰੀਡ ਕਰ ਦਿੰਨੀ। ਨਿਆਇਕ ਸੁਧਾਰ ਕਾਰਨਵਾਲਿਸ ਦਾ ਪਹਿਲਾ ਕੰਮ ਜ਼ਿਲ੍ਹੇ ਦੀ ਸਾਰੀ ਸ਼ਕਤੀ ਨੂੰ ਕਲੈਕਟਰਾਂ ਦੇ ਹੱਥਾਂ ਵਿੱਚ ਕੇਂਦਰਿਤ ਕਰਨਾ ਅਤੇ ਇਹ ਉਹਨਾਂ ਆਦੇਸ਼ਾਂ ਦੇ ਅਨੁਕੂਲ ਸੀ ਜੋ ਡਾਇਰੈਕਟਰਾਂ ਨੇ ਉਸਨੂੰ ਦਿੱਤੇ ਸਨ, ਜਿਸ ਦੇ ਮੁੱਖ ਤੱਤ ਮਿਤਵਿਅਤਾ ਤੇ ਸਰਲਤਾ ਸਨ। 1787 ਵਿੱਚ ਜ਼ਿਲ੍ਹਿਆਂ ਵਿੱਚ ਕਾਰਵਾਈ ਕਲੈਕਟਰਾਂ ਨੂੰ ਦੀਵਾਨੀ ਅਦਾਲਤਾਂ ਤੇ ਦੀਵਾਨੀ ਨਿਆਧੀਸ਼ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ ਨੂੰ ਫੌਜਦਾਰੀ ਸ਼ਕਤੀਆਂ ਤੇ ਸੀਮਤ ਮਾਮਲਿਆਂ 'ਚ ਫੌਜਦਾਰੀ ਨਿਆਂ ਕਰਨ ਦਾ ਵੀ ਅਧਿਕਾਰ ਦਿੱਤਾ ਗਿਆ। ਨਿਆਂ ਹੁੰਦਾ ਵਾ ਜਿਹੜਾ ਸਾਨੂੰ ਕੋਰਟ ਵਿੱਚੋਂ ਨਿਆਂ ਮਿਲਦਾ, ਯਾਨੀ ਕਿ ਉਹਨਾਂ ਕਲੈਕਟਰ ਜਿਹੜੇ ਸੀ ਇੱਕ ਉਹਨਾਂ ਨੂੰ ਜੱਜ ਬਣਾਇਆ ਗਿਆ ਦੋ ਅਦਾਲਤਾਂ ਦੇ। 1790 ਅਤੇ 1792 ਦੇ ਵਿੱਚ ਫੌਜਦਾਰੀ ਨਿਆਂ ਵਿੱਚ ਕੁਝ ਪਰਿਵਰਤਨ ਕੀਤੇ ਗਏ। ਭਾਰਤੀ ਨਿਆਧੀਸ਼ਾਂ ਵਾਲੀ ਫੌਜਦਾਰੀ ਅਦਾਲਤ ਖਤਮ ਕਰਕੇ ਉਹਨਾਂ ਦੇ ਸਥਾਨ ਤੇ 4 ਭ੍ਰਮਣ ਅਦਾਲਤਾਂ, 3 ਬੰਗਾਲ ਲਈ ਤੇ 1 ਬਿਹਾਰ ਲਈ ਨਿਯੁਕਤ ਕਰ ਦਿੱਤੀਆਂ ਗਈਆਂ। ਯਾਨੀ ਕਿ ਭਾਰਤੀ ਜਿਹੜੀਆਂ ਅਦਾਲਤਾਂ ਸੀ ਉਹਨਾਂ ਨੂੰ ਖਤਮ ਕਰ ਦਿੱਤਾ। ਉਹਦੀ ਜਗ੍ਹਾ ਤੇ ਉਹਨਾਂ ਨੇ ਆਪਣੀਆਂ ਅਦਾਲਤਾਂ ਲਾਗੂ ਕੀਤੀਆਂ, ਜਿਹਦੇ ਵਿੱਚ 4 ਭ੍ਰਮਣ ਅਦਾਲਤਾਂ, 3 ਬੰਗਾਲ ਲਈ ਤੇ 1 ਬਿਹਾਰ ਲਈ ਸੀ। ਇਹਨਾਂ ਅਦਾਲਤਾਂ ਦੇ ਅਧਿਅਕਸ਼ ਅਨਬੱਧ ਯੂਰਪੀ ਸਨ ਅਤੇ ਕਾਜ਼ੀ ਅਤੇ ਮੁਫਤੀ ਉਹਨਾਂ ਦੀ ਮਦਦ ਲਈ ਹੁੰਦੇ ਸਨ। ਇਹ ਅਦਾਲਤਾਂ ਜ਼ਿਲ੍ਹੇ ਦਾ ਦੌਰਾ ਕਰਨ ਅਤੇ ਨਗਰ ਦੰਡਨਾਇਕਾਂ ਦੁਆਰਾ ਨਿਰਦੇਸ਼ਿਤ ਫੌਜਦਾਰੀ ਮਾਮਲਿਆਂ ਦਾ ਨਿਪਟਾਰਾ ਕਰਦੀਆਂ ਸਨ। ਇਸੇ ਪ੍ਰਕਾਰ ਮੁਰਸ਼ਿਦਾਬਾਦ ਵਿੱਚ ਸਥਿਤ ਸਦਰ ਨਿਜ਼ਾਮਤ ਅਦਾਲਤ ਦੇ ਸਥਾਨ ਤੇ ਇੱਕ ਅਜਿਹੀ ਅਦਾਲਤ ਕਲਕੱਤੇ ਵਿੱਚ ਸਥਾਪਿਤ ਕੀਤੀ ਗਈ, ਜਿਸ ਵਿੱਚ ਗਵਰਨਰ ਜਨਰਲ ਤੇ ਉਸ ਦੀ ਪਰਿਸ਼ਦ ਦੇ ਮੈਂਬਰ ਸਨ, ਜਿਸ ਦੀ ਮਦਦ ਲਈ ਮੁੱਖ ਕਾਜ਼ੀ ਅਤੇ ਮੁੱਖ ਮੁਫਤੀ ਹੁੰਦੇ ਸਨ। ਯਾਨੀ ਕਿ ਜਿਹੜੀਆਂ ਅਦਾਲਤਾਂ ਸੀ ਉਹਦੇ ਵਿੱਚ ਜਦੋਂ ਜਿਹੜੇ ਜੱਜ ਸੀਗੇ ਉਹ ਅੰਗਰੇਜ਼ੀ ਹੁੰਦੇ ਸੀ ਔਰ ਉਹਨਾਂ ਨੂੰ ਇੰਡੀਆ ਦੀ ਜਿਹੜੀ ਭਾਸ਼ਾ ਨਹੀਂ ਸੀ ਹੁੰਦੀ, ਇਸ ਕਰਕੇ ਉਹ ਉਹਦੇ ਵਿੱਚ ਭਾਸ਼ਾ ਨੂੰ ਟਰਾਂਸਲੇਟ ਕਰਨ ਵਾਸਤੇ ਜਾਂ ਭਾਰਤੀ ਕਲਚਰ ਨੂੰ ਜਾਣਨ ਵਾਸਤੇ ਉਹ ਇੱਕ ਕਾਜ਼ੀ ਤੇ ਇੱਕ ਮੁਫਤੀ ਨੂੰ
ਆਪਣੀ ਅਦਾਲਤ ਦੇ ਵਿੱਚ ਰੱਖਦੇ ਹੁੰਦੇ ਸੀ ਤਾਂ ਕਿ ਉਹਨਾਂ ਨੂੰ ਉਹ ਭਾਸ਼ਾ ਜਿਹੜੀ ਟਰਾਂਸਲੇਟ ਕਰਕੇ ਦੱਸ ਸਕਣ ਤੇ ਉੱਥੋਂ ਦੇ ਰੀਤੀ ਰਿਵਾਜ ਦੱਸ ਸਕਣ। ਨੈਕਸਟ ਹੈਗਾ ਕਾਰਨ ਵਾਲੀ ਸਹਾਨਤਾ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਜੇ, 2 ਮਾਰਕਸ ਆ। ਨਿਆਇਕ ਸੰਗਠਨ ਯਾਨੀ ਕਿ ਅਦਾਲਤਾਂ ਦਾ ਸੰਗਠਨ ਕਿਵੇਂ ਕੀਤਾ ਗਿਆ। ਉਸ ਤੋਂ ਅੱਗੇ ਹੈਗਾ ਫੌਜਦਾਰੀ ਕਾਨੂੰਨ ਵਿੱਚ ਸੁਧਾਰ, ਇਹ ਮੈਂ ਤੁਹਾਨੂੰ ਰੀਡ ਕਰ ਦਿੰਨੀ ਆ। ਵਾਰਨ ਹੇਸਟਿੰਗ ਨੇ ਤਾਂ ਸਿਰਫ ਸਰਕਾਰ ਦੇ ਕਾਨੂੰਨੀ ਮਾਮਲਿਆਂ 'ਚ ਹਸਤਪੇਕ ਕਰਨ ਦੇ ਅਧਿਕਾਰ ਤੇ ਹੀ ਜ਼ੋਰ ਦਿੱਤਾ ਸੀ, ਪਰੰਤੂ ਕਾਰਨਵਾਲਿਸ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਫੌਜਦਾਰੀ ਕਾਨੂੰਨ ਵਿੱਚ ਸੁਧਾਰ ਕਰਨ ਦਾ ਅਧਿਕਾਰ ਹੈ। ਮੁਸਲਮਾਨਾਂ ਦਾ ਕਹਿਣਾ ਸੀ ਕਿ ਫੌਜਦਾਰੀ ਕਾਨੂੰਨ ਗੈਰ ਨਿਰਦਿਸ਼ਟ ਹੈ। 1990-93 ਦੇ ਵਿੱਚ ਕਾਰਨਵਾਲਿਸ ਨੇ ਫੌਜਦਾਰੀ ਕਾਨੂੰਨ ਵਿੱਚ ਕੁਝ ਪਰਿਵਰਤਨ ਕੀਤੇ, ਜਿਨ੍ਹਾਂ ਨੂੰ ਅੰਗਰੇਜ਼ ਸੰਸਦ ਨੇ ਇੱਕ ਅਧਿਨਿਯਮ ਦੁਆਰਾ 1797 ਈਸਵੀ 'ਚ ਪ੍ਰਮਾਣਿਤ ਕਰ ਦਿੱਤਾ। ਦਸੰਬਰ 1790 ਵਿੱਚ ਮੁਸਲਮਾਨ ਨਿਆਂ ਅਧਿਕਾਰੀਆਂ ਦੇ ਮਾਰਗਦਰਸ਼ਨ ਦੇ ਲਈ ਇੱਕ ਨਿਯਮ ਬਣਾਇਆ ਗਿਆ, ਜਿਸ ਦੇ ਅਨੁਸਾਰ ਹੱਤਿਆ ਦੇ ਮਾਮਲਿਆਂ 'ਚ ਹਥਿਆਰੇ ਦੀ ਭਾਵਨਾ ਤੇ ਅਧਿਕ ਬਲ ਦਿੱਤਾ ਗਿਆ, ਨਾ ਕਿ ਹੱਤਿਆ ਦੇ ਅਸਤਰ ਜਾਂ ਢੰਗ ਤੇ। ਇਸੇ ਤਰ੍ਹਾਂ ਮਾਮਲੇ ਦੀ ਗੰਭੀਰਤਾ ਦੇ ਅਨੁਸਾਰ ਅੰਗ ਵਿਛੇਦਨ ਦੀ ਥਾਂ ਕੜੀ ਕੈਦ ਦੀ ਸਜ਼ਾ ਦੀ ਵੀ ਆਗਿਆ ਦਿੱਤੀ ਗਈ। ਪੁਰਾਣੇ ਸਮੇਂ ਵਿੱਚ ਤੁਹਾਨੂੰ ਪਤਾ ਕਿ ਅੰਗਰੇਜ਼ਾਂ ਤੋਂ ਪਹਿਲੇ ਮੁਗਲਾਂ ਦਾ ਕਾਨੂੰਨ ਸੀਗੇ ਔਰ ਮੁਸਲਮਾਨਾਂ ਦੇ ਕਾਨੂੰਨ ਜਿਹੜੇ ਇਸ ਤਰ੍ਹਾਂ ਦੇ ਸੀ ਕਿ ਜੇਕਰ ਕਿਸੇ ਕੋਲੋਂ ਕਤਲ ਹੋ ਜਾਂਦਾ ਸੀ ਤੇ ਉਹਦੇ ਕਤਲ ਦੇ ਬਦਲੇ ਉਹਦਾ ਕਤਲ ਕੀਤਾ ਜਾਂਦਾ ਸੀ। ਜੇ ਕਿਸੇ ਕੋਈ ਚੋਰੀ ਕਰਦਾ ਸੀ ਤਾਂ ਉਹਦੇ ਹੱਥ ਵੱਢ ਦਿੱਤੇ ਜਾਂਦੇ ਸੀ, ਜਾਂ ਜਿਸ ਤਰ੍ਹਾਂ ਦਾ ਵੀ ਉਹ ਕ੍ਰਾਈਮ ਕਰਦਾ ਸੀ, ਅਪਰਾਧ ਕਰਦਾ ਸੀ, ਉਸੇ ਤਰ੍ਹਾਂ ਦੀ ਸੇਮ ਉਹਨੂੰ ਸਜ਼ਾ ਦਿੱਤੀ ਜਾਂਦੀ ਸੀ। ਜਿਵੇਂ ਕਿ ਅੱਖ ਦੇ ਬਦਲੇ ਉਹਦੀ ਅੱਖ ਕੱਟ ਦੇਣੀ, ਚੋਰੀ ਦੇ ਬਦਲੇ ਉਹਦੇ ਹੱਥ ਕੱਟ ਦੇਣੇ। ਬਟ ਅੰਗਰੇਜ਼ਾਂ ਨੇ ਜਿਹੜਾ ਕਾਰਨਵਾਲਿਸ ਸੀ ਉਹਨੇ ਇਹ ਚੀਜ਼ਾਂ ਸਾਰੀਆਂ ਖਤਮ ਕੀਤੀਆਂ। ਉਹਨੇ ਆਪਣੇ ਕਾਨੂੰਨ ਲਿਆਂਦੇ ਕਿ ਜੇਕਰ ਕੋਈ ਕਿਸੇ ਦਾ ਕਤਲ ਕਰ ਦਿੰਦਾ ਵਾ ਤੇ ਉਹਦਾ ਮਤਲਬ ਇਹ ਨਹੀਂ ਕਿ ਉਹਦੀ ਕਤਲ ਕਰਨ ਦੀ ਮਨਸ਼ਾ ਕੀ, ਉਹਦੇ ਵੱਲ ਧਿਆਨ ਦਿਓ, ਨਾ ਕਿ ਉਹਨੇ ਕਤਲ ਕਿਹੜੇ ਹਥਿਆਰ ਨਾਲ ਕੀਤਾ ਉਹਦੇ ਵੱਲ। ਨਾਲ ਦੀ ਨਾਲ ਉਹਨੇ ਜਿਹੜੇ ਲੋਕ ਗੰਭੀਰ ਅਪਰਾਧ ਕਰਦੇ ਸੀ ਉਹਨਾਂ ਦੇ ਜਿਹੜੇ ਅੰਗ ਕੱਟੇ ਜਾਂਦੇ ਸੀ, ਉਹਦੀ ਜਗ੍ਹਾ ਤੇ ਉਹਨਾਂ ਨੇ ਇੱਕ ਕਰੜੀ ਕੈਦ ਦੀ ਸਜ਼ਾ ਰੱਖ ਦਿੱਤੀ ਕਿ ਕਿਸੇ ਦਾ ਵੀ ਕੋਈ ਅੰਗ ਜਿਹੜਾ ਵਾ ਨਹੀਂ ਕੱਟਿਆ ਜਾਏਗਾ, ਨਾ ਉਹਨਾਂ ਦੇ ਹੱਥ ਕੱਟੇ ਜਾਣਗੇ। ਉਹਨਾਂ ਦੀ ਜਗ੍ਹਾ ਤੇ ਉਹਨਾਂ ਨੂੰ ਕੋਈ ਵੀ ਉਹ ਅਪਰਾਧ ਕਰਦੇ ਉਹਦੇ ਵਾਸਤੇ ਉਹਨਾਂ ਨੂੰ ਲੰਬੀ ਸਜ਼ਾ ਦਿੱਤੀ ਜਾਵੇ। ਇਸੇ ਤਰ੍ਹਾਂ 1793 ਵਿੱਚ ਇਹ ਨਿਸ਼ਚਿਤ ਕੀਤਾ ਗਿਆ ਕਿ ਗਵਾਹਾਂ ਦੇ ਧਰਮ ਵਿਸ਼ੇਸ਼ ਦੇ ਮਾਮਲੇ 'ਚ ਕੋਈ ਪ੍ਰਭਾਵ ਨਹੀਂ ਹੋਏਗਾ। ਮੁਸਲਿਮ ਕਾਨੂੰਨ ਦੇ ਅਨੁਸਾਰ ਮੁਸਲਮਾਨਾਂ ਦੀ ਹੱਤਿਆ ਦੇ ਮਾਮਲੇ ਵਿੱਚ ਹੋਰ ਧਰਮ ਵਾਲੇ ਗਵਾਹੀ ਨਹੀਂ ਦੇਣਗੇ। ਨੈਕਸਟ ਆ ਗਿਆ ਨਿਆਇਕ ਸੁਧਾਰ ਅਤੇ ਸਹਾਵਲੋਕਨ, ਕਿ ਜਿਹੜੇ ਉਹਨੇ ਸੁਧਾਰ ਕੀਤੇ ਸੀ ਉਹਦੇ ਉੱਤੇ ਸਹਾਵਲੋਕਨ ਕੀ ਸੀਗਾ। ਪੁਲਿਸ ਸੁਧਾਰ, ਪੁਲਿਸ ਦੇ ਵਿੱਚ ਉਹਨੇ ਬਹੁਤ ਸਾਰੇ ਸੁਧਾਰ ਕੀਤੇ, ਇਹ ਵੀ ਮੈਂ ਪਹਿਲਾਂ ਤੁਹਾਨੂੰ ਪੜ੍ਹ ਦਿੰਨੀ ਹਾਂ। ਨਿਆਇਕ ਸੁਧਾਰਾਂ ਨੂੰ ਲਾਗੂ ਕਰਨ ਅਤੇ ਅਨੁਪੂਰਨ ਕਰਨ ਵਿੱਚ ਪੁਲਿਸ ਪ੍ਰਸ਼ਾਸਨ ਵਿੱਚ ਮਹੱਤਵਪੂਰਨ ਪਰਿਵਰਤਨ ਕੀਤੇ ਗਏ। ਕਲਕੱਤਾ ਵਿੱਚ ਗੁੰਡਿਆਂ ਅਤੇ ਦੁਸ਼ਚਰਿੱਤਰ ਲੋਕਾਂ ਦਾ ਹੀ ਰਾਜ ਬਣ ਗਿਆ ਸੀ। ਕੁਝ ਬਾਜ਼ਾਰਾਂ ਤਾਂ ਲੋਕ ਸੂਰਜ ਛਿਪਣ ਤੋਂ ਬਾਅਦ ਗੁਜ਼ਰਦੇ ਹੀ ਨਹੀਂ ਸਨ। ਪੁਲਿਸ ਅਧਿਕਸ਼ ਵੀ ਭ੍ਰਿਸ਼ਟ ਹੀ ਸਨ। ਪੁਲਿਸ ਦੇ ਕਰਮਚਾਰੀਆਂ ਵਿੱਚ ਤਤਪਰਤਾ ਤੇ ਇਮਾਨਦਾਰੀ ਲਿਆਉਣ ਲਈ ਕਾਰਨਵਾਲਿਸ ਨੇ ਉਹਨਾਂ ਦੇ ਵੇਤਨ ਵਧਾ ਦਿੱਤੇ ਅਤੇ ਚੋਰਾਂ ਅਤੇ ਹਥਿਆਰਿਆਂ ਨੂੰ ਪਕੜਨ ਲਈ ਪੁਰਸਕਾਰ ਦੇਣ ਦਾ ਪ੍ਰਸਤਾਵ ਕੀਤੇ। ਗ੍ਰਾਮੀਣ ਖੇਤਰਾਂ ਵਿੱਚ, ਗ੍ਰਾਮੀਣ ਹੁੰਦਾ ਪਿੰਡਾਂ ਵਿੱਚ, ਜ਼ਿਮੀਂਦਾਰਾਂ ਦੇ ਪੁਲਿਸ ਅਧਿਕਾਰ ਖਤਮ ਕਰ ਦਿੱਤੇ ਗਏ ਤੇ ਉਹ ਆਪਣੇ ਵਿੱਚ ਡਕੈਤੀ ਤੇ ਹੱਤਿਆ ਲਈ ਉੱਤਰਦਾਈ ਰਹੇ। ਅੰਗਰੇਜ਼ ਦੰਡ ਨਾਇਕਾਂ ਨੂੰ ਜ਼ਿਲ੍ਹੇ ਦੀ ਪੁਲਿਸ ਦਾ ਭਾਰ ਦਿੱਤਾ ਗਿਆ ਅਤੇ ਜ਼ਿਲ੍ਹੇ ਨੂੰ 400 ਵਰਗ ਮੀਲ ਦੇ ਖੇਤਰਾਂ ਵਿੱਚ ਵੰਡ ਦਿੱਤਾ ਗਿਆ ਅਤੇ ਹਰ ਖੇਤਰ ਵਿੱਚ ਇੱਕ ਦਰੋਗਾ ਹੁੰਦਾ ਥਾਣੇਦਾਰ, ਅਤੇ ਉਸ ਦੀ ਮਦਦ ਲਈ ਪੁਲਿਸ ਕਰਮਚਾਰੀ ਨਿਯੁਕਤ ਕੀਤੇ ਗਏ। ਇਹ ਉਹਨਾਂ ਦਾ ਪੁਲਿਸ ਸੁਧਾਰ ਸੀਗਾ ਕਿ ਜਿੰਨੇ ਵੀ ਪੁਲਿਸ ਅਧਿਕਾਰੀ ਰਿਸ਼ਵਤ ਲੈਂਦੇ ਸੀ ਉਹਨਾਂ ਨੂੰ ਉਹਨਾਂ ਦੀ ਨੌਕਰੀ ਤੋਂ ਲਾ ਕੇ ਉਹਨਾਂ ਨੇ ਨਵੇਂ ਪੁਲਿਸ ਮੁਲਾਜ਼ਮ ਭਰਤੀ ਕੀਤੀ। ਨੈਕਸਟ ਹੈਗਾ ਵਾ ਇਕਾਈ 5 ਵਿਲੀਅਮ ਬੈਂਟਿੰਗ ਦੇ ਸੁਧਾਰ, ਇਹ ਵੀ 10 ਮਾਰਕਸ ਦਾ ਕੁਐਸਚਨ ਜੇ। ਵਿਲੀਅਮ ਬੈਂਟਿੰਗ ਦੇ ਸੁਧਾਰ, ਵਿਲੀਅਮ ਬੈਂਟਿੰਗ ਦੇ ਸੁਧਾਰ ਆਪਾਂ ਲਵਾਂਗੇ ਪੇਜ ਨੰਬਰ 58 ਤੋਂ। ਇਹਦੇ ਸੁਧਾਰ ਤੇ ਮੈਂ ਟਿਕ ਕਰਵਾ ਦਿੰਨੀ ਆ, ਵਿੱਚੋਂ 2-2 4-4 ਲਾਈਨਾਂ ਤੁਸੀਂ ਪੜ੍ਹਨੀਆਂ ਤੇ ਆਪਣੇ ਆਪ ਇਹਦੀ ਨੌਲੇਜ ਹੋ ਜਾਣੀ ਆ। ਪ੍ਰਸ਼ਾਸਨਿਕ ਸੁਧਾਰ, ਕਿ ਉਹਨੇ ਪ੍ਰਸ਼ਾਸਨ ਦੇ ਵਿੱਚ ਕਿਹੜੇ ਸੁਧਾਰ ਕੀਤੇ। ਸਤੀ ਪ੍ਰਥਾ ਤੇ ਉਹਨੇ ਸਤੀ ਪ੍ਰਥਾ ਨੂੰ ਬੰਦ ਕਰਵਾਇਆ ਸੀ। ਇਹਦਾ ਇੱਕ ਪੁਆਇੰਟ ਆ ਸਤੀ ਅਤੇ ਹੋਰ ਕਰੂਰ ਪ੍ਰਥਾਵਾਂ ਨੂੰ ਬੰਦ ਕਰਨਾ। ਕਰੂਰ ਹੁੰਦਾ ਜਿਹੜੀਆਂ ਕਿ ਪ੍ਰਥਾਵਾਂ ਗਲਤ ਹੁੰਦੀਆਂ, ਮਾੜੀਆਂ ਹੁੰਦੀਆਂ, ਉਹਨਾਂ ਨੂੰ ਬੰਦ ਕੀਤਾ।
ਠੱਗੀ ਪ੍ਰਥਾ ਨੂੰ ਖਤਮ ਕੀਤਾ ਵਿਲੀਅਮ ਬੈਂਟਿੰਗ ਨੇ। ਉਸ ਤੋਂ ਬਾਅਦ ਸਰਕਾਰੀ ਸੇਵਾਵਾਂ ਵਿੱਚ ਭੇਦਭਾਵ ਦਾ ਅੰਤ ਕੀਤਾ, ਯਾਨੀ ਕਿ ਸਰਕਾਰੀ ਸੇਵਾਵਾਂ ਵਿੱਚ ਪਹਿਲਾਂ ਭੇਦਭਾਵ ਰੱਖਿਆ ਜਾਂਦਾ ਸੀ, ਉਹਨੇ ਇਹ ਚੀਜ਼ ਦਾ ਖਾਤਮਾ ਕੀਤਾ। ਅਖਬਾਰਾਂ ਦੇ ਪ੍ਰਤੀ ਉਦਾਰ ਨੀਤੀ, ਯਾਨੀ ਕਿ ਅਖਬਾਰਾਂ ਨੂੰ ਛਪਣ ਵਿੱਚ ਉਹਨੇ ਪੂਰੀ ਸਹਿਮਤੀ ਦਿੱਤੀ। ਨੈਤਿਕ ਅਤੇ ਬੌਧਿਕ ਵਿਕਾਸ ਲਈ ਸ਼ੈਕਸ਼ਿਕ ਸੁਧਾਰ, ਵਿੱਤੀ ਸੁਧਾਰ ਔਰ ਨਿਆਇਕ ਸੁਧਾਰ, ਇਹ ਸਾਰੇ ਵਿਲੀਅਮ ਬੈਂਟਿੰਗ ਦੇ ਸੁਧਾਰ ਨੇ। ਬਹੁਤ ਈਜ਼ੀ ਆ। ਨੈਕਸਟ ਆ ਗਿਆ ਲਾਰਡ ਡਲਹੌਜੀ ਦੇ ਸੁਧਾਰ ਇਕਾਈ 6। ਵੈਰੀ ਇੰਪੋਰਟੈਂਟ ਕੁਐਸਚਨ ਆ, 10 ਮਾਰਕਸ ਦਾ। ਇਹਦੇ ਵਿੱਚ ਆਪਾਂ ਪਹਿਲਾਂ ਥੋੜੀ ਜਿਹੀ ਜਾਣਕਾਰੀ ਪੜਾਂਗੇ ਕਿਉਂਕਿ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। ਭਾਰਤੀ ਇਤਿਹਾਸ ਵਿੱਚ ਲਾਰਡ ਡਲਹੌਜੀ ਨੂੰ ਮਹਾਨ ਗਵਰਨਰ ਜਨਰਲ ਵਿੱਚ ਇੱਕ ਮੰਨਿਆ ਜਾਂਦਾ ਹੈ। ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦੇ ਬਣਾਉਣ ਵਿੱਚ ਉਸਦਾ ਯੋਗਦਾਨ ਸੀ। ਭਾਰਤ ਦੀ ਕਿਸੇ ਵੀ ਰਿਆਸਤ ਨੂੰ ਵਿਲय ਕਰਨ ਦੇ ਮੌਕੇ ਨੂੰ, ਵਿਲय ਹੁੰਦਾ ਜਿੱਤਣਾ, ਉਸਨੇ ਜਾਣ ਨਹੀਂ ਦਿੱਤਾ। ਬਸ ਇੰਨਾ ਹੀ ਕਰਾਂਗੇ। ਉਸ ਤੋਂ ਅੱਗੇ ਹੈਗਾ ਲਾਰਡ ਡਲਹੌਜੀ ਦੇ ਸਿਧਾਂਤ। ਸਭ ਤੋਂ ਪਹਿਲਾਂ ਦਾ ਵਿਪੱਕਤ ਦਾ ਸੁਭਾਅ, ਡਾਕਟ੍ਰਿਨ ਆਫ ਲੈਪਸ। ਇਹਦਾ ਮਤਲਬ ਇਹ ਸੀ ਵਿਪੱਕਤ ਦੇ ਸਿਧਾਂਤ ਦਾ ਕਿ ਲਾਰਡ ਡਲਹੌਜੀ ਨੇ ਇੱਕ ਕਾਨੂੰਨ ਬਣਾ ਦਿੱਤਾ ਕਿ ਜਿਹੜਾ ਰਾਜਾ ਵਾ, ਉਹਦੇ ਘਰ ਜੇਕਰ ਉਹਦਾ ਆਪਣਾ ਪੁੱਤਰ ਨਹੀਂ ਆ ਤੇ ਉਹਦੇ ਮਰਨ ਤੋਂ ਬਾਅਦ ਉਹਦੀ ਜਿੰਨੀ ਜਾਇਦਾਦ ਆ ਉਹ ਅੰਗਰੇਜ਼ੀ ਹਕੂਮਤ ਦੇ ਅਧੀਨ ਹੋ ਜਾਏਗੀ। ਔਰ ਜਿਹੜੀ ਉਹਦੇ ਨਾਲ ਜਿਹੜੀ ਫੈਮਿਲੀ ਆ, ਉਹਦੇ ਜਿੰਨੇ ਵੀ ਉਹਦੇ ਰਾਜ ਵਿੱਚ ਉਹਦੇ ਰਿਸ਼ਤੇਦਾਰ, ਉਹਨਾਂ ਨੂੰ ਪੈਨਸ਼ਨਾਂ ਦਿੱਤੀਆਂ ਜਾਣਗੀਆਂ। ਰਾਜ ਕਰਨ ਦਾ ਅਧਿਕਾਰ ਨਹੀਂ ਕਿਸੇ ਨੂੰ ਵੀ ਦਿੱਤਾ ਜਾਏਗਾ। ਇਹਨੂੰ ਕਹਿੰਦੇ ਵਿਪੱਕਤ ਦਾ ਸਿਧਾਂਤ। ਥੋੜਾ ਜਿਹਾ 5-6 ਲਾਈਨਾਂ ਵਿਪੱਕਤ ਦਾ ਸਿਧਾਂਤ ਤੁਹਾਨੂੰ ਵਿੱਚੋਂ ਵੀ ਪੜ੍ਹ ਦੂੰਗੀ 63 ਪੇਜ ਤੇ। ਡਲਹੌਜੀ ਦੇ ਕੰਮਾਂ ਦਾ ਵਿਵਰਣ ਵਿਪੱਕਤ ਦਾ ਸਿਧਾਂਤ ਦੀ ਵਿਆਖਿਆ ਤੋਂ ਬਿਨਾਂ ਅਧੂਰਾ ਰਹਿ ਜਾਂਦਾ ਹੈ। ਇਸ ਸਿਧਾਂਤ ਦੁਆਰਾ ਕੁਝ ਮਹੱਤਵਪੂਰਨ ਰਿਆਸਤਾਂ ਵਿਲय ਕਰ ਲਈਆਂ ਗਈਆਂ। ਡਲਹੌਜੀ ਦੇ ਇਸ ਵਿਸ਼ਵਾਸ ਦਾ ਕਿ ਝੂਠੇ ਰਜਵਾੜਿਆਂ ਤੇ ਕ੍ਰਿਤਮਿਕ ਪਦ ਸ਼ਕਤੀਆਂ ਦੁਆਰਾ ਪ੍ਰਸ਼ਾਸਨ ਦੀ ਪੁਰਾਣੀ ਪੱਤੀ ਨਾਲ ਪ੍ਰਜਾ ਦੀਆਂ ਮੁਸੀਬਤਾਂ ਵੱਧਦੀਆਂ ਹਨ ਤੇ ਇਹ ਸਭ ਗਲਤ ਹੈ। ਧਿਆਨ ਵਿੱਚ ਰੱਖ ਕੇ ਹੀ ਉਸਨੇ ਵਿਪੱਕਤ ਦਾ ਸਿਧਾਂਤ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਬਸ ਇੰਨਾ ਹੀ ਕਰਾਂਗੇ। ਉਸ ਤੋਂ ਬਾਅਦ ਆ ਗਿਆ 17, ਯਾਨੀ ਕਿ ਕਿਹੜੇ ਰਾਜ ਸੀ ਜਿੱਥੇ ਉਹਨੇ ਵਿਪੱਕਤ ਦਾ ਸਿਧਾਂਤ ਜਿਹੜਾ ਲਾਗੂ ਕੀਤਾ। 17 ਪੇਜ ਨੰਬਰ 65 ਤੇ ਟਿੱਕੀ ਕਰਨੀ ਬਸ। ਸੰਬਲਪੁਰ, ਝਾਂਸੀ, ਨਾਗਪੁਰ, ਇਹ 4 ਇਲਾਕੇ ਸੀਗੇ, ਸਟੇਟ ਉਸ ਸਮੇਂ ਦੇ ਰਾਜ ਸੀਗੇ ਜਿੱਥੇ ਉਹਨਾਂ ਨੇ ਵਿਲय ਕਰ ਲਿਆ ਸੀ ਡਲਹੌਜੀ ਨੇ। ਉਸ ਤੋਂ ਅੱਗੇ ਆ ਜਾਓ 66 ਪੇਜ ਤੇ ਉਪਾਧੀਆਂ ਤੇ ਪੈਨਸ਼ਨਾਂ ਨੂੰ ਬੰਦ ਕਰਨਾ। ਜਿੰਨੀਆਂ ਵੀ ਉਸ ਸਮੇਂ ਤੇ ਰਾਜਿਆਂ ਮਹਾਰਾਜਿਆਂ ਵੱਲੋਂ ਆਪਣੇ ਮੰਤਰੀਆਂ ਜਾਂ ਸੈਨਾਪਤੀਆਂ ਨੂੰ ਦਿੱਤੀਆਂ ਜਾਂਦੀਆਂ ਸੀ ਪੈਨਸ਼ਨਾਂ, ਉਹ ਉਹਨਾਂ ਨੇ ਬੰਦ ਕਰ ਦਿੱਤੀਆਂ। ਜਾਂ ਉਹਨਾਂ ਦੀਆਂ ਜਿਹੜੀਆਂ ਵਿਧਵਾਵਾਂ ਹੁੰਦੀਆਂ ਸੀ ਜਾਂ ਉਹਨਾਂ ਦੀਆਂ ਕੁੜੀਆਂ ਹੁੰਦੀਆਂ ਸੀ, ਉਹਨਾਂ ਨੂੰ ਜਿੰਨੀਆਂ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਸੀ ਉਹ ਸਾਰੀਆਂ ਡਲਹੌਜੀ ਨੇ ਬੰਦ ਕਰ ਦਿੱਤੀਆਂ ਤਾਂ ਕਿ ਵੱਧ ਤੋਂ ਵੱਧ ਜਿਹੜੀ ਆਮਦਨੀ ਉਹ ਸਰਕਾਰ ਦੇ ਖਾਤੇ ਵਿੱਚ ਜਾਵੇ। ਅੱਗੇ ਹੈਗਾ ਬਰਾੜ ਦਾ ਵਿਲय। ਬਰਾੜ ਨੂੰ ਜਿੱਤਿਆ ਉਹਨੇ, ਅਵਧ ਨੂੰ ਜਿੱਤਿਆ। ਪੇਜ ਨੰਬਰ 67 ਤੇ ਆ ਗਿਆ ਪ੍ਰਸ਼ਾਸਨਿਕ ਸੁਧਾਰ ਕੀਤੇ ਉਹਨੇ, ਸੈਨਿਕ ਸੁਧਾਰ ਵੀ ਕੀਤੇ, ਜਾਣੀ ਕਿ ਸੈਨਾ ਦੇ ਵਿੱਚ ਉਹਨੇ ਕਾਫੀ ਸੁਧਾਰ ਕੀਤੇ। ਸਿੱਖਿਆ ਸੰਬੰਧੀ ਸੁਧਾਰ ਜਿਹੜਾ ਵਾ ਇਹ ਲਾਰਡ ਡਲਹੌਜੀ ਨੇ ਸਭ ਤੋਂ ਪਹਿਲੇ ਇਹਨੇ ਹੀ ਇਹਦੇ ਵਿੱਚ ਸੁਧਾਰ ਕੀਤੇ ਸੀ। ਉਸ ਤੋਂ ਪਹਿਲਾਂ ਜਿੰਨੇ ਵੀ ਅੰਗਰੇਜ਼ ਅਫਸਰ ਆਏ ਸੀ ਉਹਨਾਂ ਸਿੱਖਿਆ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ। ਰੇਲਵੇ ਵਿਭਾਗ, ਰੇਲਵੇ ਲਾਈਨ ਵੀ ਪਹਿਲਾਂ ਡਲਹੌਜੀ ਨੇ ਸਭ ਤੋਂ ਪਹਿਲੇ ਵਿਛਾਈ ਸੀਗੀ। ਮੈਂ ਪੜ੍ਹ ਦਿੰਨੀ ਤੁਹਾਨੂੰ 68 ਤੇ ਰੇਲਵੇ ਵਿਭਾਗ। ਇੰਗਲੈਂਡ ਵਿੱਚ ਰੇਲਵੇ ਲਾਈਨ 1825 ਤੋਂ ਬਾਅਦ ਵਿਛਾਈ ਜਾ ਰਹੀ ਸੀ। ਡਲਹੌਜੀ ਦੇ ਕਾਲ ਵਿੱਚ ਭਾਰਤ ਵਿੱਚ 1853 ਵਿੱਚ ਪਹਿਲੀ ਰੇਲਵੇ ਲਾਈਨ ਬੰਬਈ ਤੋਂ ਥਾਣਾ ਤੱਕ ਵਿਛਾਈ ਗਈ ਅਤੇ ਜਲਦੀ ਹੀ ਸਾਰਾ ਭਾਰਤੀ ਸਾਮਰਾਜ ਰੇਲਵੇ ਲਾਈਨ ਦੇ ਸੂਤਰ ਵਿੱਚ ਬੰਨ੍ਹ ਕੇ ਇੱਕ ਕਰ ਦਿੱਤਾ ਗਿਆ। ਭਾਰਤੀ ਸੁਰੱਖਿਆ ਦੇ ਲਈ ਅਤੇ ਅੰਦਰੂਨੀ ਸੰਚਾਰ ਵਿਵਸਥਾ ਨੂੰ ਵਧਾਉਣ ਲਈ ਸਾਮਰਿਕ ਮਹੱਤਵ ਦੀਆਂ ਲਾਈਨਾਂ ਬਣਾਈਆਂ ਗਈਆਂ। ਇਸ ਵਿੱਚ ਪਰਿਯੋਜਨਾ ਦੀ ਵਿਸਤ੍ਰਿਤ ਰੂਪ ਰੇਖਾ ਡਲਹੌਜੀ ਦੁਆਰਾ ਆਪਣੇ ਪ੍ਰਸਿੱਧ ਰੇਲਵੇ ਪੱਤਰ ਵਿੱਚ ਦਿੱਤੀ ਗਈ ਹੈ ਅਤੇ ਭਾਰਤੀ ਰੇਲਾਂ ਦੇ ਭਾਵੀ ਪ੍ਰਸਾਰ ਦਾ ਇਹੀ ਆਧਾਰ ਬਣਿਆ ਰਿਹਾ। ਅਗਲੇ ਹੀ ਸਾਲ ਕਲਕੱਤਾ ਵਿੱਚ ਰਾਣੀਗੰਜ ਕੋਇਲਾ ਖੇਤਰ ਤੱਕ ਇੱਕ ਲਾਈਨ ਵਿਛਾ ਦਿੱਤੀ ਗਈ। ਇਸੇ ਤਰ੍ਹਾਂ ਮਦਰਾਸ ਪ੍ਰੈਜ਼ੀਡੈਂਸੀ ਵਿੱਚ ਵੀ ਕੁਝ ਲਾਈਨਾਂ ਵਿਛਾਈਆਂ ਗਈਆਂ ਤੇ 1856 ਤੱਕ ਕਈ ਲਾਈਨਾਂ ਦਾ ਸਰਵੇਖਣ ਹੋ ਚੁੱਕਾ ਸੀ ਅਤੇ ਕਈ ਵਿਛਾਈਆਂ ਜਾ ਰਹੀਆਂ ਸਨ। ਇਹ ਇਹਦਾ ਰੇਲਵੇ ਵਿਭਾਗ ਦਾ ਆਨਸਰ। ਉਸ ਤੋਂ ਅਗੇ ਵਿਦਯੁਤ ਤਾਰ, ਜਾਣੀ ਕਿ ਟੈਲੀਫੋਨ ਦੀਆਂ ਤਾਰਾਂ ਜਿਹੜੀਆਂ ਸੀ ਉਹ ਵੀ ਡਲਹੌਜੀ ਨੇ ਵਿਛਾਈਆਂ ਸੀਗੀਆਂ। ਉਸ ਤੋਂ ਬਾਅਦ ਆ ਗਿਆ ਡਾਕ ਸੁਧਾਰ।
ਜਿਹੜੇ ਡਾਕ ਪੱਤਰ ਲਿਖਦੇ ਸੀ ਇੱਕ ਦੂਜੇ ਨੂੰ, ਉਹਦੇ ਵਿੱਚ ਵੀ ਉਹਨੇ ਕਾਫੀ ਸੁਧਾਰ ਕੀਤੇ। ਸਰਵਜਨਿਕ ਨਿਰਮਾਣ ਸੁਧਾਰ, ਵਣਿਜ ਸੁਧਾਰ, 1857 ਦੇ ਵਿਦਰੋਹ ਲਈ ਡਲਹੌਜੀ ਦੀ ਜ਼ਿੰਮੇਵਾਰੀ। ਇਹੀ ਬਸ ਉਹਦੇ ਆਪਾਂ ਪੁਆਇੰਟ ਲਿਖਾਂਗੇ। ਅੱਗੇ ਹੈਗਾ ਡਲਹੌਜੀ ਦਾ ਮੁਲਾਂਕਣ, ਕਿ ਉਹ ਕਿਸ ਤਰ੍ਹਾਂ ਦਾ ਇਨਸਾਨ ਸੀਗਾ। ਡਲਹੌਜੀ ਦਾ ਮੁਲਾਂਕਣ ਮੈਂ ਤੁਹਾਨੂੰ ਰੀਡ ਕਰ ਦਿੰਦੀ ਹਾਂ, ਕਿਉਂਕਿ ਉਹਦੇ ਮੁਲਾਂਕਣ ਵਿੱਚੋਂ ਸਾਨੂੰ ਕਾਫੀ ਮਟੀਰੀਅਲ ਮਿਲ ਜਾਂਦਾ ਵਾ। ਇਸ ਤਰ੍ਹਾਂ ਵੀ ਆ ਸਕਦਾ ਹੈ ਕਿ ਡਲਹੌਜੀ ਦੇ ਸੁਧਾਰ ਦੱਸੋ ਤੇ ਨਾਲ ਦੇ ਨਾਲ ਡਲਹੌਜੀ ਦੀ ਆਲੋਚਨਾ ਵੀ ਦੱਸੋ ਜਾਂ ਉਹਦਾ ਮੁਲਾਂਕਣ ਕਰੋ। ਇਹ ਮੈਂ ਤੁਹਾਨੂੰ ਪੜ੍ਹ ਦਿੰਦੀ ਹਾਂ। ਪੇਜ ਨੰਬਰ 70। ਸਰ ਰਿਚਰਡ ਟੈਂਪਲ ਦਾ ਕਥਨ ਹੈ ਕਿ ਇੱਕ ਸਾਮਰਾਜਵਾਦੀ ਪ੍ਰਸ਼ਾਸਕ ਦੇ ਰੂਪ ਵਿੱਚ ਜੋ ਵੀ ਯੋਗ ਵਿਅਕਤੀ ਇੰਗਲੈਂਡ ਦੇ ਭਾਰਤ ਭੇਜੇ, ਉਹਨਾਂ ਵਿੱਚੋਂ ਕਿਸੇ ਨੇ ਹੀ ਸ਼ਾਇਦ ਉਸਦੀ ਬਰਾਬਰੀ ਕੀਤੀ ਹੋਵੇ। ਜਾਣੀ ਕਿ ਲਿਖਣ ਵਾਲਾ ਲਿਖਾਰੀ ਲਿਖਦਾ ਕਿ ਡਲਹੌਜੀ ਜਿਹੜਾ ਸੀ ਸਾਰੇ ਅੰਗਰੇਜ਼ ਅਫਸਰਾਂ ਨਾਲੋਂ ਕਿਤੇ ਜ਼ਿਆਦਾ ਸਮਝਦਾਰ ਸੀਗਾ। ਉਸ ਤੋਂ ਅੱਗੇ ਨਾ ਕੋਈ ਵਧਿਆ। ਮਾਰਸ਼ਮੈਨ ਲਿਖਦਾ ਹੈ ਕਿ ਆਧੁਨਿਕ ਅਤੇ ਪ੍ਰਾਚੀਨ ਇਤਿਹਾਸ 'ਚ ਉਹ ਸਭ ਤੋਂ ਵਧੀਆ ਉਦਾਹਰਨ ਪੇਸ਼ ਕਰਦਾ ਹੈ ਕਿ ਇੱਕ ਪ੍ਰਬੁੱਧ ਨਿਰਕੁੰਜ ਪ੍ਰਸ਼ਾਸਕ ਇੱਕ ਵੱਡੇ ਖੇਤਰ ਵਿੱਚ ਮਾਨਵਤਾ ਦੇ ਕਲਿਆਣ ਲਈ ਹੀ ਕੀ ਕੁਝ ਕਰ ਸਕਦਾ ਹੈ। ਸਰ ਵਿਲੀਅਮ ਵਿਲਸਨ ਹੰਟਰ ਨੇ ਡਲਹੌਜੀ ਦੇ ਕੰਮਾਂ ਦਾ ਨਿਚੋੜ 3 ਸ਼ਬਦਾਂ 'ਚ ਦੱਸਿਆ ਹੈ: ਜਿੱਤ, ਸੰਗਠਨ ਅਤੇ ਵਿਕਾਸ। ਯਾਨੀ ਕਿ 3 ਕੰਮ ਉਹਦੇ ਦੱਸੇ ਕਿ ਸਭ ਤੋਂ ਪਹਿਲੇ ਉਹਨੇ ਜਿੱਤ ਪ੍ਰਾਪਤ ਕੀਤੀ, ਫਿਰ ਸੰਗਠਨ ਕੀਤਾ, ਸਾਰਿਆਂ ਨੂੰ ਇੱਕ ਕੀਤਾ, ਔਰ ਫਿਰ ਦੇਸ਼ ਦਾ ਵਿਕਾਸ ਕੀਤਾ। ਉਸ ਦੇ ਵਿਲੀਅਮ ਦਾ ਜਿੱਤਣਾ, ਉਸਦੀ ਜਿੱਤ ਨੇ ਵਰਤਮਾਨ ਭਾਰਤ ਦੇ ਮਾਨਚਿੱਤਰ ਨੂੰ ਬਣਾਇਆ। ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰਨ ਨਾਲ ਕੰਪਨੀ ਦਾ ਰਾਜ ਪੱਛਮ ਉੱਤਰ ਸੀਮਾ ਦੇ ਪਹਾੜਾਂ ਤੱਕ ਪਹੁੰਚ ਗਿਆ ਅਤੇ ਅੰਗਰੇਜ਼ੀ ਅਧਿਕਾਰੀ ਉੱਥੋਂ ਦੇ ਦਰਿਆ ਦੇ ਪ੍ਰਹਿਰੀ ਬਣ ਗਏ, ਯਾਨੀ ਕਿ ਪਹਿਰੇਦਾਰ ਬਣ ਗਏ। ਸਿੱਕਮ ਦੇ ਵਿਲਏ ਨਾਲ ਭਾਰਤੀ ਸੀਮਾਵਾਂ ਤਿੱਬਤ ਅਤੇ ਚੀਨ ਦੀਆਂ ਸੀਮਾਵਾਂ ਨੂੰ ਛੂਹਣ ਲੱਗੀਆਂ ਅਤੇ ਲੋਅਰ ਬਰਮਾ ਦੇ ਵਿਲਏ ਨਾਲ ਪੂਰਬ ਚਟਗਾਮ ਤੋਂ ਰੰਗੂਨ ਤੱਕ ਸਮੁੰਦਰੀ ਤੱਟਾਂ ਉੱਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ। ਬਹੁਤ ਸਾਰੀਆਂ ਭਾਰਤੀ ਰਿਆਸਤਾਂ ਦੇ ਵਿਲਏ ਨਾਲ ਅੰਦਰੂਨੀ ਸੰਗਠਨ ਦਾ ਕੰਮ ਪੂਰਾ ਹੋਇਆ। ਡਲਹੌਜੀ ਦੀਆਂ ਜਿੱਤਾਂ ਅਤੇ ਵਿਲਏ ਨਾਲ ਲਗਭਗ 2.25 ਲੱਖ ਵਰਗ ਮੀਲ ਦਾ ਖੇਤਰ ਅੰਗਰੇਜ਼ੀ ਕੰਪਨੀ ਦੇ ਅਧੀਨ ਆ ਗਿਆ। ਉਸ ਦੇ ਸੁਧਾਰਾਂ ਨੇ ਪ੍ਰਸ਼ਾਸਨ ਦੇ ਹਰ ਵਿਭਾਗ ਨੂੰ ਪ੍ਰਭਾਵਿਤ ਕੀਤਾ ਤੇ ਉਸਦੀ ਰੇਲਵੇ ਮਾਰਗਾਂ, ਨਹਿਰਾਂ ਅਤੇ ਸਰਵਜਨਿਕ ਨਿਰਮਾਣ ਦੇ ਦੁਰਵਿਆਪੀ ਯੋਜਨਾਵਾਂ ਦੁਆਰਾ ਉਸਨੇ ਭਾਰਤ ਨੂੰ ਇੱਕ ਅਜਿਹੇ ਰਸਤੇ ਉੱਤੇ ਚਲਾ ਦਿੱਤਾ ਜਿਸ ਨਾਲ ਉਹ ਇੱਕ ਨਿਰਮਾਤਾ ਤੇ ਵਪਾਰਕ ਭਾਰਤ ਬਣ ਗਿਆ। ਉਹ ਆਧੁਨਿਕੀਕਰਨ ਵਿੱਚ ਵਿਸ਼ਵਾਸ ਕਰਦਾ ਸੀ ਤੇ ਉਸਨੇ ਇਹ ਨੀਹਾਂ ਰੱਖੀਆਂ ਜਿਨ੍ਹਾਂ ਉੱਤੇ ਭਾਰਤ ਦਾ ਨਿਰਮਾਣ ਹੋਇਆ। ਇਸ ਤੋਂ ਇਲਾਵਾ ਕੋਈ ਵੀ ਇਨਸਾਨ ਜੇਕਰ ਉਹਦੀ ਸਿਫਤ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚ ਕਮੀਆਂ ਵੀ ਹੁੰਦੀਆਂ ਨੇ, ਬਟ ਡਲਹੌਜੀ ਦੇ ਵਿੱਚ ਕਮੀਆਂ ਬਹੁਤ ਘੱਟ ਲਿਖੀਆਂ ਗਈਆਂ। ਜਿਵੇਂ ਕਿ ਉਹਨਾਂ ਲਿਖਿਆ, ਡਲਹੌਜੀ ਵਿੱਚ ਕਮੀਆਂ ਵੀ ਸਨ। ਉਹ ਨੈਤਿਕ ਮੁੱਲਾਂ ਜਾਂ ਪ੍ਰਤਿੱਗਿਆ ਦੇ ਸ਼ਬਦਾਂ ਨੂੰ ਬਹੁਤ ਮਹੱਤਵ ਨਹੀਂ ਦਿੰਦਾ ਸੀ। ਪੰਜਾਬ ਦੇ ਮਾਮਲੇ 'ਚ ਉਸਨੇ ਸਾਧਕ ਉੱਤੇ ਜ਼ਿਆਦਾ ਤੇ ਸਾਧਨ ਉੱਤੇ ਘੱਟ ਜ਼ੋਰ ਦਿੱਤਾ। ਭਾਰਤੀ ਰਿਆਸਤਾਂ ਨਾਲ ਵਿਵਹਾਰ ਵਿੱਚ ਉਸਨੇ ਭਾਰਤੀਆਂ ਦੀਆਂ ਭਾਵਨਾਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਤਰ੍ਹਾਂ ਡਲਹੌਜੀ ਇੱਕ ਨਿਰਦਈ ਸਾਮਰਾਜਵਾਦੀ ਸਿੱਧ ਹੋਇਆ ਤੇ 1857 ਦੇ ਵਿਦਰੋਹ ਅਤੇ ਅਸਥਿਰਤਾ ਲਈ ਬਹੁਤ ਹੱਦ ਤੱਕ ਉਹ ਜ਼ਿੰਮੇਵਾਰ ਸੀ। ਨੈਕਸਟ ਚੈਪਟਰ ਤੇ ਆ ਜਾਓ। ਇਕਾਈ 7 ਪਹਿਲੀ ਮਹੱਤਵਪੂਰਨ ਚੁਣੌਤੀ, ਯਾਨੀ ਕਿ ਸਭ ਤੋਂ ਪਹਿਲੇ ਭਾਰਤ ਵਿੱਚ ਜਦੋਂ ਡਲਹੌਜੀ ਦੇ ਕੁਝ ਕੰਮ ਲੋਕਾਂ ਨੂੰ ਚੰਗੇ ਨਹੀਂ ਲੱਗੇ ਤੇ ਉਹਨਾਂ ਨੇ ਇੱਕ ਛੋਟਾ ਜਿਹਾ ਵਿਦਰੋਹ ਕੀਤਾ ਜਿਹੜਾ ਕਿ ਭਾਰਤੀ ਇਤਿਹਾਸ ਵਿੱਚ ਬਹੁਤ ਮਹੱਤਵ ਰੱਖਦਾ ਹੈ। ਇਸ ਵਿਦਰੋਹ ਤੋਂ ਬਾਅਦ ਹੀ ਭਾਰਤੀਆਂ ਦੇ ਮਨ ਵਿੱਚ ਇਹ ਕੋਸ਼ਿਸ਼ ਜਾਗੀ ਸੀ ਕਿ ਉਹ ਅੰਗਰੇਜ਼ਾਂ ਨੂੰ ਇਸ ਦੇਸ਼ ਵਿੱਚੋਂ ਕਿਤੇ ਨਾ ਕਿਤੇ ਉਖਾੜਨਗੇ ਜਾਂ ਇੱਥੋਂ ਭੇਜਣਗੇ, ਵਾਪਸ ਭੇਜਣਗੇ ਉਹਦੇ ਦੇਸ਼। 1857 ਦਾ ਵਿਦਰੋਹ ਵੈਰੀ ਇੰਪੋਰਟੈਂਟ ਕੁਐਸਚਨ ਜੇ। ਇਹਦਾ ਹੁੰਦਾ 1857 ਦੇ ਵਿਦਰੋਹ ਦਾ ਆਰੰਭ, ਪ੍ਰਸਾਰ ਤੇ ਪਤਨ, ਉਹਦੇ ਕਾਰਨ ਤੇ ਇਹ ਵਿਦਰੋਹ ਅਸਫਲ ਕਿਉਂ ਰਿਹਾ ਤੇ ਇਹਦੇ परिणाम ਯਾਨੀ ਕਿ ਇਹਦੇ ਨਤੀਜੇ ਕੀ ਸੀ। ਸਭ ਤੋਂ ਪਹਿਲੇ 75 ਤੇ ਆਪਾਂ ਪੜਾਂਗੇ ਕਿ 1857 ਦੇ ਵਿਦਰੋਹ ਦੇ ਕਾਰਨ ਕੀ ਸੀ। ਐਂਗਲੋ ਇੰਡੀਅਨ ਇਤਿਹਾਸਕਾਰਾਂ ਨੇ ਸੈਨਿਕ ਅਸੰਤੋਸ਼ਾਂ ਅਤੇ ਚਰਬੀ ਵਾਲੇ ਕਾਰਤੂਸਾਂ ਨੂੰ ਹੀ 1857 ਦੇ ਮਹਾਨ ਵਿਦਰੋਹ ਦਾ ਸਭ ਤੋਂ ਮੁੱਖ ਮਹੱਤਵਪੂਰਨ ਕਾਰਨ ਦੱਸਿਆ ਹੈ। ਕਿਉਂਕਿ ਜਿਹੜੇ ਇਤਿਹਾਸਕਾਰ ਹੈ ਨਾ ਉਹ ਕਹਿੰਦੇ ਆ ਕਿ ਉਸ ਸਮੇਂ ਇਹ ਵਿਦਰੋਹ ਤਾਂ ਹੋਇਆ ਸੀ ਕਿ
ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਇਸ ਤਰ੍ਹਾਂ ਦੀਆਂ ਰਾਈਫਲਾਂ ਬਣਾਈਆਂ ਸੀ ਜਿਹਦੇ ਵਿੱਚ ਨਾ ਉਹਦੇ ਜਿਹੜੇ ਧਾਗੇ ਨੂੰ ਖਿੱਚਣ ਵਾਸਤੇ ਮੂੰਹ ਨਾਲ ਉਹ ਧਾਗਾ ਖਿੱਚਣਾ ਪੈਂਦਾ ਸੀ ਤੇ ਉਹ ਧਾਗਾ ਜਿਹੜਾ ਸੀ ਉਹਦੇ ਨਾਲ ਗਊ ਤੇ ਸੂਰ ਦਾ ਮਾਸ ਲੱਗਾ ਹੋਇਆ ਹੈ। ਤੇ ਜਦੋਂ ਜਿਹੜੇ ਭਾਰਤੀ ਹੈਗੇ ਸੀਗੇ ਸੈਨਿਕ, ਜਦੋਂ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗਾ ਕਿ ਉਹਨਾਂ ਨੇ ਇਸ ਤਰ੍ਹਾਂ ਦੀਆਂ ਰਫਲਾਂ ਚਲਾਉਣੀਆਂ ਤੇ ਉਹ ਭੜਕ ਪਏ, ਕਿਉਂਕਿ ਉਹਨਾਂ ਦੇ ਧਰਮ ਨੂੰ ਕਿਤੇ ਨਾ ਕਿਤੇ ਸੱਟ ਲੱਗੀ ਸੀ, ਜਿਹਦੇ ਕਰਕੇ ਉਹਨਾਂ ਨੇ ਫਿਰ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕੀਤਾ ਕਿ ਉਹ ਇਸ ਤਰ੍ਹਾਂ ਦੀਆਂ ਰਾਈਫਲਾਂ ਜਿਹੜੀਆਂ ਨਹੀਂ ਚਲਾਉਣਗੇ, ਨਾ ਹੀ ਉਹ ਆਪਣੇ ਮੂੰਹ ਨਾਲ ਇਹਨੂੰ ਮੂੰਹ ਲਗਾਉਣਗੇ, ਇਹਦੇ ਜਿਹੜਾ ਫੀਤਾ ਉਹਨੂੰ ਮੂੰਹ ਨਹੀਂ ਲਗਾਉਣਗੇ, ਜਿਹਦੇ ਕਰਕੇ ਇਹ ਵਿਦਰੋਹ ਜਿਹੜਾ ਸੀ ਸ਼ੁਰੂ ਹੋਇਆ ਸੀ। ਇਹਦੇ ਕਾਰਨ ਉਹਨਾਂ ਨੇ 3 ਦੱਸੇ: ਰਾਜਨੀਤਿਕ ਕਾਰਨ, ਪ੍ਰਸ਼ਾਸਨਿਕ ਤੇ ਆਰਥਿਕ ਕਾਰਨ, ਸਮਾਜਿਕ ਤੇ ਧਾਰਮਿਕ ਕਾਰਨ, ਯਾਨੀ ਕਿ 3 ਕਾਰਨ ਨੇ। ਅੱਗੇ ਚਰਬੀ ਵਾਲੇ ਕਾਰਤੂਸ ਤੇ ਸੈਨਿਕਾਂ ਦਾ ਵਿਦਰੋਹ ਤਾਂ ਕੇਵਲ ਇੱਕ ਚਿੰਗਾਰੀ ਸੀ ਜਿਸ ਨੇ ਉਹਨਾਂ ਸਾਰੇ ਵਿਸਫੋਟਕ ਪਦਾਰਥਾਂ ਨੂੰ ਜੋ ਰਾਜਨੀਤਿਕ, ਸਮਾਜਿਕ, ਧਾਰਮਿਕ ਤੇ ਆਰਥਿਕ ਕਾਰਨਾਂ ਤੋਂ ਇਕੱਠੇ ਹੋਏ ਸਨ ਅੱਗ ਲਗਾ ਦਿੱਤੀ ਤੇ ਉਹ ਦਬਾਅ ਰੂਪ ਧਾਰਨ ਕਰ ਲਿਆ। ਰਾਜਨੀਤਿਕ ਕਾਰਨ ਕੀ ਸੀ? ਕੰਪਨੀ ਦੀ ਭਾਰਤੀ ਰਿਆਸਤਾਂ ਉੱਤੇ ਖਮਤਾਸ਼ਾਲੀ ਨਿਯੰਤਰਣ ਹੌਲੀ-ਹੌਲੀ ਖਾਤਮੇ ਦੀ ਨੀਤੀ ਦੇ ਲਾਰਡ ਵੈਲਜ਼ਲੀ ਦੇ ਅਧੀਨ ਸਹਾਇਕ ਸੰਧੀ ਪ੍ਰਣਾਲੀ ਦੇ ਰੂਪ ਵਿੱਚ ਇੱਕ ਨਿਸ਼ਚਿਤ ਰੂਪ ਧਾਰਨ ਕਰ ਲਿਆ। ਇਸ ਤਰਕ ਦਾ ਅੰਤਿਮ ਰੂਪ ਡਲਹੌਜੀ ਦੇ ਕਾਗਜ਼ 'ਚ ਸਾਹਮਣੇ ਆਇਆ, ਜਿਸ ਨੇ ਨੈਤਿਕ ਅਤੇ ਰਾਜਨੀਤਿਕ ਆਚਾਰ ਦੀਆਂ ਸਾਰੀਆਂ ਹੱਦਾਂ ਨੂੰ ਛਿੰਨ-ਭਿੰਨ ਕਰਕੇ ਵਿਪੱਕਤ ਦੇ ਸਿਧਾਂਤ ਨੂੰ ਘੜਿਆ। ਡਲਹੌਜੀ ਦੀ ਵਿਲੈ ਨੀਤੀ ਨੇ ਸਾਰੇ ਰਾਜਿਆਂ ਨੂੰ ਵਿਆਕੁਲ ਕਰ ਦਿੱਤਾ। ਹਿੰਦੂ ਰਾਜਿਆਂ ਤੋਂ ਦੱਤਕ ਪੁੱਤਰ ਲੈਣ ਦਾ ਅਧਿਕਾਰ ਖੋਹ ਲਿਆ। ਉੱਤਰਾਧਿਕਾਰ ਦਾ ਅਧਿਕਾਰ ਉਹਨਾਂ ਨੂੰ ਨਹੀਂ ਰਿਹਾ ਜਿਨ੍ਹਾਂ ਦੀਆਂ ਧਮਨੀਆਂ ਵਿੱਚ ਵੰਸ਼ ਪ੍ਰਵਰਤਕ ਦਾ ਖੂਨ ਨਹੀਂ ਵਹਿ ਰਿਹਾ ਸੀ। ਆਸ਼ਰਿਤ ਰਾਜ ਅਤੇ ਰੱਖਿਅਕ ਸਹਾਇਕ ਦਾ ਭੇਦ ਬਹੁਤ ਸੂਖਮ ਸੀ ਅਤੇ ਵਾਲ ਦੀ ਖਾਲ ਨੂੰ ਉਤਾਰਨ ਵਾਲੀ ਗੱਲ ਸੀ, ਜਾਣੀ ਕਿ ਅੰਗਰੇਜ਼ ਜਿਹੜੇ ਸੀ ਬਹੁਤ ਜ਼ਿਆਦਾ ਜ਼ੁਲਮ ਕਰਨ ਲੱਗ ਗਏ ਸੀ, ਜਿਹਦੇ ਕਰਕੇ ਜਿਹੜੇ ਸੈਨਿਕ ਸੀਗੇ, ਭਾਰਤੀ ਸੈਨਿਕ, ਉਹਨਾਂ ਨੇ ਦਾਨਵ ਰੂਪ ਧਾਰਿਆ। ਅੱਗੇ ਆ ਗਿਆ ਦੂਸਰਾ, ਪ੍ਰਸ਼ਾਸਨਿਕ ਤੇ ਆਰਥਿਕ ਕਾਰਨ। ਭਾਰਤੀ ਰਿਆਸਤਾਂ ਦੇ ਵਿਲੈ ਦੇ ਬਹੁਤ ਸਾਰੇ ਸਮਾਜਿਕ ਅਤੇ ਆਰਥਿਕ ਪ੍ਰਭਾਵ ਹੋਏ। ਭਾਰਤੀ ਅਭਿਜਾਤ ਵਰਗ ਸ਼ਕਤੀ ਅਤੇ ਪਦਵੀ ਤੋਂ ਵੰਚਿਤ ਹੋ ਗਿਆ। ਨਵੀਨ ਪ੍ਰਸ਼ਾਸਨਿਕ ਵਿਵਸਥਾ ਵਿੱਚ ਉਹਨਾਂ ਨੂੰ ਉਹੀ ਪ੍ਰਾਚੀਨ ਇੱਜ਼ਤ ਪ੍ਰਾਪਤ ਕਰਨ ਦੇ ਅਵਸਰ ਬਹੁਤ ਘੱਟ ਸਨ, ਕਿਉਂਕਿ ਇਸ ਵਿਵਸਥਾ ਦੇ ਉੱਚੇ ਪਦ ਕੇਵਲ ਅੰਗਰੇਜ਼ਾਂ ਦੀ ਸੁਰੱਖਿਆ ਦੇ ਲਈ ਸਨ। ਸੈਨਾ ਵਿੱਚ ਉੱਚੇ ਤੋਂ ਉੱਚਾ ਪਦ ਜੋ ਕਿ ਕਿਸੇ ਭਾਰਤੀ ਨੂੰ ਮਿਲ ਸਕਦਾ ਸੀ ਉਹ ਸੂਬੇਦਾਰ ਦਾ ਸੀ, ਜਿਸ ਵਿੱਚ 60 ਤੋਂ 70 ਰੁਪਏ ਮਾਸਿਕ ਵੇਤਨ ਮਿਲਦਾ ਸੀ, ਅਤੇ ਸੈਨਿਕ ਪ੍ਰਸ਼ਾਸਨ ਵਿੱਚ ਸਦਰ ਅਮੀਨ ਦਾ ਪਦ ਸੀ, ਜਿਸ ਦਾ ਵੇਤਨ ਕੇਵਲ 500 ਰੁਪਏ ਮਾਸਿਕ ਸੀ। ਪਰ ਵਿਧੀ ਦੇ ਅਵਸਰ ਬਹੁਤ ਘੱਟ ਸਨ। ਭਾਰਤੀਆਂ ਦੀ ਇਹ ਧਾਰਨਾ ਬਣ ਗਈ ਕਿ ਅੰਗਰੇਜ਼ ਉਹਨਾਂ ਨਾਲ ਲੱਕੜਹਾਰੇ ਜਾਂ ਕੁਹਾਰੇ ਬਣਾਉਣਾ ਚਾਹੁੰਦਾ ਹੈ। ਨੈਕਸਟ ਹੈਗਾ ਸਮਾਜਿਕ ਅਤੇ ਧਾਰਮਿਕ ਕਾਰਨ। ਧਾਰਮਿਕ ਕਾਰਨ ਮੈਂ ਤੁਹਾਨੂੰ ਪਹਿਲੇ ਦੱਸ ਦਿੱਤਾ ਕਿ ਜਿਹੜੇ ਚਰਬੀ ਤੇ ਸੂਰ ਦੀ ਤੇ ਗਾਂ ਦੀ ਚਰਬੀ ਦੇ ਫੀਤੇ ਵਾਲੀਆਂ ਜਿਹੜੀਆਂ ਰਾਈਫਲਾਂ ਸੀ ਉਹ ਉਹਨਾਂ ਨੂੰ ਚਲਾਉਣ ਵਾਸਤੇ ਦਿੱਤੀਆਂ ਗਈਆਂ, ਜਿਨ੍ਹਾਂ ਨੂੰ ਉਹਨਾਂ ਨੇ ਚਲਾਉਣ ਤੋਂ, ਭਾਰਤੀ ਸੈਨਿਕਾਂ ਨੇ ਚਲਾਉਣ ਤੋਂ ਮਨਾ ਕਰ ਦਿੱਤਾ, ਤੇ ਇਹ ਇੱਕ ਕਾਰਨ ਸੀ ਕਿ ਉਹ ਅੰਗਰੇਜ਼ਾਂ ਦੇ ਬਿਲਕੁਲ ਖਿਲਾਫ ਹੋ ਗਏ ਸੀ। 77 ਤੇ 2-4 ਲਾਈਨਾਂ ਮੈਂ ਪੜ੍ਹ ਦਿੰਨੀ ਆ। ਸਾਰੇ ਵਿਜੇਤਾ ਜਾਤੀਆਂ ਦੀ ਤਰ੍ਹਾਂ ਅੰਗਰੇਜ਼ ਸ਼ਾਸਕ ਵਿਜਿਤ ਲੋਕਾਂ ਦੇ ਪ੍ਰਤੀ ਬਹੁਤ ਰੁੱਖੇ ਅਤੇ ਕਮੀਨੇ ਸਨ। ਇਸ ਤੋਂ ਇਲਾਵਾ ਉਹ ਜਾਤੀਵਾਦੀ ਭਾਵਨਾ ਨਾਲ ਵੀ ਪ੍ਰੇਰਿਤ ਸਨ। ਉਹ ਭਾਰਤੀਆਂ ਨੂੰ ਘ੍ਰਿਣਾ ਦੀ ਦ੍ਰਿਸ਼ਟੀ ਨਾਲ ਦੇਖਦੇ ਸਨ ਤੇ ਹਿੰਦੂਆਂ ਨੂੰ ਬਰਬਰ ਤੇ ਮੁਸਲਮਾਨਾਂ ਨੂੰ ਕੱਟੜਪੰਥੀ, ਨਿਰਦਈ ਅਤੇ ਬੇਈਮਾਨ ਸਮਝਦੇ ਸਨ। ਯੂਰਪੀ ਅਧਿਕਾਰੀ ਵਰਗ ਭਾਰਤੀਆਂ ਦੇ ਪ੍ਰਤੀ ਬਹੁਤ ਕਠੋਰ ਅਤੇ ਅਸਹਿਣਯੋਗ ਸੀ। ਉਹ ਭਾਰਤੀ ਨੂੰ ਕਾਲੇ ਜਾਂ ਸੂਰ ਦਾ ਨਾਂ ਦਿੰਦੇ ਸਨ। ਉਹਨਾਂ ਵਿੱਚੋਂ ਉੱਤਮ ਲੋਕ ਵੀ ਬਰਡ ਅਤੇ ਟਾਊਸ ਦੀ ਤਰ੍ਹਾਂ ਮੌਕਾ ਪਾਉਣ ਤੇ ਭਾਰਤੀਆਂ ਦਾ ਅਪਮਾਨ ਕਰਨ ਤੋਂ ਨਹੀਂ ਚੁੱਕਦੇ ਸਨ। ਸ਼ਿਕਾਰ ਤੇ ਜਾਂਦੇ ਸਮੇਂ ਅੰਗਰੇਜ਼ ਪਦ ਅਧਿਕਾਰੀ ਆਪਣੇ ਅਤੇ ਯੂਰਪੀ ਸੈਨਿਕ ਭਾਰਤੀਆਂ ਦੇ ਤੇ ਬਲਾਤਕਾਰ ਕਰਦੇ ਸਨ। ਯੂਰਪੀ ਜੂਰੀਆਂ ਜੋ ਇਹਨਾਂ ਮਾਮਲਿਆਂ 'ਚ ਸੁਣਵਾਈ ਕਰ ਸਕਦੀਆਂ ਸਨ, ਆਮ ਤੌਰ ਤੇ ਇਹਨਾਂ ਨੂੰ ਥੋੜ੍ਹੀ ਬਹੁਤ ਸਜ਼ਾ ਦੇ ਕੇ ਛੱਡ ਦਿੰਦੀਆਂ ਸਨ ਅਤੇ ਭਾਰਤੀਆਂ ਨੂੰ ਇਹ ਬਹੁਤ ਚੁਭਦਾ ਸੀ। ਸਰੀਰਕ ਅਤੇ ਰਾਜਨੀਤਿਕ ਅਨਿਆਂ ਸਹਿਣ ਕਰਨਾ ਕਈ ਵਾਰ ਸੰਭਵ ਹੋ ਸਕਦਾ ਸੀ, ਪਰੰਤੂ ਧਾਰਮਿਕ ਉਤਪੀੜਨ ਸਹਿਣਾ ਬਹੁਤ ਮੁਸ਼ਕਲ ਸੀ। ਅੰਗਰੇਜ਼ਾਂ ਦਾ ਇਹ ਇੱਕ ਉਦੇਸ਼ ਭਾਰਤੀਆਂ ਨੂੰ ਈਸਾਈ ਬਣਾਉਣਾ ਵੀ ਸੀ। ਇਸ ਕੰਪਨੀ ਦੇ ਅਧਿਅਕਸ਼ ਮੈਗਲਜ਼ ਦੇ ਹਾਊਸ ਆਫ ਕਾਮਨਸ ਵਿੱਚ ਦਿੱਤੇ ਗਏ ਇੱਕ ਭਾਸ਼ਣ ਤੋਂ ਸਪਸ਼ਟ ਹੈ, ਜਾਣੀ ਕਿ ਅੰਗਰੇਜ਼ਾਂ ਦਾ ਇੱਕ ਮਕਸਦ ਹੋਰ ਵੀ ਸੀ ਕਿ ਉਹ ਸਾਰੇ ਭਾਰਤੀਆਂ ਨੂੰ ਈਸਾਈ ਬਣਾਉਣਾ ਚਾਹੁੰਦਾ ਸੀ, ਜਿਹਦੇ ਕਰਕੇ ਭਾਰਤ ਦੇ ਲੋਕਾਂ ਕੋਲੋਂ ਇਹ ਗੱਲ ਸਹਿਣ ਨਾ ਹੋਈ। ਨੈਕਸਟ ਹੈਗਾ ਵਾ ਸੈਨਿਕ ਕਾਰਨ। ਸੈਨਿਕ ਕਾਰਨ ਦੇ ਵਿੱਚ ਆਪਾਂ ਇਹੀ ਲਿਖਣਾ, ਸੇਮ ਚਰਬੀ ਵਾਲੇ ਕਾਰਤੂਸ ਸੀ ਉਹ ਨਹੀਂ ਚਲਾਉਣਾ ਚਾਹੁੰਦੇ ਤੇ ਉਹ ਅੰਗਰੇਜ਼ਾਂ ਦੇ ਖਿਲਾਫ ਹੋ ਗਏ। ਬਸ ਇਹਦੇ ਵਿੱਚ ਵੀ ਇਹੀ ਲਿਖਣਾ ਹੈ। ਅਜੇ ਕਿ 1857 ਦਾ ਵਿਦਰੋਹ ਕਿਉਂ ਸਫਲ ਰਿਹਾ ਤੇ ਉਹਦੇ ਪੁਆਇੰਟ 82 ਪੇਜ ਤੇ।
ਇਹ ਇਸ ਕਰਕੇ ਸਫਲ ਰਿਹਾ ਸੀ। ਪਹਿਲਾ ਕਾਰਨ ਸੀ ਕਿ ਜਿਹੜੇ ਅੰਗਰੇਜ਼ ਸਾਮਰਾਜ ਦੇ ਸਾਧਨ ਵਿਦਰੋਹੀਆਂ ਦੇ ਸਾਧਨਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਸੀ, ਕਿਉਂਕਿ ਅੰਗਰੇਜ਼ਾਂ ਕੋਲ ਬਹੁਤ ਜ਼ਿਆਦਾ ਸਾਧਨ ਸੀਗੇ ਲੜਨ ਦੇ, ਜਦ ਕਿ ਸੈਨਾ ਕੋਲ ਬਹੁਤ ਘੱਟ ਸਾਧਨ ਸੀਗੇ। ਇਹ ਵੀ ਇੱਕ ਕਾਰਨ ਰਿਹਾ ਸੀ ਕਿ ਉਹ ਹਾਰ ਗਏ। ਅੰਗਰੇਜ਼ਾਂ ਦੇ ਸੁਭਾਗ ਨਾਲ ਕ੍ਰੀਮੀਆ ਅਤੇ ਚੀਨੀ ਯੁੱਧ 1856 ਤੱਕ ਖਤਮ ਹੋ ਚੁੱਕੇ ਸਨ। 1,12,000 ਯੂਰਪੀ ਸੈਨਿਕ ਸੰਸਾਰ ਦੇ ਭਿੰਨ-ਭਿੰਨ ਭਾਗਾਂ ਤੋਂ ਭਾਰਤ ਵਿੱਚ ਉਪਸਥਿਤ ਹੋ ਗਏ ਸਨ ਅਤੇ 3,10,000 ਅਤਿਰਿਕਤ ਭਾਰਤੀ ਸੈਨਾ ਦਾ ਇੱਥੋਂ ਹੀ ਗਠਨ ਕੀਤਾ ਗਿਆ। ਭਾਰਤੀ ਵਿਦਰੋਹੀਆਂ ਦੇ ਕੋਲ ਬੰਦੂਕਾਂ ਬਹੁਤ ਥੋੜ੍ਹੀਆਂ ਸਨ ਅਤੇ ਉਹ ਜ਼ਿਆਦਾਤਰ ਤਲਵਾਰਾਂ ਤੇ ਭਾਲਿਆਂ ਨਾਲ ਲੜੇ। ਦੂਜੇ ਪਾਸੇ ਅੰਗਰੇਜ਼ੀ ਸੈਨਾ ਆਧੁਨਿਕਤਮ ਹਥਿਆਰ ਜਿਵੇਂ ਕਿ ਐਨਫੀਲਡ ਰਾਈਫਲ ਆਦਿ ਨਾਲ ਲੈਸ ਸੀ। ਨਾਨਾ ਸਾਹਿਬ ਇਹਨਾਂ ਨੇ ਇੱਕ ਵਾਰ ਕਿਹਾ ਸੀ ਕਿ ਇਹ ਨੀਲੀ ਟੋਪੀ ਵਾਲੀ ਰਾਈਫਲ ਤਾਂ ਗੋਲੀ ਚੱਲਣ ਤੋਂ ਪਹਿਲਾਂ ਹੀ ਮਾਰ ਦਿੰਦੀ ਹੈ। ਵਿਦਯੁਤ ਤਾਰ ਲਈ ਵਿਵਸਥਾ ਦੁਆਰਾ ਮੁੱਖ ਸੈਨਾਪਤੀ ਵਿਦਰੋਹੀਆਂ ਦੇ ਗਤੀਵਿਧੀਆਂ ਤੋਂ ਅਵਗਤ ਰਹੇ ਅਤੇ ਵਿਦਰੋਹ ਦਾ ਖਾਤਮਾ ਕਰਨ ਲਈ ਇੱਕ ਸਮੂਹਿਕ ਯੋਜਨਾ ਬਣਾਈ ਗਈ। ਯਾਨੀ ਕਿ ਉਹਨਾਂ ਨੇ ਯੁੱਧ ਲੜਨ ਤੋਂ ਪਹਿਲੇ ਕੋਈ ਪਾਲਿਸੀ ਤਿਆਰ ਨਹੀਂ ਸੀ ਕੀਤੀ ਭਾਰਤੀ ਸੈਨਾ ਨੇ, ਜਿਹਦੇ ਕਰਕੇ ਉਹ ਹਾਰ ਗਏ ਸੀ। ਦੂਸਰਾ ਪੁਆਇੰਟ ਹੈਗਾ ਕਿ 1857 ਦੇ ਵਿਦਰੋਹ ਦਾ ਸਰੂਪ ਮੁੱਖ ਤੌਰ ਤੇ ਸਾਮੰਤਵਾਦੀ ਸੀ, ਜਿਸ ਵਿੱਚ ਕੁਝ ਰਾਸ਼ਟਰਵਾਦੀ ਤੱਤ ਵਿਦਿਆਮਾਨ ਸਨ। ਅਵਧ ਅਤੇ ਰੁਹੇਲਖੰਡ ਦੇ ਅਤੇ ਹੋਰ ਉੱਤਰੀ ਭਾਰਤ ਦੇ ਸਾਮੰਤਵਾਦੀ ਤੱਤਾਂ ਨੇ ਵਿਦਰੋਹ ਦੀ ਅਗਵਾਈ ਕੀਤੀ। ਸਾਮੰਤਵਾਦ ਹੁੰਦਾ ਵਾ ਜਿਹੜੇ ਕਿ ਭੂਮੀ ਦੇ ਮਾਲਕ ਹੁੰਦੇ, ਉਹਨਾਂ ਨੂੰ ਕਹਿੰਦੇ ਸਾਮੰਤਵਾਦ। ਇਹ ਯੁੱਧ ਸਿਰਫ ਉਹਨਾਂ ਤੱਕ ਹੀ ਰਿਹਾ। ਦੂਜੇ ਪਾਸੇ ਸਾਮੰਤਵਾਦੀ ਤੱਤਾਂ ਨੇ ਪਟਿਆਲਾ, ਜੀਂਦ, ਗਵਾਲੀਅਰ ਅਤੇ ਹੈਦਰਾਬਾਦ ਦੇ ਰਾਜਿਆਂ ਨੇ ਇਸ ਵਿਦਰੋਹ ਦੇ ਦਮਨ ਵਿੱਚ ਮਦਦ ਕੀਤੀ। ਯਾਨੀ ਕਿ ਇਸ ਜਿਹੜਾ ਹੈਗਾ ਸੀ ਵਿਦਰੋਹ ਹੀ ਨੂੰ ਦਬਾਉਣ ਵਿੱਚ ਭਾਰਤੀ ਰਾਜਿਆਂ ਨੇ ਅੰਗਰੇਜ਼ਾਂ ਦੀ ਮਦਦ ਕੀਤੀ ਸੀ, ਜਿਹਦੇ ਕਰਕੇ ਇਹ ਜਿਹੜਾ ਵਿਦਰੋਹ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ। ਤੀਸਰਾ ਹੈਗਾ ਕਿ ਵਿਦਰੋਹ ਦਾ ਗਠਨ ਠੀਕ ਨਹੀਂ ਸੀ, ਯਾਨੀ ਕਿ ਵਿਦਰੋਹ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹਦੇ ਵਿੱਚ ਇਹਦੀ ਪਾਲਿਸੀ ਨਹੀਂ ਤਿਆਰ ਕੀਤੀ ਗਈ, ਨੀਤੀ ਨਹੀਂ ਤਿਆਰ ਕੀਤੀ ਗਈ। ਇਹਦੇ ਵਿੱਚ ਨੇਤਾ ਵੀ ਘੱਟ ਸੀਗੇ ਅਤੇ ਵੀਰਤਾ ਵੀ ਘੱਟ ਸੀ। ਲੋਕ ਜਿਹੜੇ ਵੀਰ ਯੋਧੇ ਸੀ ਉਹਦੇ ਵਿੱਚ ਬਹੁਤ ਘੱਟ ਸੀ, ਜਿਸ ਕਰਕੇ ਇਹ ਜਿਹੜਾ ਯੁੱਧ ਸੀ ਉਹ ਸਫਲ ਹੋ ਗਿਆ। ਵਿਦਰੋਹ ਦਾ ਗਠਨ ਠੀਕ ਨਹੀਂ ਸੀ। ਵਿਦਰੋਹ ਦੇ ਨੇਤਾਵਾਂ ਵਿੱਚ ਵੀਰਤਾ ਦੀ ਕਮੀ ਨਹੀਂ ਸੀ, ਪਰੰਤੂ ਅਨੁਭਵ, ਸੰਗਠਨ ਖਮਤਾ ਤੇ ਮਿਲ ਕੇ ਕੰਮ ਕਰਨ ਦੀ ਸ਼ਕਤੀ ਦੀ ਕਮੀ ਸੀ। ਛਾਪਾ ਮਾਰਨ ਜਾਂ ਅਚਾਨਕ ਹਮਲਾ ਕਰਕੇ ਲੁਪਤ ਹੋ ਜਾਣ ਨਾਲ ਸੁਤੰਤਰਤਾ ਨਹੀਂ ਵਾਪਸ ਆ ਸਕਦੀ। ਵਿਦਰੋਹ ਖਤਮ ਹੋਣ ਦੇ ਬਾਅਦ ਅਨੇਕ ਅਯੋਗ ਅਤੇ ਜਾਂਚ ਸਮਿਤੀਆਂ ਨਿਯੁਕਤ ਕੀਤੀਆਂ ਗਈਆਂ। ਉਹਨਾਂ ਵਿੱਚੋਂ ਕਿਸੇ ਨੂੰ ਵਿਦਰੋਹ ਦੇ ਪਿੱਛੇ ਯੋਜਨਾਬੱਧ ਕੰਮ ਦੇ परिणाम ਨਹੀਂ ਮਿਲੇ। ਬਹਾਦਰ ਸ਼ਾਹ ਦੂਜੇ ਦੇ ਆਰੋਪ ਨੇ ਤਾਂ ਇਹ ਵੀ ਸਿੱਧ ਕਰ ਦਿੱਤਾ ਕਿ ਵਿਦਰੋਹ ਉਸ ਲਈ ਉਹਨਾਂ ਦੀ ਅਚਾਨਕ ਸੀ ਜਿੰਨਾ ਕਿ ਅੰਗਰੇਜ਼ਾਂ ਲਈ। ਅੱਗੇ ਆ ਗਿਆ ਵਿਦਰੋਹ ਦਾ परिणाम। ਵਿਦਰੋਹ ਦਾ परिणाम ਆਪਾਂ ਇਹਨਾਂ ਪੁਆਇੰਟਾਂ ਵਿੱਚੋਂ ਹੀ ਲੈ ਲੈਣਾ ਕਿ ਵਿਦਰੋਹ ਦਾ परिणाम ਕੋਈ ਬਹੁਤਾ ਚੰਗਾ ਨਹੀਂ ਸੀ। ਵਿਦਰੋਹ ਦਾ परिणाम ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਜਿਹੜੇ ਇਹਨਾਂ ਦੀ ਪਾਲਿਸੀ ਵੀ ਸਹੀ ਨਹੀਂ ਸੀ, ਇਹਨਾਂ ਕੋਲ ਯੋਗ ਸੈਨਾ ਨਹੀਂ ਸੀ, ਇਹਨਾਂ ਕੋਲ ਹਥਿਆਰ ਘੱਟ ਸੀ, ਇਸ ਕਰਕੇ ਇਹ ਜਿਹੜੇ ਵਿਦਰੋਹ ਸੀ ਇਹ ਹਾਰ ਗਏ ਸੀ। ਭਾਵੇਂ ਇਹ ਵਿਦਰੋਹ ਹਾਰ ਗਏ ਸੀ, ਬਟ ਫਿਰ ਵੀ ਇਹਦਾ ਭਾਰਤੀ ਇਤਿਹਾਸ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ, ਕਿਉਂਕਿ ਇੱਥੋਂ ਸ਼ੁਰੂਆਤ ਹੁੰਦੀ ਆ ਅੰਗਰੇਜ਼ਾਂ ਦੇ ਵਿਰੁੱਧ ਲੜਨ ਦੀ ਜਾਂ ਉਹਨਾਂ ਦੇ ਵਿਰੁੱਧ ਮੋਰਚੇ ਖੋਲਣ ਦੀ। ਅੱਗੇ ਆ ਗਿਆ ਕਿਸਾਨੀ ਅੰਦੋਲਨ। ਇਕਾਈ 8 ਕਿਸਾਨੀ ਅੰਦੋਲਨ। 20ਵੀਂ ਸ਼ਤਾਬਦੀ ਦੇ ਪੂਰਵਾਰਧ ਵਿੱਚ ਕਿਸਾਨੀ ਅੰਦੋਲਨ 1830 ਤੋਂ ਕੁਐਸਚਨ ਐਵੇਂ ਵੀ ਆਉਂਦਾ ਹੁੰਦਾ 20ਵੀਂ ਸ਼ਤਾਬਦੀ ਦਾ ਕਿਸਾਨੀ ਅੰਦੋਲਨ ਦੱਸੋ, ਔਰ ਜਾਂ ਐਵੇਂ ਆਉਂਦਾ ਹੁੰਦਾ 1930 ਤੋਂ 1940 ਦੇ ਦੌਰਾਨ ਕਿਹੜੇ ਕਿਸਾਨੀ ਅੰਦੋਲਨ ਹੋਏ। ਸਭ ਤੋਂ ਪਹਿਲਾਂ ਪੇਜ ਨੰਬਰ 90 ਪੈਰਾਗ੍ਰਾਫ ਮੈਂ ਤੁਹਾਨੂੰ ਟਿਕ ਕਰਾ ਦਿੰਨੀ ਆ। ਫਸਟ ਪੈਰਾਗ੍ਰਾਫ ਹੈਗਾ ਅਬਦ ਵਿੱਚ ਕਿਸਾਨ ਸਭਾ। 20ਵੀਂ ਸ਼ਤਾਬਦੀ ਦੇ ਜਿਹੜੇ ਪਹਿਲੋਂ ਅਬਦ ਕਿਸਾਨ ਸਭਾ ਹੋਈ ਉਹਦੇ ਵਿੱਚ ਅਬਦ ਦੇ ਕਿਸਾਨਾਂ ਨੇ ਵਿਦਰੋਹ ਕੀਤਾ। ਉਸ ਤੋਂ ਬਾਅਦ ਪੇਜ ਨੰਬਰ 93 ਤੇ ਹੈਗਾ ਮਾਪਲਾ ਵਿਦਰੋਹ। ਜਿਹੜੇ ਕਿ ਲੋਕ ਸਮੁੰਦਰ ਦੇ ਕੰਢੇ ਰਹਿੰਦੇ ਸੀਗੇ, ਜਿਹੜੇ ਮੱਛੀਆਂ ਫੜਨ ਦਾ ਕੰਮ ਕਰਦੇ ਸੀ, ਉਹਨਾਂ ਨੇ ਵੀ ਵਿਦਰੋਹ ਕੀਤਾ ਸੀ ਸਰਕਾਰ ਦੇ ਖਿਲਾਫ। ਔਰ ਅਬਦ ਦੇ ਕਿਸਾਨਾਂ ਦਾ ਵਿਦਰੋਹ ਪਹਿਲਾ ਪੈਰਾਗ੍ਰਾਫ, ਦੂਸਰੇ ਨੂੰ ਛੱਡ ਕੇ ਤੀਸਰਾ ਪੈਰਾਗ੍ਰਾਫ ਔਰ ਚੌਥਾ ਪੈਰਾਗ੍ਰਾਫ, ਇਹਦੇ ਵਿੱਚ ਇਹਦਾ ਆਨਸਰ ਆ। ਨੈਕਸਟ ਆ ਗਿਆ 92 ਤੇ ਚੰਪਾਰਨ ਅਤੇ ਕੇਰਾ ਸੱਤਿਆਗ੍ਰਹਿ ਬਾਰੇ ਦੱਸੋ। 2 ਮਾਰਕਸ ਦੇ ਕੁਐਸਚਨ ਹੈ, ਇੰਪੋਰਟੈਂਟ ਆ। ਚੰਪਾਰਨ ਤੇ ਕੇਰਾ ਸੱਤਿਆਗ੍ਰਹਿ ਪੇਜ ਨੰਬਰ 92। ਪੇਜ ਨੰਬਰ 93 ਤੇ ਹੈਗਾ ਮਾਪਲਾ ਵਿਦਰੋਹ। ਮਾਪਲਾ ਵਿਦਰੋਹ ਜਿਹੜਾ ਸੀ ਉਹ
ਕਿਸਾਨਾਂ ਦੇ ਨਾਲ ਜਿਹੜੇ ਮਛੇਰੇ ਸੀਗੇ ਸਮੁੰਦਰਾਂ ਦੇ ਕੰਢਿਆਂ ਤੇ ਰਹਿੰਦੇ ਸੀ ਉਹਨਾਂ ਵੱਲੋਂ ਕੀਤਾ ਗਿਆ ਸੀ ਸਰਕਾਰ ਦੇ ਖਿਲਾਫ। ਇਹਦੇ ਵਿੱਚ ਆਪਾਂ ਪੜਾਂਗੇ ਪਹਿਲੇ 2 ਪੈਰੇ। ਇਹ ਸਾਰਾ ਹੀ ਪੇਜ ਜਦੋਂ ਤੁਸੀਂ ਪੜੋਗੇ ਨਾ ਆਪਣੇ ਆਪ ਹੀ ਇਹਦੇ ਵਿੱਚੋਂ ਈਜ਼ੀ ਲਾਈਨਾਂ ਨਿਕਲ ਆਉਂਦੀਆਂ ਨੇ। ਫਸਟ 2 ਪੈਰਾਗ੍ਰਾਫ ਮੈਂ ਰੀਡ ਕਰ ਦਿੰਦੀ ਤੁਹਾਨੂੰ। 1921 ਵਿੱਚ ਅਗਸਤ 1921 ਵਿੱਚ ਦੇਸ਼ ਦੇ ਬਿਲਕੁਲ ਦੂਜਾ ਸ਼ੋਰ ਹੁੰਦਾ ਦੇਸ਼ ਦਾ ਦੂਜਾ ਕਿਨਾਰਾ ਜਾਂ ਕੰਢਾ ਤੇ ਮਾਲਾਬਾਰ ਜ਼ਿਲ੍ਹੇ ਕੇਰਲ ਵਿੱਚ ਕਾਸ਼ਤਕਾਰਾਂ ਦਾ ਵਿਦਰੋਹ ਕਈ ਹੋਰ ਕਿਸਾਨਾਂ ਸੰਘਰਸ਼ਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਵਿਆਪਕ ਅਤੇ ਜੁਝਾਰੂ ਲਗਾਨ ਵਸੂਲਦੇ ਅਤੇ ਤਰ੍ਹਾਂ ਦੇ ਅਤਿਆਚਾਰ ਕਰਦੇ। 19ਵੀਂ ਸਦੀ ਵਿੱਚ ਵੀ ਮਾਪਲਾ ਕਿਸਾਨਾਂ ਨੇ ਜ਼ਮੀਂਦਾਰਾਂ ਦੇ ਖਿਲਾਫ ਸੰਘਰਸ਼ ਕੀਤਾ ਪਰ ਵਿਦਰੋਹ 1921 ਵਿੱਚ ਫੁੱਟਿਆ ਉਹ ਪਹਿਲੋਂ ਇੱਕ ਅਲੱਗ ਪੈਮਾਨੇ ਦਾ ਸੀ। ਕਿਸਾਨਾਂ ਦੇ ਅਸੰਤੋਸ਼ ਨੂੰ ਹਵਾ ਮਿਲੀ ਯਾਨੀ ਕਿ ਕਹਿਣ ਦਾ ਭਾਵ ਕਿ ਜਿਹੜੇ ਕਿਸਾਨ ਸੀ ਉਹ ਸਰਕਾਰ ਦੇ ਨੀਤੀਆਂ ਤੋਂ ਖੁਸ਼ ਨਹੀਂ ਸੀ, ਉਹ ਅਸੰਤੋਸ਼ ਸੀਗੇ, ਗੁੱਸੇ ਵਿੱਚ ਇਸ ਵਿਦਰੋਹ ਨੇ ਉਹਨਾਂ ਨੂੰ ਵੀ ਹਵਾ ਦਿੱਤੀ। ਅਪ੍ਰੈਲ 1920 ਵਿੱਚ ਮੰਝੇਰੀ ਵਿੱਚ ਹੋਏ ਮਾਲਾਬਾਰ ਜ਼ਿਲ੍ਹਾ ਕਾਂਗਰਸ ਸੰਮੇਲਨ ਨੇ ਇਹ ਸੰਮੇਲਨ 2 ਗੱਲਾਂ ਕਾਰਨ ਮਹੱਤਵਪੂਰਨ ਰਿਹਾ। ਸੰਮੇਲਨ ਵਿੱਚ ਪ੍ਰਸਤਾਵ ਪਾਸ ਕਰਕੇ ਖਿਲਾਫਤ ਅੰਦੋਲਨ ਦਾ ਸਮਰਥਨ ਕੀਤਾ ਜਾਂ ਕਿਸਾਨਾਂ ਦੀਆਂ ਵਾਜਿਬ ਮੰਗਾਂ ਦਾ ਸਮਰਥਨ ਕਰਦੇ ਹੋਏ ਇੱਕ ਅਜਿਹਾ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਜੋ ਜ਼ਮੀਂਦਾਰ ਕਾਸ਼ਤਕਾਰ ਸੰਬੰਧਾਂ ਨੂੰ ਤੈਅ ਕਰੇ। ਇਹ ਘਟਨਾ ਬਹੁਤ ਮਹੱਤਵਪੂਰਨ ਸੀ ਕਿਉਂਕਿ ਇਸ ਤੋਂ ਪਹਿਲਾਂ ਜ਼ਮੀਂਦਾਰ ਕਾਂਗਰਸ ਨੂੰ ਕਾਸ਼ਤਕਾਰਾਂ ਦੀ ਮੰਗ ਉਠਾਉਣ ਤੋਂ ਰੋਕਣ ਵਿੱਚ ਸਫਲ ਹੋ ਚੁੱਕੇ ਸਨ। ਮੰਝੇਰੀ ਸੰਮੇਲਨ ਤੋਂ ਬਾਅਦ ਕੋਝੀਕੋਡ ਵਿੱਚ ਕਾਸ਼ਤਕਾਰਾਂ ਦਾ ਇੱਕ ਸੰਗਠਨ ਬਣਾਇਆ ਗਿਆ। ਇਸ ਤੋਂ ਫੌਰਨ ਬਾਅਦ ਜ਼ਿਲ੍ਹੇ ਦੇ ਹੋਰ ਭਾਗਾਂ ਵਿੱਚ ਵੀ ਕਾਸ਼ਤਕਾਰ ਸੰਗਠਨ ਗਠਿਤ ਕੀਤੇ ਗਏ। ਇਹ ਸੰਗਠਨ ਕਾਸ਼ਤਕਾਰਾਂ ਦੀਆਂ ਬੈਠਕਾਂ ਆਯੋਜਿਤ ਕਰਦੇ ਸਨ ਜਿਨ੍ਹਾਂ ਵਿੱਚ ਕਾਸ਼ਤਕਾਰਾਂ ਦੀਆਂ ਵਾਜਿਬ ਮੰਗਾਂ ਉਠਾਈਆਂ ਜਾਂਦੀਆਂ। ਇਹ ਸਿਲਸਿਲਾ ਹੌਲੀ ਜ਼ੋਰ ਪਕੜਨ ਲੱਗਾ। ਇਸ ਤੋਂ ਬਾਅਦ ਇਹ ਨੈਕਸਟ ਪੈਰਾ ਛੱਡ ਕੇ 2 ਅਗਲੇ ਪੈਰਿਆਂ ਵਿੱਚ ਇਹਦਾ ਆਨਸਰ ਜੋ 93 ਤੇ ਵੈਰੀ ਇੰਪੋਰਟੈਂਟ ਕੁਐਸਚਨ ਆ। ਉਸ ਤੋਂ ਅੱਗੇ ਪੇਜ ਨੰਬਰ 94 ਤੇ ਇੱਕ ਕੁਐਸਚਨ ਆਉਂਦਾ ਵਾ ਮਾਰਸ਼ਲ ਲਾ ਤੋਂ ਕੀ ਭਾਵ ਆ। 2 ਮਾਰਕਸ ਦਾ ਵੈਰੀ ਇੰਪੋਰਟੈਂਟ। 95 ਤੇ ਆ ਗਿਆ ਬਾਰਦੋਲੀ ਸੱਤਿਆਗ੍ਰਹਿ। ਇਹਦਾ ਮੈਂ ਓਵਰਵਿਊ ਤੁਹਾਨੂੰ ਦਊਂਗੀ। ਬਾਰਦੋਲੀ ਸੱਤਿਆਗ੍ਰਹਿ ਸੀ ਗਾਂਧੀ ਜੀ ਨੇ ਕੀਤਾ ਸੀਗਾ। ਗਾਂਧੀ ਜੀ ਨੇ ਇਹ ਸੱਤਿਆਗ੍ਰਹਿ ਸ਼ੁਰੂ ਕੀਤਾ ਸੀ। ਬਾਰਦੋਲੀ ਸੱਤਿਆਗ੍ਰਹਿ ਦੇ ਵਿੱਚ ਬਹੁਤ ਈਜ਼ੀ ਲਾਈਨਾਂ ਨੇ। ਨੈਕਸਟ ਆ ਗਿਆ 99 1930 ਤੋਂ ਲੈ ਕੇ 19 ਦੇ ਦੌਰਾਨ 40 ਦੇ ਦੌਰਾਨ 1930 ਤੋਂ 1940 ਦੇ ਦੌਰਾਨ ਕਿਸਾਨੀ ਅੰਦੋਲਨ। ਇਹਦੇ ਵਿੱਚ ਆਨਸਰ ਜਿਹੜਾ ਆਪਾਂ ਜਿਹੜੇ ਅਵਧ ਦੇ ਕਿਸਾਨ ਔਰ ਮਾਇਪਲਾ ਵਿਦਰੋਹ ਉਹਨੂੰ ਹੀ ਇਹਦੇ ਵਿੱਚ ਲਿਖ ਦੇਣਾ। ਅਲੱਗ ਇਹਦੇ ਵਿੱਚੋਂ ਕੁਛ ਨਹੀਂ ਹੈਗਾ। ਨੈਕਸਟ ਚੈਪਟਰ ਹੈਗਾ ਵਾ ਇਕਾਈ 9। ਇਕਾਈ 9 ਵਿੱਚ ਹੈਗਾ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ, ਹੋਮ ਰੂਲ ਅੰਦੋਲਨ, ਨਰਮਪੰਥੀ ਅਤੇ ਗਰਮਪੰਥੀ। ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਜਿਹੜੀ ਸੀ ਜਾਣਕਾਰੀ ਦੇ ਵਿੱਚ ਇਹਦਾ ਆਨਸਰ ਆ 1905 ਨੂੰ ਕੀਤੀ ਗਈ ਸੀ। ਕੁਐਸਚਨ 2 ਮਾਰਕਸ ਦਾ ਵੀ ਹੁੰਦਾ ਵਾ ਕਿ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਦੋਂ ਹੋਈ ਔਰ ਕੁਐਸਚਨ 10 ਮਾਰਕਸ ਦਾ ਵੀ ਹੁੰਦਾ ਕਿ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਦੋਂ ਹੋਈ। ਇਹਦੇ ਵਿਸਥਾਰ ਦੱਸੋ ਕਿ ਕਿਵੇਂ ਹੌਲੀ ਜਾਂ ਇਹਨੂੰ ਦੀ ਸਥਾਪਨਾ ਲਈ ਜਿਹੜੇ ਉੱਤਰਦਾਈ ਕਾਰਕ ਆ ਉਹ ਕਿਹੜੇ ਨੇ, ਕਿਹੜੇ ਕਾਰਨਾਂ ਕਰਕੇ ਹੋਂਦ ਵਿੱਚ ਆਈ ਸੀ। ਜਾਣਕਾਰੀ ਵਿੱਚ ਇਹਦਾ ਆਨਸਰ ਆ 112 ਪੇਜ ਨੰਬਰ 112। ਜਾਣਕਾਰੀ ਮੈਂ ਥੋੜਾ ਜਿਹਾ ਰੀਡ ਕਰ ਦਿੰਨੀ ਆ। ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਦਸੰਬਰ 1885 ਵਿੱਚ 1805 ਹੋ ਰਹੀ ਸੀ, ਉਹ ਗਲਤ ਸੀਗਾ। 1885 ਈਸਵੀ ਵਿੱਚ ਹੋਈ। ਉਸ ਸਮੇਂ 72 ਰਾਜਨੀਤਿਕ ਕਾਰਜਕਰਤਾਵਾਂ ਨੇ ਇਸ ਦੀ ਨੀਂਹ ਰੱਖੀ। ਅਖਿਲ ਭਾਰਤੀ ਪੱਧਰ ਉੱਤੇ ਇਹ ਭਾਰਤੀ ਰਾਸ਼ਟਰਵਾਦ ਦੀ ਪਹਿਲੀ ਸੁਨਿਯੋਜਿਤ ਅਭਿਵਿਅਕਤੀ ਸੀ। ਇੱਕ ਅਵਕਾਸ਼ ਪ੍ਰਾਪਤ ਅੰਗਰੇਜ਼, ਅਵਕਾਸ਼ ਹੁੰਦਾ ਵਾ ਜਿਹੜਾ ਛੁੱਟੀ ਤੇ ਗਿਆ ਹੁੰਦਾ ਅਫਸਰ। ICS ਅਧਿਕਾਰੀ AO ਹਿਊਮ ਨੇ ਕਾਂਗਰਸ ਦੀ ਸਥਾਪਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਵਾਲ ਉੱਠਦਾ ਹੈ ਕਿ ਇਹਨਾਂ 72 ਲੋਕਾਂ ਨੇ ਕਾਂਗਰਸ ਦੀ ਸਥਾਪਨਾ ਕਿਉਂ ਕੀਤੀ ਅਤੇ ਇਸ ਦੇ ਲਈ ਇਹੀ ਸਮਾਂ ਕਿਉਂ ਚੁਣਿਆ। ਇਸ ਸਵਾਲ ਦੇ ਨਾਲ ਇੱਕ ਮਿਥਕ ਅਰਸੇ ਨਾਲ ਜੁੜਿਆ ਹੋਇਆ ਹੈ।
ਆਪਣੇ ਟੌਪ ਵਿੱਚ ਕਾਫੀ ਦਮਦਾਰ ਹੈ, ਟੌਪਿਕ ਵਿੱਚ ਕਾਫੀ ਦਮਦਾਰ ਹੈ। ਇਹ ਮਿੱਥਕ ਸੁਰੱਖਿਆਵਾਦ ਦਾ ਵੀ ਇਹ ਮਿੱਥਕ ਪਿਛਲੀ ਕਈ ਪੀੜ੍ਹੀਆਂ ਤੋਂ ਵਿਦਿਆਰਥੀਆਂ ਦੇ ਰਾਜਨੀਤਿਕ ਕਾਰਜਕਰਤਾਵਾਂ ਨੂੰ ਕੁੱਟੀ ਵਿੱਚ ਪਿਆਇਆ ਜਾ ਰਿਹਾ ਹੈ, ਪਰੰਤੂ ਇਤਿਹਾਸ ਦੇ ਸੱਚ ਨੂੰ ਜੇਕਰ ਅਸੀਂ ਲੱਭੀਏ ਤਾਂ ਪਤਾ ਚੱਲੇਗਾ ਕਿ ਇਸ ਮਿੱਥਕ ਵਿੱਚ ਇੰਨਾ ਦਮ ਨਹੀਂ ਹੈ ਜਿੰਨਾ ਕਿ ਆਮ ਤੌਰ ਤੇ ਇਸ ਦੇ ਬਾਰੇ ਵਿੱਚ ਮੰਨਿਆ ਜਾਂਦਾ ਹੈ। ਮਿੱਥਕ ਇਹ ਹੈ ਕਿ ਏਓ ਹਿਊਮ ਅਤੇ ਉਸਦੇ ਸਾਥੀਆਂ ਨੇ ਅੰਗਰੇਜ਼ ਸਰਕਾਰ ਦੇ ਇਸ਼ਾਰੇ ਉੱਤੇ ਹੀ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕੀਤੀ ਸੀ। ਤਤਕਾਲੀਨ ਵਾਇਸਰਾਏ ਲਾਰਡ ਡਫਰਿਨ ਨੇ ਦੇ ਨਿਰਦੇਸ਼, ਮਾਰਗਦਰਸ਼ਨ ਅਤੇ ਸਲਾਹ ਤੇ ਹਿਊਮ ਨੇ ਇਸ ਸੰਗਠਨ ਨੂੰ ਜਨਮ ਦਿੱਤਾ ਸੀ ਤਾਂ ਕਿ ਉਸ ਸਮੇਂ ਭਾਰਤੀ ਜਨਤਾ ਵਿੱਚ ਪੈਦਾ ਤੇ ਵਧਦੇ ਹੋਏ ਅਸੰਤੋਸ਼ ਨੂੰ ਹਿੰਸਾ ਦੇ ਜਵਾਲਾਮੁਖੀ ਦੇ ਰੂਪ ਵਿੱਚ ਬਾਹਰ ਆਉਣ ਅਤੇ ਫੁੱਟਣ ਤੋਂ ਰੋਕਿਆ ਜਾ ਸਕੇ ਤੇ ਅਸੰਤੋਸ਼ ਦੀ ਹਵਾ ਨੂੰ ਬਿਨਾਂ ਕਿਸੇ ਖਤਰੇ ਤੋਂ ਬਾਹਰ ਕੱਢਣ ਲਈ ਸੁਰੱਖਿਅਤ, ਸ਼ਾਲੀਨ, ਸ਼ਾਂਤੀਪੂਰਨ ਅਤੇ ਸੰਵਿਧਾਨਿਕ ਨਿਕਾਸ ਜਾਂ ਸੁਰੱਖਿਆ ਵੱਲ ਉਪਲਬਧ ਕਰਾਇਆ ਜਾ ਸਕੇ। ਇਸੇ ਤਰ੍ਹਾਂ ਭਾਰਤੀ ਜਨਤਾ ਵਿੱਚ ਖੁਦਬੁਦਾਤੀ ਇੱਕ ਕ੍ਰਾਂਤੀਕਾਰੀ ਯੋਗਤਾ ਦਾ ਗਲਾ ਘੁੱਟ ਦਿੱਤਾ ਗਿਆ। ਯਾਨੀ ਕਿ ਇਸ ਮਿੱਥਕ ਦਾ ਸੰਖੇਪ ਇਹ ਹੈ ਕਿ ਉਸ ਸਮੇਂ ਇੱਕ ਹਿੰਸਕ ਕ੍ਰਾਂਤੀ ਦਸਤਕ ਦੇ ਰਹੀ ਸੀ ਜੋ ਕਾਂਗਰਸ ਦੀ ਸਥਾਪਨਾ ਦੇ ਕਾਰਨ ਟਲ ਗਈ। ਭਾਰਤੀ ਇਤਿਹਾਸ ਦੇ ਜ਼ਿਆਦਾਤਰ ਲੇਖਕਾਂ ਨੇ ਇਹ ਗੱਲ ਸਵੀਕਾਰ ਕੀਤੀ ਹੈ। ਇਸੇ ਨਿਸ਼ਕਰਸ਼ ਦੇ ਕਾਰਨ ਉਦਾਰਵਾਦੀ ਲੇਖਕ ਕਾਂਗਰਸ ਦੀ ਸਥਾਪਨਾ ਨੂੰ ਸਹੀ ਕਦਮ ਦੱਸਦੇ ਹਨ ਤੇ ਪ੍ਰਗਤੀਸ਼ੀਲ ਇਸ ਦਾ ਇਸਤੇਮਾਲ ਇਹ ਸਾਬਤ ਕਰਨ ਲਈ ਕਰਦੇ ਹਨ ਕਿ ਕਾਂਗਰਸ ਅਗਰ ਸਾਮਰਾਜਵਾਦ ਦੇ ਪ੍ਰਤੀ ਨਿਸ਼ਠਾਵਾਨ ਨਹੀਂ ਰਹੀ ਤਾਂ ਵੀ ਘੱਟ ਤੋਂ ਘੱਟ ਇਹ ਸਮਝੌਤਾਵਾਦੀ ਤੇ ਰਹੀ ਹੈ। ਜਦ ਕਿ ਘੋਰ ਦੱਖਣਪੰਥੀਆਂ ਦੁਆਰਾ ਇਹ ਮਿੱਥਕ ਦਾ ਇਸਤੇਮਾਲ ਇਹ ਸਿੱਧ ਕਰਨ ਲਈ ਕੀਤਾ ਜਾਂਦਾ ਹੈ ਕਿ ਕਾਂਗਰਸ ਸ਼ੁਰੂ ਤੋਂ ਹੀ ਗੈਰ ਰਾਸ਼ਟਰਵਾਦੀ ਰਹੀ। ਜਾਣੀ ਕਿ ਉਹਨਾਂ ਦਾ ਕਹਿਣ ਦਾ ਭਾਵ ਜਿਹੜਾ ਏਓ ਹਿਊਮ ਸੀ ਨਾ, ਉਹ ਬੜਾ ਹੀ ਸਮਝਦਾਰ ਤੇ ਚਲਾਕ ਕਿਸਮ ਦਾ ਆਦਮੀ ਸੀ। ਉਹਨੇ ਕੀ ਕੀਤਾ, ਉਹਨੇ ਜਦੋਂ ਦੇਖਿਆ ਕਿ ਭਾਰਤ ਦੇ ਵਿੱਚ ਲੋਕ ਜਿਹੜੇ ਨੇ ਉਹ ਸਰਕਾਰ ਦੇ ਖਿਲਾਫ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਬਦਲੇ ਦੀ ਭਾਵਨਾ ਆ ਰਹੀ ਹੈ, ਤੇ ਉਹਨੇ ਸੁਰੱਖਿਆਵਾਦ ਦੇ ਰੂਪ ਵਿੱਚ ਕਾਂਗਰਸ ਦੀ ਸਥਾਪਨਾ 1885 ਈਸਵੀ ਵਿੱਚ ਇਸ ਕਰਕੇ ਕੀਤੀ ਤਾਂ ਕਿ ਲੋਕ ਜਿਹੜੇ ਨੇ ਸਰਕਾਰ ਦੇ ਖਿਲਾਫ ਨਾ ਹੋਣ ਤੇ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਦੇਸ਼ ਦੇ ਲੋਕਾਂ ਦੀ ਇੱਕ ਸਰਕਾਰ ਆ, ਯਾਨੀ ਕਿ ਇੱਕ ਪਾਰਟੀ ਤਿਆਰ ਕੀਤੀ ਜਿਹਨੂੰ ਕਿ ਕਾਂਗਰਸ ਦਾ ਨਾਂ ਦਿੱਤਾ ਗਿਆ ਹੈ। ਇਹਦੇ ਉੱਤਰਦਾਈ ਕਾਰਕ ਜਿਹੜੇ 113 ਦੇ ਵਿੱਚ ਨੇ, ਪੇਜ ਵਿੱਚ ਨੀਚੇ ਦਿੱਤੇ ਹੋਏ ਆ। ਅੱਗੇ ਆ ਗਿਆ ਕੁਐਸਚਨ ਹੈਗਾ ਇੰਪੋਰਟਡ 114 ਤੇ ਗੋਪਨੀय ਰਿਪੋਰਟ, ਹਿਊਮ ਦੀ ਗੋਪਨੀय ਰਿਪੋਰਟ 2 ਮਾਰਕਸ ਦਾ। ਨੈਕਸਟ ਆ ਗਿਆ 119 ਪੇਜ ਤੇ ਹੋਮ ਰੂਲ ਅੰਦੋਲਨ। ਵੈਰੀ ਇੰਪੋਰਟੈਂਟ ਕੁਐਸਚਨ ਜੇ ਹੋਮ ਰੂਲ ਅੰਦੋਲਨ। ਲੋਕਮਾਨਿਆ ਤਿਲਕ ਤੇ ਐਨੀ ਬੇਸੰਟ ਇੱਕ ਲੇਡੀ ਸੀ, ਦੋਨਾਂ ਨੇ ਰਲ ਕੇ ਹੋਮ ਰੂਲ ਅੰਦੋਲਨ ਜਿਹੜਾ ਚਲਾਇਆ ਸੀਗਾ। ਇਹ ਸਾਰੇ ਪੇਜ ਵਿੱਚ ਇਹਦਾ ਸਾਰਾ ਆਨਸਰ ਲਿਖਿਆ ਹੋਇਆ ਵਾ, ਬਹੁਤ ਈਜ਼ੀ ਹੈ। ਅੱਗੇ ਆ ਗਿਆ 122 ਤੇ ਕਾਂਗਰਸ ਲੀਗ ਸਮਝੌਤਾ, 2 ਮਾਰਕਸ ਦਾ ਕੁਐਸਚਨ। 125 ਤੇ ਹੈਗਾ ਨਰਮਪੰਥੀ ਤੇ ਗਰਮਪੰਥੀ। ਜਦੋਂ ਭਾਰਤ ਆਜ਼ਾਦ ਹੋਇਆ ਸੀ, 2 ਪੰਥੀਆਂ ਚੱਲਦੀਆਂ ਸੀ, ਇੱਕ ਨਰਮਪੰਥੀ ਜਿਹਦੇ ਵਿੱਚ ਕਾਂਗਰਸ ਦੇ ਸਾਰੇ ਅਧਿਕਾਰੀ ਸੀ, ਇੱਕ ਗਰਮਪੰਥੀ ਜਿਹਦੇ ਵਿੱਚ ਲੋਕਮਾਨਿਆ ਤਿਲਕ ਤੇ ਐਨੀ ਬਸੰਤੀ ਤੇ ਹੋਰ ਕਈ ਵਰਕਰ ਸੀਗੇ ਜਿਨ੍ਹਾਂ ਨੇ ਆਪਣੇ ਆਪਣੇ ਤਰੀਕੇ ਨਾਲ ਅੰਗਰੇਜ਼ਾਂ ਦੇ ਵਿਰੁੱਧ ਕ੍ਰਾਂਤੀ ਕੀਤੀ ਤੇ ਦੇਸ਼ ਨੂੰ ਆਜ਼ਾਦ ਕਰਾਇਆ। ਇਹਨਾਂ ਬਾਰੇ ਆਪਾਂ 125 ਵਿੱਚ ਸਾਰਾ ਪੈਰਾ ਪੜਾਂਗੇ। ਇਹਨਾਂ ਦਾ ਵੀ ਕੁਐਸਚਨ ਹੁੰਦਾ ਜੇ, ਜ਼ਿਆਦਾਤਰ ਇਹ 2 ਮਾਰਕਸ ਦੇ ਹੁੰਦੇ ਆ ਦੋਨੋਂ। ਨੈਕਸਟ ਆ ਗਈ ਇਕਾਈ 10 असहयोग ਅੰਦੋਲਨ, ਸਵਿਨय ਅਵਗਿਆ ਅੰਦੋਲਨ, ਭਾਰਤ ਛੱਡੋ ਅੰਦੋਲਨ, ਭਾਰਤੀ ਸੁਤੰਤਰਤਾ ਅਤੇ ਵੰਡ। असहयोग ਅੰਦੋਲਨ ਜਿਹੜਾ ਵਾ ਉਹ ਹੈਗਾ ਵਾ ਪੇਜ ਨੰਬਰ 134 ਤੇ। ਇਹਦਾ ਜਿਹੜਾ ਮੇਨ ਲੀਡ ਜਿਹਨੇ ਕੀਤਾ ਸੀ ਮਹਾਤਮਾ ਗਾਂਧੀ ਨੇ ਚਲਾਇਆ ਸੀ, ਔਰ ਇਹਦਾ ਮਤਲਬ ਹੁੰਦਾ ਵਾ ਕਿ ਅਸੀਂ ਕਿਸੇ ਵੀ ਕੰਮ ਵਿੱਚ ਸਰਕਾਰ ਦੀ ਮਦਦ ਨਹੀਂ ਕਰਨੀ ਜਾਂ ਸਰਕਾਰ ਨੂੰ ਸਹਿਯੋਗ ਨਹੀਂ ਦੇਣਾ। ਇਹ ਅੰਦੋਲਨ ਦੀ ਸ਼ੁਰੂਆਤ ਜਿਹੜੀ ਮਹਾਤਮਾ ਗਾਂਧੀ ਨੇ ਕੀਤੀ ਸੀ। ਇਹਦੇ ਵਿੱਚ ਉਹਨਾਂ ਨੇ 5-6 ਪੁਆਇੰਟ ਜ਼ਿਆਦਾ ਚੁੱਕੇ ਸੀ ਲੋਕਾਂ ਨੂੰ ਆਪਣੇ ਹਿੱਤ ਵਿੱਚ ਕਰਨ ਵਾਸਤੇ, ਆਪਣੇ ਹੱਕ ਵਿੱਚ ਕਰਨ ਵਾਸਤੇ। ਸਭ ਤੋਂ ਪਹਿਲਾਂ ਮਹਾਤਮਾ ਗਾਂਧੀ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਅੰਗਰੇਜ਼ੀ ਕੱਪੜੇ ਦਾ ਜਿਹੜਾ ਇਸਤੇਮਾਲ ਨਹੀਂ ਕਰਨਾ, ਉਹਦੀ ਜਗ੍ਹਾ ਤੇ ਖੱਦਰ ਬੁਣ ਕੇ ਪਾਉਣਾ। ਸ਼ਰਾਬ ਦੇ ਠੇਕਿਆਂ ਦਾ ਬਹਿਸ਼ਕਾਰ ਕੀਤਾ, ਯਾਨੀ ਕਿ ਲੋਕਾਂ ਨੂੰ ਸ਼ਰਾਬ ਪੀਣ ਤੋਂ ਮਨਾ ਕੀਤਾ। ਤੀਸਰਾ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਜਿੰਨੇ ਵੀ ਸਰਕਾਰੀ ਜੱਜ ਜਾਂ ਵਕੀਲ ਆ ਉਹਨਾਂ ਦੇ ਅੱਗੇ ਇੱਕ ਮੁਕੱਦਮਾ ਲੈ ਕੇ ਨਾ ਜਾਇਆ ਜਾਵੇ। ਔਰ ਬਹੁਤ ਸਾਰੇ ਲੋਕਾਂ ਨੂੰ ਵੀ ਉਹਨਾਂ ਨੇ ਪ੍ਰਚਾਰ ਕੀਤਾ ਕਿ ਤੁਸੀਂ ਜਿੰਨੀਆਂ ਸਰਕਾਰੀ ਨੌਕਰੀਆਂ ਉਹਨਾਂ ਨੂੰ ਛੱਡ ਦਿਓ, ਸਰਕਾਰ ਦਾ ਕੋਈ ਵੀ ਕੰਮ ਨਹੀਂ ਕਰਨਾ।
ਇਹ 5-6 ਪੁਆਇੰਟ ਆ, ਇਹਦੇ ਵਿੱਚੋਂ ਵੀ ਮਿਲ ਜਾਣੇ ਪੈਰਾਗ੍ਰਾਫ ਵਿੱਚੋਂ, ਔਰ ਅਸੀਂ ਖੁਦ ਵੀ ਇਹਨੂੰ ਤਿਆਰ ਕਰ ਸਕਦੇ ਹਾਂ। ਔਰ ਸਰਕਾਰੀ ਜਿਹੜੇ ਸਕੂਲ ਉਹਨਾਂ ਵਿੱਚ ਐਡਮਿਸ਼ਨ ਨਹੀਂ ਲੈਣੀ। ਇਹਦੇ ਵਿੱਚ ਉਹਨਾਂ ਨੇ ਅਸਹਿਯੋਗ ਦਾ ਮਤਲਬ ਹੁੰਦਾ ਕਿਸੇ ਵੀ ਸਰਕਾਰ ਦੇ ਕਿਸੇ ਵੀ ਕੰਮ ਵਿੱਚ ਸਹਿਯੋਗ ਨਹੀਂ ਦੇਣਾ। ਨੈਕਸਟ ਹੈਗਾ 137 ਤੇ ਚੋਰੀ ਚੋਰਾ ਕਾਂਡ, 2 ਮਾਰਕਸ ਦਾ ਕੁਐਸਚਨ। ਚੋਰੀ ਚੋਰਾ ਕਾਂਡ 137 ਤੇ 2 ਮਾਰਕਸ ਦਾ। ਨੈਕਸਟ ਆ ਗਿਆ ਸਿਵਲ ਡਿਸਓਬੀਡੀਐਂਟ ਮੂਵਮੈਂਟ 141 ਤੇ ਸਵਿਨਿਆ ਅਵਗਿਆ ਅੰਦੋਲਨ 141 ਤੇ। ਸੇਮ ਜਿਸ ਤਰ੍ਹਾਂ ਅਸਹਿਯੋਗ ਅੰਦੋਲਨ ਸੀ ਉਸੇ ਤਰ੍ਹਾਂ ਆਗਿਆ ਭੰਗ ਅੰਦੋਲਨ ਸੀ। ਇਹਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਜੋ ਵੀ ਅੰਗਰੇਜ਼ ਸਾਨੂੰ ਹੁਕਮ ਕਰਨਗੇ ਉਹ ਅਸੀਂ ਨਹੀਂ ਮੰਨਣਾ। ਉਹਨਾਂ ਨੂੰ ਇੱਕ ਤਰ੍ਹਾਂ ਦਾ ਅੰਗਰੇਜ਼ਾਂ ਨੂੰ ਇਸ ਤਰ੍ਹਾਂ ਦੇ ਕੰਮ ਕਰਕੇ ਭਾਰਤ ਵਿੱਚੋਂ ਕੱਢਣ ਦਾ ਮੇਨ ਮਕਸਦ ਸੀ ਗਾਂਧੀ ਦਾ। ਜਦੋਂ ਅੰਗਰੇਜ਼ਾਂ ਨੇ ਇਹ ਹੁਕਮ ਦਿੱਤਾ ਕਿ ਕੋਈ ਵੀ ਭਾਰਤੀ ਜਿਹੜਾ ਵਾ ਉਹ ਸਮੁੰਦਰ ਦੇ ਕੰਢੇ ਜਾ ਕੇ ਨਮਕ ਤਿਆਰ ਨਹੀਂ ਕੀਤਾ ਕਰੇਗਾ, ਇਹ ਨਮਕ ਜਿਹੜਾ ਕੰਪਨੀ ਵੱਲੋਂ ਤਿਆਰ ਕੀਤਾ ਜਾਏਗਾ, ਤੇ ਫਿਰ ਮਹਾਤਮਾ ਗਾਂਧੀ ਨੇ ਉਹਨਾਂ ਦੀ ਇਸ ਆਗਿਆ ਨੂੰ ਭੰਗ ਕਰਨ ਵਾਸਤੇ ਡਾਂਡੀ, ਗੁਜਰਾਤ ਦਾ ਇੱਕ ਪਿੰਡ ਹੈ ਡਾਂਡੀ, ਉੱਥੇ ਜਾ ਕੇ ਨਮਕ ਬਣਾ ਕੇ ਬਹੁਤ ਸਾਰੀ ਜਨਤਾ ਉਹਨਾਂ ਦੇ ਨਾਲ ਤੁਰ ਪਈ ਸੀ। ਉਹਨਾਂ ਨੂੰ ਨਾਲ ਲੈ ਕੇ ਉਹ ਨਮਕ ਬਣਾ ਕੇ ਤੇ ਸਰਕਾਰ ਦਾ ਜਿਹੜਾ ਸੀ ਉਹ ਉਲੰਘਣ ਕੀਤਾ ਸੀ ਸਰਕਾਰ ਦੇ ਹੁਕਮ ਦਾ, ਔਰ ਇਹਦੇ ਵਿੱਚ ਗਾਂਧੀ ਨੂੰ ਜੇਲ੍ਹ ਹੋਈ ਸੀ। ਇਹ ਇਸ ਅੰਦੋਲਨ ਦਾ ਮੇਨ ਮੋਟੋ ਸੀਗਾ। ਇਹਦੇ ਵਿੱਚੋਂ ਆਪਾਂ ਲਾਈਨਾਂ ਜਿਹੜੀਆਂ ਉਹ ਤਿਆਰ ਕਰ ਸਕਦੇ ਹਾਂ। ਪੇਜ ਨੰਬਰ 144 ਤੇ ਇਹਦਾ ਆਨਸਰ ਜੇ। ਇਹਦੇ ਵਿੱਚ ਵੀ ਸੇਮ ਪੁਆਇੰਟ ਹੈਗੇ ਅਸਹਿਯੋਗ ਅੰਦੋਲਨ ਵਾਲੇ ਕਿ ਸਰਕਾਰੀ ਕੱਪੜਿਆਂ ਤੇ ਸ਼ਰਾਬ ਦੀ ਮਨਾਹੀ ਕਰ ਦੇਣੀ ਜਾਂ ਬਹਿਸ਼ਕਾਰ ਕਰਨਾ, ਸਰਕਾਰੀ ਵਕੀਲਾਂ ਦਾ ਬਹਿਸ਼ਕਾਰ, ਸਰਕਾਰੀ ਸਕੂਲਾਂ ਦਾ ਬਹਿਸ਼ਕਾਰ, ਸਰਕਾਰੀ ਨੌਕਰੀਆਂ ਦਾ ਬਹਿਸ਼ਕਾਰ। ਅੱਗੇ ਆ ਗਿਆ ਭਾਰਤ ਛੱਡੋ ਅੰਦੋਲਨ। ਲਾਸਟ ਵਿੱਚ ਗਾਂਧੀ ਜੀ ਨੇ ਇੱਕ ਅੰਦੋਲਨ ਚਲਾਇਆ ਜਿਹਦਾ ਨਾਂ ਸੀ ਭਾਰਤ ਛੱਡੋ ਅੰਦੋਲਨ। ਉਹਦੇ ਵਿੱਚ ਉਹਨਾਂ ਲੋਕਾਂ ਨੂੰ ਕਿਹਾ ਸੀ ਕਰੋ ਜਾਂ ਮਰੋ। ਭਾਰਤੀਆਂ ਨੂੰ ਇਹ ਉਹਨਾਂ ਨੇ ਉਦੇਸ਼ ਦਿੱਤਾ ਕਿ ਅੰਗਰੇਜ਼ਾਂ ਨੂੰ ਆਪਾਂ ਬਾਹਰ ਕੱਢਣਾ ਹੈ ਕਿਸੇ ਵੀ ਤਰੀਕੇ। ਡੂ ਐਂਡ ਡਾਈ ਦਾ ਉਪਦੇਸ਼ ਦਿੱਤਾ ਸੀ, ਕਰੋ ਜਾਂ ਮਰੋ। ਇਹਦੇ ਵਿੱਚ 2 ਮਾਰਕਸ ਦਾ ਕੁਐਸਚਨ ਆਉਂਦਾ 151 ਤੇ ਕਰੋ ਜਾਂ ਮਰੋ 2 ਮਾਰਕਸ ਦਾ ਕੁਐਸਚਨ, ਔਰ ਇਹਦੇ ਵਿੱਚ ਵੀ ਆਪਾਂ ਪੁਆਇੰਟ ਲਿਖਣਾ ਕਰੋ ਜਾਂ ਮਰੋ। ਇਹ ਜਦੋਂ ਵੀ ਕੋਈ ਇੱਕ ਅਫਸਰ ਜਿਹੜਾ ਸੀ ਮਿਸ਼ਨ ਕ੍ਰਿਪਸ ਮਿਸ਼ਨ ਜਦੋਂ ਭਾਰਤ ਆਇਆ ਸੀ ਤਾਂ ਉਹ ਜਦੋਂ ਟ੍ਰੇਨ ਤੋਂ ਜੇ ਉਹਨੇ ਨੀਚੇ ਪੈਰ ਹੀ ਰੱਖਿਆ ਸੀ ਤੇ ਉੱਥੇ ਬਹੁਤ ਸਾਰੇ ਭਾਰਤੀਆਂ ਨੇ ਇਕੱਠੇ ਹੋ ਗਏ, ਗਾਂਧੀ ਜੀ ਦੇ ਨਾਲ ਇਕੱਠੇ ਹੋ ਕੇ ਨਾਰੇ ਲਗਾਉਣੇ ਸ਼ੁਰੂ ਕਰ ਦੇ ਕੇ ਭਾਰਤ ਛੱਡੋ, ਅੰਗਰੇਜ਼ੋ ਭਾਰਤ ਛੱਡੋ। ਔਰ ਉਹਨੂੰ ਆਜ਼ਾਦ ਹਿੰਦ ਫੌਜ 2 ਮਾਰਕਸ ਦਾ ਕੁਐਸਚਨ 157 ਤੇ ਆਜ਼ਾਦ ਹਿੰਦ ਫੌਜ 2 ਮਾਰਕਸ ਦਾ। ਵਿੱਚ 4-5 ਲਾਈਨਾਂ ਹੀ ਆਪਾਂ ਲਿਖਣੀਆਂ। ਨੈਕਸਟ ਹੈ 158 ਤੇ ਭਾਰਤੀ ਸੁਤੰਤਰਤਾ ਤੇ ਵੰਡ। ਭਾਰਤ ਜਦੋਂ ਆਜ਼ਾਦ ਹੋਇਆ ਤੇ ਇਹਦੀ ਵੰਡ ਕਿਵੇਂ ਕੀਤੀ ਗਈ। ਨੈਕਸਟ ਹੈਗਾ ਵਾ ਇਕਾਈ 11 ਸੁਤੰਤਰਤਾ ਪ੍ਰਾਪਤੀ ਤੋਂ 1964 ਤੱਕ ਦਾ ਭਾਰਤ ਜਦੋਂ ਆਜ਼ਾਦ ਹੋਇਆ ਸੀ ਉਸ ਤੋਂ ਬਾਅਦ ਭਾਰਤ ਦੀ ਜਿਹੜੀ ਤਰੱਕੀ ਸੀ ਕਿਵੇਂ ਕੀਤੀ ਗਈ, ਜਾਂ ਭਾਰਤ ਵਿਕਾਸਸ਼ੀਲ ਕਿਵੇਂ ਬਣਿਆ, ਉਹਦਾ ਹੌਲੀ ਹੌਲੀ ਵਿਕਾਸ ਕਿਵੇਂ ਹੋਇਆ, ਔਰ ਉਹਦਾ ਜਿਹੜਾ ਮੇਨ ਸਿਹਰਾ ਉਹ ਕਿਹਦੇ ਸਿਰ ਤੇ ਜਾਂਦਾ ਹੈ। ਸਾਰਿਆਂ ਨੂੰ ਪਤਾ ਹੈ ਕਿ ਭਾਰਤ ਜਦੋਂ ਆਜ਼ਾਦ ਹੋਇਆ ਸੀ ਉਹਦਾ ਪਹਿਲਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਸੀ, ਔਰ ਉਹਨੇ ਦੇਸ਼ ਦੀ ਤਰੱਕੀ ਵਾਸਤੇ ਬਹੁਤ ਸਾਰੇ ਕੰਮ ਕੀਤੇ ਤਾਂ ਕਿ ਭਾਰਤ ਨੂੰ ਜਿਹੜਾ ਵਾ ਉਹਨੂੰ ਦੁਬਾਰਾ ਇੱਕ ਚੰਗਾ ਰਾਸ਼ਟਰ ਬਣਾਇਆ ਜਾ ਸਕੇ। 170 ਤੇ ਇਹਦਾ ਆਨਸਰ ਹੈ 170 ਔਰ 171 ਤੇ ਸੰਸਦ ਬਣਾਈ ਗਈ ਭਾਰਤ ਦੀ। ਭਾਰਤ ਨੂੰ ਧਰਮ ਨਿਰਪੇਖ ਬਣਾਇਆ ਗਿਆ ਔਰ ਜਨਵਾਦੀ ਗਣਤੰਤਰ ਬਣਾਇਆ ਗਿਆ, ਯਾਨੀ ਕਿ ਸਾਰਿਆਂ ਵਾਸਤੇ ਇੱਕ ਹੀ ਸੰਵਿਧਾਨ ਰਚਿਆ ਗਿਆ। ਔਰ ਧਰਮ ਨਿਰਪੇਖ ਤੋਂ ਭਾਵ ਹੁੰਦਾ ਕਿ ਭਾਰਤ ਵਿੱਚ ਕੋਈ ਕਿਸੇ ਵੀ ਸਾਰੇ ਧਰਮਾਂ ਵਾਸਤੇ ਸੇਮ ਕਾਨੂੰਨ ਜਿਹੜੇ ਉਹ ਬਣਾਏ ਗਏ। ਨੈਕਸਟ ਆ ਜਾਓ 173 ਤੇ ਉਪ ਰਾਸ਼ਟਰਪਤੀ ਤੋਂ ਕੀ ਭਾਵ ਹੈ। ਕਈ ਵਾਰੀ ਆ ਜਾਂਦਾ 2 ਮਾਰਕਸ ਦਾ ਕੁਐਸਚਨ।
ਉਪ ਰਾਸ਼ਟਰਪਤੀ ਉਹ ਹੁੰਦਾ ਜਦੋਂ ਜਿਹੜਾ ਰਾਸ਼ਟਰਪਤੀ ਉਹਦੀ ਅਚਾਨਕ ਮੌਤ ਹੋ ਜਾਏ ਜਾਂ ਉਹ ਛੁੱਟੀ ਤੇ ਚਲਾ ਜਾਏ ਜਾਂ ਉਹਦੇ ਤੇ ਕੋਈ ਅਪਰਾਧਿਕ ਮਾਮਲਾ ਦਰਜ ਹੋ ਜਾਵੇ ਤੇ ਉਹਦੀ ਜਗ੍ਹਾ ਤੇ ਇੱਕ ਰਾਸ਼ਟਰਪਤੀ ਜਿਹੜਾ ਵਾ ਉਹ ਬਿਠਾਇਆ ਜਾਂਦਾ ਵਾ 6 ਮਹੀਨਿਆਂ ਵਾਸਤੇ, ਉਹਨੂੰ ਕਹਿੰਦੇ ਉਪ ਰਾਸ਼ਟਰਪਤੀ। ਨੈਕਸਟ ਹੈਗਾ 2 ਮਾਰਚ ਦਾ ਸੰਸਦ 174 ਸੰਸਦ 2 ਮਾਰਚ ਦਾ ਕੁਐਸਚਨ ਜੇ, ਵੈਸੇ ਜ਼ਿਆਦਾ ਪੋਲੀਟੀਕਲ ਸਾਇੰਸ ਚ ਹੁੰਦਾ ਬਟ ਕਈ ਵੀ ਵੀ ਆ ਜਾਂਦਾ ਹੈ। ਸੰਸਦ ਨੂੰ ਇੰਗਲਿਸ਼ ਚ ਪਾਰਲੀਮੈਂਟ ਕਹਿੰਦੇ ਆ। ਭਾਰਤੀ ਸੰਸਦ ਦੇ 2 ਸਦਨ ਹੁੰਦੇ ਹਨ, ਉੱਪਰੀ ਸਦਨ ਰਾਜ ਸਭਾ ਜਾਂ ਰਾਜਾਂ ਦੀ ਪਰਿਸ਼ਦ ਹੈ ਅਤੇ ਨਿਚਲੀ ਸਦਨ ਲੋਕ ਸਭਾ ਦਾ ਜਨਤਾ ਦਾ ਸਦਨ ਹੈ। ਰਾਜ ਸਭਾ ਵਿੱਚ 250 ਮੈਂਬਰ ਹੁੰਦੇ ਹਨ। ਇਹਨਾਂ ਵਿੱਚ 238 ਦੀ ਚੋਣ ਰਾਜ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਏਕਲ ਹਸਤਾਖਰ ਵੋਟਰ ਪ੍ਰਣਾਲੀ ਦੇ ਤਹਿਤ ਸਮਾਨ ਅਨੁਪਾਤਿਕ ਪ੍ਰਤੀਨਿਧਤਾ ਦੇ ਆਧਾਰ ਉੱਤੇ ਕਰਦੇ ਹਨ ਅਤੇ ਹੋਰ 12 ਦਾ ਮਨੋਨਯਨ ਸਰਕਾਰ ਦੇ ਸੁਝਾਅ ਉੱਤੇ ਰਾਸ਼ਟਰਪਤੀ ਕਰਦੇ ਹਨ। ਬਸ ਇਹ ਇਹਦੇ ਕਿ 2 ਸਦਨ ਹੁੰਦੇ ਆ, ਰਾਜ ਸਭਾ ਔਰ ਲੋਕ ਸਭਾ। ਲੋਕ ਸਭਾ ਦਾ ਭਾਵ ਹੁੰਦਾ ਜਿਹੜੀ ਲੋਕਾਂ ਦੀ ਸਭਾ ਹੁੰਦੀ ਜਿਹਦੇ ਵਿੱਚ ਮੰਤਰੀ ਮੰਡਲ ਹੁੰਦੇ ਆ। ਨੈਕਸਟ ਹੈਗਾ ਤੁਹਾਡਾ ਖੇਤੀ ਸੰਬੰਧੀ ਸੁਧਾਰ, ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਪੇਜ ਨੰਬਰ 188 ਤੇ। ਖੇਤੀ ਸੰਬੰਧੀ ਸੁਧਾਰ ਕਿ ਜਦੋਂ ਭਾਰਤ ਆਜ਼ਾਦ ਹੋਇਆ ਤੇ ਉਸ ਤੋਂ ਬਾਅਦ ਖੇਤੀ ਵਿੱਚ ਕਿਹੜੇ ਸੁਧਾਰ ਲਿਆਂਦੇ ਗਏ। ਪੇਜ ਨੰਬਰ 188 ਤੇ, ਬਹੁਤ ਈਜ਼ੀ ਆ, 10 ਮਾਰਕਸ ਦਾ। ਨੈਕਸਟ ਹੈਗਾ ਵਾ ਇਕਾਈ 12 ਚੀਨ ਦੇ ਨਾਲ ਸੀਮਾ ਵਿਵਾਦ ਤੇ ਚੀਨੀ ਆਕ੍ਰਮਕਤਾ। ਜਾਣੀ ਕਿ ਜਦੋਂ ਦੇਸ਼ ਆਜ਼ਾਦ ਹੋਇਆ ਤੇ ਇਹਦੀਆਂ ਬਹੁਤ ਸਾਰੀਆਂ ਬਾਰਡਰ ਜਿਹੜੇ ਸੀਗੇ, ਇਹਦੀਆਂ ਸੀਮਾਵਾਂ ਜਿਹੜੀਆਂ ਚੀਨ ਨਾਲ ਲੱਗਦੀਆਂ ਸੀ, ਜਿਹਦੇ ਕਰਕੇ ਚੀਨ ਤੇ ਭਾਰਤ ਦੀ 2 ਵਾਰੀ ਲੜਾਈ ਹੋਈ ਆ ਤੇ ਦੋਵੇਂ ਵਾਰੀ ਭਾਰਤ ਜਿਹੜਾ ਚੀਨ ਕੋਲੋਂ ਹਾਰ ਗਿਆ ਸੀ। ਇਹ ਆਪਾਂ ਜਿਹੜਾ ਆਨਸਰ ਹੈ ਚੀਨ ਦੇ ਨਾਲ ਸੀਮਾ ਵਿਵਾਦ ਅਤੇ ਚੀਨੀ ਆਕ੍ਰਮਕਤਾ ਅਤੇ ਚੀਨੀ ਹਮਲਾ, ਇਹਦੇ ਬਾਰੇ ਜਾਣਕਾਰੀ ਦੇਣੀ ਇਹਦੇ ਵਿੱਚ। ਬਹੁਤ ਈਜ਼ੀ ਆ। ਚੀਨੀ ਆਕ੍ਰਮਕਤਾ ਤੇ ਚੀਨੀ ਹਮਲਾ, ਇਹਦੇ ਵਿੱਚ ਇਹਦਾ ਆਨਸਰ ਆ ਕਿ ਚੀਨ ਨੇ ਹਮਲਾ ਬੜੇ ਚੋਰੀ ਛਿਪੇ ਕੀਤਾ ਸੀਗਾ ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਲੰਡਨ ਗਏ ਸੀ। ਉਸ ਤੋਂ ਪਿੱਛੋਂ ਹੀ ਚੀਨ ਨੇ ਭਾਰਤ ਉੱਤੇ ਹਮਲਾ ਕਰ ਦਿੱਤਾ ਸੀ, ਜਿਹਦੇ ਕਰਕੇ ਭਾਰਤ ਜਿਹੜਾ ਸੀ ਹਾਰ ਗਿਆ ਸੀ। 1962 ਈਸਵੀ ਵਿੱਚ ਇਹ ਹਮਲਾ ਹੋਇਆ ਸੀ। ਵੈਰੀ ਇੰਪੋਰਟੈਂਟ ਕੁਐਸਚਨ ਜੇ, ਚੀਨ ਦੇ ਨਾਲ ਸੀਮਾ ਵਿਵਾਦ ਅਤੇ ਚੀਨੀ ਆਕ੍ਰਮਕਤਾ। ਇੱਥੇ ਟਿਕ ਲਗਾਉਣੀ ਆ ਔਰ ਇਹਨੂੰ ਖੁਦ ਹੀ ਤਿਆਰ ਕਰਨਾ ਬਹੁਤ ਈਜ਼ੀ ਆ। ਇਹਦੇ ਨਾਲ ਹੀ ਤੁਹਾਡੀ ਇਹ ਬੁੱਕ ਜਿਹੜੀ ਇੰਡੀਅਨ ਫਰੀडम ਸਟਰਗਲ ਦੇ ਮੇਨ ਟੌਪਿਕ ਹੋ ਗਏ ਨੇ। ਇਹਦੇ ਨਾਲ ਹੀ ਅਸੀਂ ਇਹਦਾ ਇਹ ਖਤਮ ਹੋ ਗਈ ਆ। ਓਕੇ ਬਾਏ, ਥੈਂਕ ਯੂ।